ਭਗਵੰਤ ਮਾਨ ਮੇਰੇ ਦੋਸਤ ਵੀ ਸਨ ਜੀ, ਅੱਜ ਹੈ ਨਹੀਂ। ਇਹਨਾਂ ਦੀ ਕੋਸ਼ਿਸ਼ ਸੀ ਕਿ ਕਾਂਗਰਸ ਨੂੰ ਨਸਤੇ ਨਬੂਦ ਕਰ ਦਿੱਤਾ ਜਾਏ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਕੋਲ ਫਿਰ ਪੁਰਾਣੇ ਬੰਦੇ ਬੈਠੇ। ਕਾਰਨ ਕੀ ਰਿਹਾ? 5 ਸਾਲ ਤੁਹਾਡੀ ਪਾਰਟੀ ਦੀ ਸਰਕਾਰ ਸੀ। ਜੇ ਇੰਨਾ ਹੀ ਕੰਮ ਗਲਤ ਹੋ ਰਿਹਾ ਸੀ ਤਾਂ ਭਗਵੰਤ ਮਾਨ ਸਾਹਿਬ ਦਾ ਚਿਹਰਾ ਅੱਗੇ ਕਰਕੇ 92 ਸੀਟਾਂ ਪੰਜਾਬ ਦੇ ਲੋਕਾਂ ਨੇ ਕਿਵੇਂ ਦਿੱਤੀਆਂ? ਭਗਵੰਤ ਮਾਨ ਦੇ ਚਿਹਰੇ ਨੂੰ ਕੋਈ ਵੋਟ ਨਹੀਂ। ਇਹ ਐਕਚੁਅਲ ਵੋਟ ਨਿਰੀ ਝਾੜੂ ਨੂੰ ਪਈ ਹੈ। ਇਹਨਾਂ ਲਾਸਟ ਮੂਮੈਂਟ ਇੱਕ ਜੂਆ ਖੇਡਿਆ। ਆਮ ਆਦਮੀ ਪਾਰਟੀ ਦੇ ਇੱਕ ਲੀਡਰ ਸਹਿਬਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਉਹ ਤਾਂ ਸਮਝੋ ਗਏ ਬੀਜੇਪੀ ਦੇ ਵਿੱਚ। ਸਿਆਸਤਦਾਨਾਂ ਨੂੰ ਇਲਹਾਮ ਕਿੱਦਾਂ ਹੋ ਜਾਂਦਾ? ਤੁਸੀਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤ ਦੇ ਵਿੱਚ ਇਹ ਦੀਵਾਲੀ ਦੇ ਪਟਾਕੇ ਵਰਗਾ, ਗਿੱਲੇ ਪਟਾਕੇ ਵਰਗਾ ਖੜਾਕ ਵੀ ਨਹੀਂ ਹੋਇਆ ਅਮਰਿੰਦਰ ਸਿੰਘ ਦੇ ਜਾਣ। ਪੰਜਾਬ ਦੇ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ ਮੁੱਦਿਆਂ ਦੇ ਉੱਤੇ ਪਾਰਟੀ ਦਿਨ ਰਾਤ ਕੰਮ ਕਰ ਸਕਦੀ ਸੀ, ਪਰ ਉਹਦੀ ਜਗ੍ਹਾ ਦੇ ਉੱਤੇ ਇੱਕ ਬੰਦੇ ਦੇ ਪਿੱਛੇ ਹੀ ਜਾਨੀ ਕੁਰਸੀਆਂ ਲਾ ਕੇ ਬਹਿ ਗਏ। ਕਿਤੇ ਨਾ ਕਿਤੇ ਲੱਗਿਆ ਕਿ ਭਾਈ ਅਜੀਬ ਹੈ, ਆਹ ਕੰਮ ਇਹਨਾਂ ਨੇ ਗਲਤ ਕੀਤਾ। ਸਰਕਾਰ ਨੇ ਸਾਡੀ ਸਰਕਾਰ ਆਊ ਤਾਂ ਸਹੀ ਕਰਾਂਗੇ। ਆਮ ਲੋਕ 5 ਸਾਲ ਉਡੀਕ ਥੋੜੀ ਕਰਨਗੇ ਕਿ ਭਾਈ ਤੁਹਾਡੀ ਸਰਕਾਰ ਆਵੇ। 5 ਸਾਲ ਲੋਕਾਂ ਨੂੰ ਭੱਠੀ ਥੋੜੀ ਝੋਕਣਾ। ਜੇ ਵਿਰੋਧੀ ਧਿਰ ਦੇ ਕੋਲੇ ਕੋਈ ਆਈਡੀਆ ਹੈਗਾ ਸਰਕਾਰ ਨੂੰ ਦੇ ਦਿਓ। ਲੜਾਈ ਬਾਦਲਾਂ ਨਾਲ ਲੜਦੇ ਆਏ ਬੇਖੌਫ ਹੋ ਕੇ, ਲੜਾਈ ਕੈਪਟਨ ਨਾਲ ਲੜਦੇ ਆਏ ਬੇਖੌਫ ਹੋ ਕੇ। ਪੰਜਾਬ ਦੇ ਹੱਕਾਂ ਵਾਸਤੇ ਇਹਨਾਂ ਦੀ ਮਦਦ ਕਰਨ ਨੂੰ ਵੀ ਤਿਆਰ ਆ ਜਿੱਥੇ ਠੀਕ ਨੇ। ਤੁਸੀਂ ਇੱਕ ਸ਼ਬਦ ਪਿੱਛੇ ਵਰਤਿਆ ਸੀ ਕਿ ਸਕੂਲਾਂ ਦੇ ਹਾਲਾਤ ਮਾੜੇ ਨੇ। ਹਾਂਜੀ ਹਾਂਜੀ, ਇਹਨਾਂ ਨੇ ਮਾੜੇ ਕਰ ਦਿੱਤੇ ਕਿ ਇਹਨਾਂ ਨੂੰ ਮਾੜੇ ਮਿਲੇ? ਨਹੀਂ। ਭਗਵੰਤ ਮਾਨ ਨੂੰ, ਇਹਨਾਂ ਦੀ ਕੈਬਨਿਟ ਨੂੰ ਮੈਂ ਕਹਾਂਗਾ ਕੰਸਟਰਕਟਿਵ ਆਪੋਜੀਸ਼ਨ ਨੂੰ ਵੀ ਸਾਹ ਲੈਣ ਦਾ ਮੌਕਾ ਦਿੱਤਾ ਜਾਏ। ਦੋ ਚੀਜ਼ਾਂ ਜਾਂ ਦੋ ਖੇਤਰ ਜਾਂ ਦੋ ਕਿੱਤੇ ਬਹੁਤ ਸਿਆਣੇ ਮੰਨੇ ਜਾਂਦੇ ਸੀ, ਪਰ ਅੱਜ ਕੱਲ੍ਹ ਉਹ ਸਿਆਣਪ ਤੋਂ ਤੱਤੇ ਹੋ ਗਏ। ਇੱਕ ਮੀਡੀਆ ਦਾ ਤੇ ਦੂਜਾ ਸਿਆਸਤ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਵਿਰੋਧੀ ਧਿਰ ਦੇ ਨੇਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਮੈਂ ਪਹਿਲੇ ਸ਼ਬਦ ਸਿਆਣਪ ਤੇ ਤੱਤੇ ਇਸ ਕਰਕੇ ਵਰਤਿਆ ਕਿਉਂਕਿ ਆਪਣੀ ਪੀੜ੍ਹੀ ਹੇਠ ਸੋਟਾ ਹਮੇਸ਼ਾ ਸਾਰਿਆਂ ਨੂੰ ਪਹਿਲਾਂ ਫੇਰਨਾ ਚਾਹੀਦਾ। ਮੈਂ ਇਸ ਕਰਕੇ ਮੀਡੀਆ ਦਾ ਨਾਂ ਜਿਹੜਾ ਉਹ ਤੁਹਾਡੇ ਤੱਕ ਲੈ ਲਿਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਉਬਾਲੇ ਨੇ, ਕਈ ਤਰ੍ਹਾਂ ਦੀ ਚਰਚਾ। ਜੋ ਸਿਆਸਤ ਦੇ ਵਿੱਚ ਹੁੰਦਾ ਫਿਰ ਮੀਡੀਆ ਉਹਨੂੰ ਕਈ ਤਰ੍ਹਾਂ ਦੀ ਜਿਹੜੇ ਮਸਾਲੇ ਲਾ ਕੇ ਅਗਲੇ ਪਾਸੇ ਨੂੰ ਜਿਹੜਾ ਉਹ ਪੇਸ਼ ਕਰ ਦਿੰਦਾ। ਉਹਨਾਂ ਸਾਰੀਆਂ ਚੀਜ਼ਾਂ ਦੇ ਅੰਗ ਸੰਗ ਰਹਿੰਦੇ ਹੋਏ ਪੰਜਾਬ ਦੇ ਮੁੱਦੇ, ਕੇਂਦਰ ਦੇ ਮੁੱਦੇ, ਪ੍ਰਵਾਸ ਦੇ ਮੁੱਦੇ ਅੱਜ ਆਪਾਂ ਬਾਜਵਾ ਸਾਹਿਬ ਦੇ ਨਾਲ ਵਿਚਾਰਾਂਗੇ। ਬਾਜਵਾ ਸਾਹਿਬ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ। ਥੈਂਕ ਯੂ ਬਾਜਵਾ ਸਾਹਿਬ, ਬਹੁਤ ਮਿਹਰਬਾਨੀ। ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਮੈਂ ਜੋ ਕੁਝ ਘੱਟ ਵਾਪਰ ਰਿਹਾ ਉਧਰਲੇ ਪਾਸੇ ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਬਹੁਤ ਹਲੀਮੀ ਦੇ ਨਾਲ, ਕਿਉਂਕਿ ਤੁਸੀਂ ਤਜਰਬੇ 'ਚ ਵੱਡੇ ਹੋ, ਉਮਰ 'ਚ ਵੱਡੇ ਹੋ, ਬਹੁਤ ਸਾਰੇ ਅਹੁਦੇ ਤੁਹਾਡੇ ਕੋਲ ਰਹੇ ਨੇ ਤੇ ਹਨ ਤੇ ਮਿਲਣਗੇ। ਪੰਜਾਬੀ ਅੱਜ ਨਿਰਾਸ਼ ਹੈ, ਚਾਹੇ ਉਹ ਪੰਜਾਬ 'ਚ ਵਸਿਆ ਤੇ ਚਾਹੇ ਵਿਦੇਸ਼ 'ਚ ਵਸਿਆ। ਕਿਉਂਕਿ ਜਿਹੜਾ ਪੰਜਾਬ 'ਚ ਵਸਿਆ ਉਹਨੇ ਤਾਂ ਪੰਜਾਬ ਦੀ ਮਿੱਟੀ 'ਚ ਹੀ ਰਹਿਣਾ। ਜਿਹੜਾ ਵਿਦੇਸ਼ 'ਚ ਵਸਿਆ ਉਹਨੂੰ ਵੀ ਮਹਿਕ ਇੱਥੋਂ ਦੀ ਆਉਂਦੀ ਹੈ। ਉਹ ਸਵੇਰੇ ਉੱਠ ਕੇ ਖਬਰ ਨਹੀਂ ਦੇਖਦਾ ਕਿ ਟੋਰਾਂਟੋ 'ਚ ਕੀ ਹੋਇਆ ਤੇ ਮੈਲਬਨ 'ਚ ਕੀ ਹੋਇਆ ਤੇ ਲੰਡਨ 'ਚ ਕੀ ਹੋਇਆ। ਉਹ ਦੇਖਦਾ ਭਾਈ ਜਲੰਧਰ, ਪਟਿਆਲੇ ਤੇ ਬਠਿੰਡੇ 'ਚ ਕੀ ਹੋਇਆ। ਤੇ ਨਿਰਾਸ਼ ਹੈ। ਸੂਬਾ ਤੁਹਾਡੇ ਕੋਲ ਰਿਹਾ, ਤੁਹਾਡੇ ਤੋਂ ਭਾਵ ਕਿ ਲੀਡਰਾਂ ਦੇ ਕੋਲੇ ਰਿਹਾ, ਤੇ ਉਹਨਾਂ ਨੂੰ ਐਂ ਲੱਗਦਾ ਕਿ ਭਾਈ ਨਾ ਉੱਥੋਂ ਦੇ ਲੋਕ ਸੁਖੀ ਨੇ ਤੇ ਨਾ ਸਾਨੂੰ ਸੁੱਖ ਕੋਈ ਮਿਲ ਸਕਦਾ। ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ? ਮੈਂ ਤੁਹਾਡੇ ਇਹ ਸੈਂਟੀਮੈਂਟ ਨਾਲ 100% ਸਹਿਮਤ ਹਾਂ ਕਿ ਜਿਹੜੀ ਪੋਲੀਟੀਕਲ ਕਲਾਸ ਹੈ ਦੇ ਹੈਵ ਫੇਲਡ ਦੇਅਰ ਓਨ ਪੀਪਲ। ਮੈਨੂੰ ਕਈ ਵਾਰ ਬਾਠ ਸਾਹਿਬ ਬਹੁਤ ਦਫਾ ਕਹਿਣਾ ਪੈ ਰਿਹਾ ਕਿੱਥੇ 1960s ਦਾ ਟਾਈਮ, अर्ਲੀ 70s ਦਾ ਟਾਈਮ, 50s ਤੋਂ ਲੈ ਕੇ 60s ਤੇ 70s was the best period in the history of ਪੰਜਾਬ, ਜਿੱਥੇ ਅਸੀਂ ਸਾਰੇ ਦੇਸ਼ ਪਲੰਘਾਂ ਪੁੜ ਤੇ ਕਿਤੇ ਅੱਗੇ ਸੀ ਜੀ। ਸਾ ਪ੍ਰਤਾਪ ਸਿੰਘ ਕੈਰੋਂ ਇੱਕ ਬਹੁਤ ਵੱਡੀ ਪਰਸਨੈਲਿਟੀ ਸਨ ਜਿਨ੍ਹਾਂ ਨੇ ਪੰਜਾਬ ਦੀ ਇਸ ਇਨੀਸ਼ੀਅਲ ਡਿਵੈਲਪਮੈਂਟ ਦੇ ਵਿੱਚ ਬਹੁਤ ਨੁਮਾਇਆ ਰੋਲ ਅਦਾ ਕੀਤਾ। ਤੇ ਉਹਦੇ ਨਾਲ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਦਾ ਬਹੁਤ ਵੱਡਾ ਹੱਥ ਸਾ ਪ੍ਰਤਾਪ ਸਿੰਘ ਕੈਰੋਂ ਦੇ ਮੋਢਿਆਂ 'ਤੇ ਸੀ। ਤਾਂ ਮੈਂ ਸਮਝਦਾ ਡਬਲ ਇੰਜਨ ਤੋਂ ਬਿਨਾਂ ਤਰੱਕੀ ਨਹੀਂ ਹੋ ਸਕਦੀ। ਅਨਫੋਰਚੂਨੇਟਲੀ ਫਿਰ ਆਹਿਸਤਾ ਆਹਿਸਤਾ ਤੁਹਾਨੂੰ ਪਤਾ ਹੈ ਸੂਬੇ ਦੇ ਹਾਲਾਤ ਵਿਗੜੇ, ਪੰਜਾਬ ਦੇ
15 ਸਾਲ ਜੌਬਨ ਦੇ ਜਿਹੜੇ ਸੀ, ਜਦੋਂ ਪੰਜਾਬ ਬਹੁਤ ਸਪੀਡ ਨਾਲ ਗਰੋ ਕਰ ਰਿਹਾ ਸੀ, ਇੱਕ ਪਾਸੇ ਐਗਰੀਕਲਚਰਲੀ, ਦੂਜੇ ਪਾਸੇ ਸਮਾਲ ਐਂਡ ਮੀਡੀਅਮ ਸਕੇਲ ਇੰਡਸਟਰੀ। ਤੁਸੀਂ ਤਾਂ ਬਾੜ ਸਾਹਿਬ ਸਾਡੇ ਨਾਲੋਂ ਬਹੁਤ ਛੋਟੇ ਹੋ, ਬਟ ਜਦੋਂ ਅਸੀਂ ਮਿਡ 70s ਦੇ ਵਿੱਚ ਕਾਲਜ ਵਿੱਚ ਸੀ, ਮੇਰੀ ਅਸੈਸਮੈਂਟ ਹੈ ਕਿ ਜੇ ਅੱਤਵਾਦ ਦਾ ਦੌਰ ਨਾ ਆਉਂਦਾ, ਵੱਖਵਾਦ ਦਾ ਦੌਰ ਨਾ ਆਉਂਦਾ, 15 ਸਾਲ ਸਾਨੂੰ ਹੋਰ ਚਾਹੀਦੇ। 15 ਸਾਲਾਂ 'ਚ ਅੰਮ੍ਰਿਤਸਰ ਤੋਂ ਲੈ ਕੇ ਤੇ ਰਾਜਪੁਰੇ ਤੱਕ GT ਰੋਡ ਜਿਹੜੀ ਨੈਸ਼ਨਲ ਹਾਈਵੇ ਹੈ, ਉਹਦੇ ਤੇ ਕੋਈ ਇੱਕ ਸਿੰਗਲ ਜਗ੍ਹਾ ਨਹੀਂ ਸੀ ਰਹਿ ਜਾਣੀ ਜਿਹੜੀ ਕੰਪਲੀਟ ਇੱਕ ਸ਼ਹਿਰ ਬਣ ਜਾਣਾ ਸੀ। ਇਟ ਵੁੱਡ ਹੈਵ ਬੀਨ ਵਨ। ਤੁਸੀਂ ਕਿਤੇ ਵੇਖੋ, ਤੁਸੀਂ ਹੁਣ ਅੰਮ੍ਰਿਤਸਰੋਂ ਹੀ ਬਾਹਰ ਨਿਕਲਦੇ ਹੋ, ਤੁਸੀਂ ਜਿੰਨੇ ਕਸਬੇ ਨੇ ਉਹਨਾਂ ਦੇ ਨਾਂ ਲਈ ਜਾਣਾ, ਵੇਖੀ ਚਲੋ। ਜੇ ਗਰੋਥ ਇੰਨੇ ਜ਼ੋਰ ਨਾਲ ਚੱਲ ਰਹੀ ਸੀ, ਫਗਵਾੜਾ, ਗੁਰਾਇਆ, ਦੁਰਾਹਾ, ਲੁਧਿਆਣਾ, ਰਾਜਪੁਰਾ, ਸਾਰੇ ਹੀ ਇੱਕ ਆਲਮੋਸਟ ਇੰਡਸਟਰੀ ਰਲਦੀ ਜਾ ਰਹੀ। ਛੋਟੇ, ਮੈਂ ਸਮੋਲ ਤੇ ਮੀਡੀਅਮ ਸਕੇਲ ਦੀ ਤਾਂ ਗੱਲ ਕਰਨਾ, ਲਾਰਜ ਸਕੇਲ ਪੰਜਾਬ 'ਚ ਕਦੀ ਆਈ ਨਹੀਂ ਜੀ। ਉਹਦਾ ਰੀਜ਼ਨ ਹੈ ਕਿਉਂਕਿ ਪੋਰਟ ਹੈ ਨਹੀਂ ਇੱਥੇ। ਤਾਂ ਜਿੱਥੇ ਪੋਰਟ ਹੁੰਦਾ ਉੱਥੇ ਹੀ ਵੱਡੀ ਇੰਡਸਟਰੀ ਜਾਂਦੀ ਹੈ, ਬਿਕੋਜ਼ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂਫੈਕਚਰ ਉਹ ਸੂਬੇ 'ਚ ਹੁੰਦੀਆਂ, ਉਹ ਦੇਸ਼ ਤੋਂ ਇਲਾਵਾ ਬਾਹਰ ਜਾਣੀਆਂ ਹੁੰਦੀਆਂ। ਰॉ ਗੁੱਡਸ ਵੀ ਬਾਹਰੋਂ ਆਉਂਦੇ, ਰॉ ਮਟੀਰੀਅਲ ਵੀ ਬਾਹਰੋਂ ਆਉਂਦਾ, ਫਿਰ ਫਿਨਿਸ਼ ਗੁੱਡਸ ਵੀ ਬਾਹਰ ਜਾਂਦੇ ਨੇ। ਪੰਜਾਬ ਦੀ ਤਰੱਕੀ ਬਾੜ ਸਾਹਿਬ ਉਦੋਂ ਹੀ ਹੋ ਸਕਦੀ ਹੈ ਜਾਂ ਉਦੋਂ ਹੁੰਦੀ ਰਹੀ ਜਦੋਂ ਸਾਡਾ ਟ੍ਰੈਡੀਸ਼ਨਲ ਲੈਂਡ ਰੂਟ ਖੁੱਲ੍ਹਾ ਸੀ। ਸੈਂਟਰਲ ਏਸ਼ੀਆ ਜੀ, ਦਰੇ ਖਾਈਬਰ ਤੋਂ ਕਹਿੰਦੇ ਨੇ, ਜਿਹੜਾ ਪਸ਼ਾਵਰ, ਰਾਵਲਪਿੰਡੀ, ਲਾਹੌਰ, ਅੰਮ੍ਰਿਤਸਰ ਤੇ ਦਿੱਲੀ, ਤੇ ਫਿਰ ਸਾਰਾ ਦੇਸ਼। ਉਹ ਜਿੱਦਣ ਖੁੱਲ੍ਹੇਗਾ ਪੰਜਾਬ ਫਿਰ ਤਰੱਕੀ ਕਰੇਗਾ। ਮੈਂ ਹੁਣ ਉਸ ਤੇ ਗੱਲ ਤੇ ਤੁਹਾਡੀ ਤੇ ਆ ਜਾਵਾਂ। ਅੱਤਵਾਦ ਦਾ ਦੌਰ ਨੇ ਸਾਨੂੰ ਬਹੁਤ ਪਿੱਛੇ ਸੁੱਟਿਆ। ਫਿਰ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ, ਕਿਸੇ ਵੀ ਚੀਫ ਮਿਨਿਸਟਰ ਨੇ ਐਕਸੈਪਟ ਫॉर ਅ ਬਰੀਫ ਪੀਰੀਅਡ, ਇੱਕ ਅੱਧੇ ਦੋ, ਕਿਸੇ ਚੀਫ ਮਿਨਿਸਟਰ ਨੇ ਜਾਂ ਉਹਨੂੰ ਮੌਕਾ ਨਹੀਂ, ਕੁਝ ਨੂੰ ਮਿਲ ਸਕਿਆ, ਕੁਝ ਜਿਹੜੇ ਸੀ ਫਿਰ ਉਹਨੇ ਜਸਟਿਸ ਨਹੀਂ ਕੀਤੀ। ਉਹਦੇ ਵਿੱਚ ਅਸੀਂ ਸਾਰੇ ਸ਼ਾਮਲ। ਮੈਂ ਨਹੀਂ ਇਹ ਕਹਿੰਦਾ ਕਿ ਮੈਂ ਐਜ਼ ਅ ਪੰਜਾਬੀ ਮੈਂ ਆਪ ਬਹੁਤ ਜ਼ਿਆਦਾ ਡਿਸਇਲੂਜ਼ਨ ਵੀ ਹਾਂ। 12-13 ਸਾਲ ਮੈਂ ਬਾਹਰ ਲਾਏ ਨੇ। ਮੇਰੇ ਵਿੱਚ ਵੀ ਇੱਕ ਦਿਲ ਦੇ ਵਿੱਚ ਹਮੇਸ਼ਾ ਇੱਕ ਫਾਇਰ ਰਹੀ ਹੈ, ਹਮੇਸ਼ਾ ਹੀ ਗੱਲ ਰਹੀ ਹੈ ਕਿ ਮੇਰਾ ਨਾਂ ਜਿਹੜਾ ਸੀ, ਮੇਰੇ ਸੁਰਗਵਾਸੀ ਪਿਤਾ ਨੇ ਸਰ ਲੈਜੈਂਡਰੀ ਚੀਫ ਮਿਨਿਸਟਰ ਸਾਹਿਬ ਪ੍ਰਤਾਪ ਸਿੰਘ ਦੇ ਨਾਂ 'ਤੇ ਰੱਖਿਆ ਸੀ, ਕਿਉਂਕਿ ਮੇਰੇ ਫਾਦਰ ਜਿਹੜੇ ਸੀ ਉਹਨਾਂ ਦੇ ਪੋਲੀਟੀਕਲ, ਬੇਸਿਕਲੀ ਉਹਨਾਂ ਦੇ ਪੋਲੀਟੀਕਲ ਗੁਰੂ ਸਾਹਿਬ ਪ੍ਰਤਾਪ ਸਿੰਘ ਕੈਰੋਂ ਸੀ। ਉਹਨਾਂ ਨੇ ਆਪਣੇ ਪੋਲੀਟੀਕਲ ਗੁਰੂ ਦੇ ਨਾਂ ਉੱਤੇ ਆਪਣੇ ਬੇਟੇ ਦਾ ਨਾਂ ਰੱਖਿਆ ਕਿ ਹੋ ਸਕਦਾ ਕਿਸੇ ਟਾਈਮ ਉਹਨਾਂ ਵਰਗਾ ਨਿਕਲ ਜਾਏ। ਤਾਂ ਉਹ ਮਨ ਦੇ ਵਿੱਚ ਦੁੱਖ ਤਕਲੀਫ ਹੈ। ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਹਰ ਚੀਜ਼ ਅਚੀਵ ਕਰ ਲਈ ਹੈ। ਪਰ ਜਦੋਂ ਅਸੀਂ ਵੇਖਦੇ ਹਾਂ ਕਿ ਸਾਡਾ ਸੂਬਾ ਹੁਣ 18ਵੇਂ 19ਵੇਂ ਨੰਬਰ 'ਤੇ ਜਿਹੜੇ ਹਿੰਦੁਸਤਾਨ ਦੀ ਟੌਪ ਦੀਆਂ 28 ਸਟੇਟਾਂ 'ਚੋਂ ਥੱਲੇ ਜਾ ਰਿਹਾ, ਸਾਨੂੰ ਵੀ ਬਹੁਤ ਜ਼ਿਆਦਾ ਜੋ ਤੁਸੀਂ ਸੈਂਟੀਮੈਂਟ ਪੰਜਾਬੀਆਂ ਦੇ ਦੱਸੇ ਨੇ 100% ਇੰਨੀ ਰੋਬਸਟ ਸਟੇਟ ਹੋਏ, 1 ਇੰਚ ਜਗ੍ਹਾ ਇੱਥੇ ਇਹੋ ਜਿਹੀ ਨਾ ਹੋਏ ਜਿਹੜੀ ਸਰਖੇਜ਼ ਨਾ ਹੋਏ, ਇੰਨੇ ਰੋਬਸਟ ਸਾਡੇ ਪੰਜਾਬੀ ਹੋਣ। ਮੈਂ ਸਮਝਦਾ ਕਿਸੇ ਵੀ ਗਵਰਨਮੈਂਟ ਨੇ ਪੰਜਾਬੀਆਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਹੀ ਨਹੀਂ ਪੈਦਾ ਕੀਤੇ ਕਿ ਅਸੀਂ ਸਾਰੇ, ਜਿਸ ਤਰ੍ਹਾਂ ਜਿਊਜ਼ ਦੀ ਮੈਂ ਗੱਲ ਕਰਾਂ, ਜਿਨ੍ਹਾਂ ਨੇ ਇਜ਼ਰਾਈਲ ਬਣਾਇਆ, ਉਹਨਾਂ ਦੀ ਬੇਸਿਕ ਸਟਰੈਂਥ ਕੀ ਹੈ? ਜਿੱਥੇ ਜਿੱਥੇ ਦੁਨੀਆ ਵਿੱਚ ਜਿਊ ਬੈਠਾ, ਉਹ ਇਜ਼ਰਾਈਲ ਦੀ ਡਿਵੈਲਪਮੈਂਟ ਦੇ ਵਿੱਚ ਨੁਮਾਇਆ ਰੋਲ ਅਦਾ ਕਰਦਾ। ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜਾ ਉੱਥੇ ਕੋਈ ਨਾ ਕੋਈ ਕੰਟਰੀਬਿਊਟ ਨਹੀਂ ਕਰਦਾ। ਤਾਂ ਸਾਡੇ ਕਿਉਂਕਿ ਅਸੀਂ ਸਿਸਟਮ ਹੀ ਨਹੀਂ ਬਿਲਡ ਕਰ ਸਕੇ, ਅਸੀਂ ਲੋਕਾਂ ਦਾ ਫੇਥ ਹੀ ਨਹੀਂ ਜਿੱਤ ਸਕੇ। ਸਾਨੂੰ ਆਪ ਮਾਯੂਸੀ ਹੁੰਦੀ ਹੈ। ਹੁਣ ਬਾਹਰੋਂ ਫੋਨ ਪਿਆਰ ਕਰਨ ਵਾਲਿਆਂ ਦੇ, ਰਿਸ਼ਤੇਦਾਰਾਂ, ਦੋਸਤਾਂ ਦੇ ਆਉਂਦੇ ਨੇ, ਦੇ ਆਲਸੋ ਫੀਲ ਕੰਪਲੀਟਲੀ ਡਿਸਇਲੂਜ਼ਨਡ। ਹੁਣ ਉਹਨਾਂ ਨੂੰ ਆਸ ਉਮੀਦ ਹੀ ਕਿਸੇ ਤੇ ਨਹੀਂ ਰਹਿ ਗਈ। ਅਸੀਂ ਕੀ ਆਸ ਉਮੀਦ ਦਈਏ ਉਹਨਾਂ ਨੂੰ? ਬਿਕੋਜ਼ ਵੀ ਹੈਵ ਫੇਲਡ ਦੈਮ ਐਜ਼ ਅ ਪੋਲੀਟੀਕਲ ਕਲਾਸ। ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ। ਬਾਜਵਾ ਸਾਹਿਬ, ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਜ਼ਰੂਰ ਪੁੱਛਣੀ ਹੈ, ਕਿਉਂਕਿ ਬਾਕੀ ਸਵਾਲ ਤਾਂ ਆਪਣੇ ਜਿਹੜੇ ਆਈ ਜਾਣੇ ਆ ਲਗਾਤਾਰ। ਪਿੰਡ ਦੇ ਵਿੱਚ ਜਿਹੜਾ ਬੰਦਾ ਖੇਤੀ ਕਰਦਾ, ਮੰਨ ਲਓ ਕੱਦੂ ਕਰਦਾ, ਟਰੈਕਟਰ ਫਸ ਗਿਆ, ਦੂਸਰਾ ਬੰਦਾ ਵੱਟ 'ਤੇ ਖੜਾ ਹੋ ਕੇ ਇਹ ਨਹੀਂ ਕਹਿੰਦਾ ਕਿ ਕੋਈ ਗੱਲ ਨਹੀਂ, ਤੇਰਾ ਫਸਿਆ ਟਰੈਕਟਰ ਤਾਂ ਫਸਿਆ ਰਵੇ, ਮੈਂ ਜਦੋਂ ਠੇਕੇ 'ਤੇ ਲਓ ਮੈਂ ਦੇਖੂ। ਉਹ ਕਹਿੰਦਾ ਯਾਰ ਥੱਲੇ ਹੋ, ਮੈਂ ਚਲਾਉਣਾ, ਮੈਨੂੰ ਪਤਾ ਹੈ ਕਿ ਕਿੱਧਰੋਂ ਇੱਕ ਪਾਸਿਓਂ ਬ੍ਰੇਕ ਸਿੱਟਣੀ ਹੈ, ਮੈਂ ਦੂਜੇ ਪਾਸੇ ਮੈਂ ਤੇਰਾ ਟਰੈਕਟਰ ਕੱਢ ਦਿੰਦਾ। ਪਿੰਡ ਦੇ ਵਿੱਚ ਕਿਸੇ ਬੰਦੇ ਦੇ ਘਰ ਦਾ ਕੰਮ ਚੱਲਦਾ ਹੋਵੇ, 4 ਇੱਟਾਂ ਥੁੜ ਜਾਣ, ਬੰਦਾ ਆਪਣੇ ਘਰੋਂ 4 ਇੱਟਾਂ ਲਿਆ ਕੇ ਕਹਿੰਦਾ ਯਾਰ ਤੂੰ ਆਪਣਾ ਕੰਮ ਬੰਨੇ ਲਾ। ਮੈਂ ਪੰਜਾਬ ਦੇ ਰਾਜਨੀਤਿਕ ਲੀਡਰਾਂ ਦੇ ਵਿੱਚ ਇੱਕ ਗੱਲ ਦੀ ਘਾਟ ਦੇਖੀ ਆ, ਹਰ ਵਿਰੋਧੀ ਧਿਰ, ਮੈਂ ਤੁਹਾਡੀ ਨਹੀਂ ਇਕੱਲੀ ਗੱਲ ਕਰਦਾ, ਪਿਛਲੇ 15 ਸਾਲਾਂ ਤੋਂ ਜਦੋਂ ਤੂੰ ਸੁਰਤ ਸਾਂਭੀ ਹੈ, ਆਹ ਕੰਮ ਇਹਨਾਂ ਨੇ ਗਲਤ ਕੀਤਾ, ਸਰਕਾਰ ਨੇ, ਸਾਡੀ ਸਰਕਾਰ ਆਊ ਤਾਂ ਸਹੀ ਕਰਾਂਗੇ। ਆਮ ਲੋਕ 5 ਸਾਲ ਉਡੀਕ ਥੋੜ੍ਹੀ ਕਰਨਗੇ ਕਿ ਭਾਈ ਤੁਹਾਡੀ ਸਰਕਾਰ ਆਵੇ। 5 ਸਾਲ ਲੋਕਾਂ ਨੂੰ ਭੱਠੀ ਥੋੜ੍ਹੀ ਝੋਕਣਾ। ਜੇ ਵਿਰੋਧੀ ਧਿਰ ਦੇ ਕੋਲੇ ਕੋਈ ਆਈਡੀਆ ਹੈਗਾ, ਸਰਕਾਰ ਨੂੰ ਦੇ ਦਿਓ, ਲੋਕਾਂ ਨੂੰ ਵੀ ਦੱਸ ਦਿਓ ਆਈਡੀਆ ਅਸੀਂ ਦਿੱਤਾ, ਸਰਕਾਰ ਉਹਦੇ 'ਤੇ ਚੱਲੇ। ਵਿਰੋਧੀ ਧਿਰ ਹਮੇਸ਼ਾ ਇੱਦਾਂ ਕਦੋਂ ਕਰਦੀ ਹੈ, ਸਾਡੀ ਸਰਕਾਰ ਬਣਾਓ, ਅਸੀਂ ਕਰਨਾ, ਆਈਡੀਆ ਦੇ ਦਿਓ ਯਾਰ, ਉਹ ਕਰ ਲੈਣ।
ਇਹ ਹੋ ਸਕਦਾ? ਬਾਠ ਸਾਹਿਬ 100% ਹੋ ਸਕਦਾ ਹੈ। ਵੇਖੋ ਜਦੋਂ ਮੈਨੂੰ ਮੌਕਾ ਮਿਲਿਆ, ਜੀ ਕਿਉਂਕਿ ਮੈਂ ਪਾਰਲੀਮੈਂਟ 'ਚ 2 ਟਰਮਸ ਗੁਜ਼ਾਰੀਆਂ ਸੀ, ਲੋਕ ਸਭਾ ਵਿੱਚ 5 ਸਾਲ, 6 ਸਾਲ ਰਾਜ ਸਭਾ ਦੇ ਵਿੱਚ। ਮੇਰੇ ਮਨ ਦੇ ਵਿੱਚ ਵੀ ਇਹ ਸੀ ਕਿ ਮੇਰੀ ਜ਼ਿੰਦਗੀ ਦੇ ਅਖੀਰਲੇ ਪੜਾਅ ਦੇ ਵਿੱਚ 65 ਸਾਲ ਦੀ ਮੇਰੀ ਉਮਰ ਹੋ ਗਈ, ਮੈਂ ਇੱਥੇ ਪਹੁੰਚਿਆ, ਹੁਣ ਅੱਗੇ ਤੇ ਪ੍ਰਮਾਤਮਾ ਦੇ ਹੱਥ 'ਚ ਜੀ ਕੋ ਕੱਲ ਦਾ ਹੀ ਨਹੀਂ ਕਿਸੇ ਨੂੰ ਪਤਾ ਕਿ ਕੀ ਹੈ। ਮੈਂ ਚਾਹੁੰਦਾ ਸੀ ਕਿ ਇੱਕ ਵੈਰੀ ਕੰਸਟਰਕਟਿਵ ਆਪੋਜੀਸ਼ਨ ਦਾ ਅਸੀਂ ਰੋਲ ਕਰੀਏ। ਭਗਵੰਤ ਮਾਨ ਮੇਰੇ ਦੋਸਤ ਵੀ ਸਨ, ਜੇ ਅੱਜ ਹੈ ਨਹੀਂ, ਜੀ ਛੋਟੇ ਭਰਾਵਾਂ ਵਰਗੇ ਵੀ ਸੀ। ਮੈਂ ਬਹੁਤ ਇੱਜ਼ਤ ਤੇ ਕਦਰ ਵੀ ਉਹਨਾਂ ਦੀ ਅੱਜ ਵੀ ਕਰਨਾ, ਪਹਿਲੇ ਵੀ ਕਰਦਾ ਸੀ। ਮੈਨੂੰ ਇਹ ਸੀ ਕਿ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਸੀ ਕਿ ਮੈਂ ਤੁਹਾਨੂੰ ਬਕਾਇਦਾ ਤੌਰ ਐਜ਼ ਅ ਕੰਸਟਰਕਟਿਵ ਆਪੋਜੀਸ਼ਨ ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਬਟ ਕੰਸਟਰਕਟਿਵ ਆਪੋਜੀਸ਼ਨ ਤਾਂ ਹੀ ਕਰ ਸਕੇਗੀ ਜੇ ਗਵਰਨਮੈਂਟ ਆਫ ਦੀ ਡੇ ਇਹੋ ਜਿਹਾ ਮਾਹੌਲ ਪੈਦਾ ਕਰ ਸਕੇ ਕਿ ਸਾਡੇ ਨਾਲ ਉਹ ਇੱਕ ਕੰਸਟਰਕਟਿਵ ਆਪੋਜੀਸ਼ਨ ਦੇ ਕੋਲੋਂ ਮਦਦ ਲੈ ਸਕਣ, ਇਕੱਠੇ ਹੋ ਕੇ ਅਸੀਂ ਚੱਲ ਸਕੀਏ। ਬਟ ਸਮਹਾਉ ਵੀ ਫੇਲਡ ਇਨ ਦੈਟ। ਮੈਂ ਬਹੁਤ ਕੋਸ਼ਿਸ਼ ਕੀਤੀ। ਜੇ ਤੁਸੀਂ ਸ਼ੁਰੂ 'ਚ ਵੇਖਦੇ ਹੋ ਜੀ, ਜਿੰਨੇ ਵੀ ਇਹਨਾਂ ਨੇ ਸਪੈਸ਼ਲ ਸੈਸ਼ਨ ਸੱਦੇ ਨੇ ਜਾਂ ਮਤੇ ਲੈ ਕੇ ਆਉਂਦੇ ਨੇ, ਅਸੀਂ ਹਰ ਮਤੇ ਤੇ ਉਹਨਾਂ ਦੀ ਸਪੋਰਟ ਕੀਤੀ। ਪਹਿਲੇ ਜਦੋਂ ਪਹਿਲਾ ਸੈਸ਼ਨ ਹੀ ਸੱਦਿਆ ਜਸਟ ਫॉर ਅ ਡੇ, ਪਹਿਲੇ ਦਿਨ ਇਹਨਾਂ ਨੇ ਕਿਹਾ ਜੀ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ, ਡਾਕਟਰ BR ਅੰਬੇਦਕਰ ਸਾਹਿਬ ਦੇ ਬੁੱਤ ਇੱਥੇ ਲਾਉਣਾ ਚਾਹੁੰਦੇ। ਮੈਂ ਉਦੋਂ ਗੱਲ ਕਹੀ ਕਿ ਵੇਖੋ 40 ਸਾਲ ਸਿੱਖਾਂ ਦਾ ਰਾਜ ਰਿਹਾ, ਗੋਲਡਨ ਪੀਰੀਅਡ ਮਹਾਰਾਜਾ ਰਣਜੀਤ ਸਿੰਘ ਤੇ ਮਾਨ ਸਾਹਿਬ, ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਸ ਤਰ੍ਹਾਂ ਭੁੱਲ ਸਕਦੇ ਹਾਂ। ਤਾਂ ਉਹਨਾਂ ਨੇ ਉਸੇ ਟਾਈਮ ਰੈਸਪਰੋਕੇਟ ਕਿਹਾ, ਬਾਜਵਾ ਸਾਹਿਬ ਜੋ ਤੁਸੀਂ ਗੱਲ ਕਹੀ ਬਿਲਕੁਲ ਠੀਕ ਹੈ, ਤਿੰਨਾਂ ਦੇ ਬੁੱਤ ਇੱਥੇ ਲੱਗਣੇ ਚਾਹੀਦੇ ਨੇ। ਉਹ ਭਾਵੇਂ ਨਹੀਂ ਲੱਗ ਸਕੇ ਕਿ ਡਿਫਰੈਂਟ ਮੈਟਰ ਹੈ, ਫॉर ਸਮ ਟੈਕਨੀਕਲ ਰੀਜ਼ਨਸ ਨਹੀਂ ਲੱਗ ਸਕੇ। ਸੋ ਮੇਰੇ ਮਤੇ ਜਿੱਥੇ ਵੀ ਭਾਵੇਂ ਅਗਨੀਪਤ ਦੀ ਗੱਲ ਕਰ ਲਈਏ, ਭਾਵੇਂ ਸੈਂਟਰ ਨੇ ਜੋ ਮਦਾਖਲਤ ਕੀਤੀ, ਚੰਡੀਗੜ੍ਹ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣਾ ਚਾਹੁੰਦੇ, ਭਾਵੇਂ ਉਹਦੀ ਗੱਲ ਕਰੀਏ, ਜਾਂ ਅਸੀਂ ਅਗਨੀਪਤ ਅਸੀਂ ਸਾਰਿਆਂ ਨੇ ਯੂਨੈਨਿਮਸ ਮਤਾ ਲਿਆਂਦਾ ਕਿ ਪੰਜਾਬ ਦੀ ਤੇ ਦੇਸ਼ ਦੀ ਟ੍ਰੈਡੀਸ਼ਨਸ ਦੇ ਖਿਲਾਫ ਹੈ। ਜਿਹੜੀ ਪਾਰਟੀ ਜਾਂ ਜਿਹੜੀ ਸਰਕਾਰ ਆਪਣੇ ਫੌਜੀ ਭਰਾਵਾਂ ਨੂੰ ਪੈਨਸ਼ਨ ਨਹੀਂ ਦੇ ਸਕਦੀ, ਜਿਹੜੀ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਨਹੀਂ ਦੇ ਸਕਦੀ, ਜਿਹੜੀ ਉਹਨਾਂ ਨੂੰ ਕੰਟੀਨ ਦੀ ਫੈਸਿਲਿਟੀ ਨਹੀਂ ਦੇ ਸਕਦੀ, ਜਿਹੜੀ 20 ਸਾਲ ਦੀ ਨੌਕਰੀ ਦੇ ਬਜਾਏ 4 ਸਾਲ, ਜਿਸ 'ਚੋਂ 1.5 ਸਾਲ ਟ੍ਰੇਨਿੰਗ 'ਚ ਗੁਜ਼ਰ ਜਾਏ, ਕਦੀ ਇਸ ਕਿਸਮ ਦੇ ਤੁਸੀਂ ਔਨ ਕੰਟਰੈਕਟ ਬੇਸਿਸ ਫੌਜੀ ਰੱਖ ਸਕਦੇ ਹੋ? ਕੰਟਰੈਕਟ ਬੇਸਿਸ ਦਾ ਫੌਜੀ ਜਿਹੜਾ ਟ੍ਰੇਨ ਤੇ ਹੋ ਸਕਦਾ, ਬਟ ਦੇਸ਼ ਵਾਸਤੇ ਲੜਨਾ ਮਰਨਾ ਪੁਰਾਣੀਆਂ ਟ੍ਰੈਡੀਸ਼ਨਸ ਨੇ ਸਾਡੀਆਂ। ਸਿੱਖ ਰੈਜੀਮੈਂਟ ਜੀ, ਲੋਕ ਝੰਡੇ ਦੇ ਨਿਸ਼ਾਨ ਕਿ ਅਸੀਂ ਸਿੱਖ ਰੈਜੀਮੈਂਟ ਦੇ ਅਫਸਰ ਹਾਂ ਜਾਂ ਸਿਪਾਹੀ ਹਾਂ, ਲੋਕ ਉਹਦੇ ਪਿੱਛੇ ਕੁਰਬਾਨੀਆਂ ਦਿੰਦੇ ਜਾਂ ਸਰਾਗੜੀ ਦਿੱਤੀਆਂ ਸੀ। ਉਹ ਰੈਜੀਮੈਂਟ ਦੇ ਨਿਸ਼ਾਨ ਥੱਲੇ, ਰੈਜੀਮੈਂਟ ਦੇ ਵਿੱਚ ਇੱਕ ਦੂਜੇ ਨਾਲ ਭਾਈਚਾਰਕ ਸੰਬੰਧ ਕਿ ਮੇਰੇ ਨਾਲ 10 ਸਾਲ ਅਸੀਂ ਨਮਕ ਇਕੱਠਿਆਂ ਖਾਧਾ, ਰੋਟੀ ਇਕੱਠਿਆਂ ਖਾਧੀ ਹੈ। ਜਦੋਂ ਅਖੀਰਲਾ ਵਕਤ ਆ ਜਾਂਦਾ, ਮੈਂ ਕਹਿੰਦਾ ਨਾ ਭੱਜਣਾ ਨਹੀਂ, ਹੁਣ ਅਖੀਰ ਸਮਝੋ ਯੂ ਫਾਈਟ ਐਜ਼ ਵਨ। ਤੁਸੀਂ ਵੇਖੋ ਤੁਹਾਡੇ ਸਾਹਮਣੇ ਐਪਿਕ ਬੈਟਲਸ ਦੇ ਵਿੱਚ 21 ਸਿੱਖ ਰੈਜੀਮੈਂਟ ਨੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਵਿੱਚ। 21 ਲੋਕਾਂ ਨੇ 2 ਦਿਨ ਲਗਾਤਾਰ 10,000 ਅਫਗਾਨੀ ਜਿਹੜੇ ਸੀ, ਉਹਨਾਂ ਦੇ ਕਬੀਲੇ ਜਿਹੜੇ ਸੀ, 10,000 ਰੇਡਰਸ ਲਗਾਤਾਰ ਰੇਡ ਮਾਰਦੇ ਰਹੇ। 10,000 21 ਬੰਦੇ 2 ਦਿਨ ਉਹਨਾਂ ਸਾਹਮਣੇ ਲੜੇ ਤੇ ਅਖੀਰਲੇ ਬੰਦੇ ਤੱਕ ਫਿਰ ਉਹਨਾਂ ਨੇ ਸ਼ਹਾਦਤ ਪਾਈ। ਸੋ ਇਹ ਸਾਡੀਆਂ ਟ੍ਰੈਡੀਸ਼ਨਸ ਨੇ, ਅਸੀਂ ਸਾਥ ਦਿੱਤਾ। ਭਾਵੇਂ ਸੈਂਟਰ ਨੇ ਚੰਡੀਗੜ੍ਹ 'ਚ ਮਦਾਖਲਤ ਕਰਨ ਦੀ ਕੋਸ਼ਿਸ਼ ਕੀਤੀ, ਸਾਡੇ EMPLOYEES ਦਾ ਕੋਟਾ ਘਟਾਇਆ, ਭਾਵੇਂ ਬਿਆਸ ਪਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ, ਤਾਂ ਅਸੀਂ ਇਹੀ ਗੱਲ ਕਹੀ ਸੀ ਕਿ ਤੁਸੀਂ ਸਾਡੀ ਮਦਦ ਲਓ, ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ। ਬਟ ਮੈਂ ਸਮਝਣਾ ਕਿਉਂਕਿ ਨਵੇਂ ਨੇ, ਤਜਰਬੇ ਦੀ ਕਮੀ ਹੈ। 92 ਦਾ ਨੰਬਰ ਸੀ, ਬਹੁਤ ਵੱਡਾ ਨੰਬਰ ਆ ਗਿਆ, ਪਹਿਲੀ ਵਾਰ ਤਾਕਤ 'ਚ ਆਏ ਸੀ। ਉਸ ਤਾਕਤ ਨੂੰ ਸੰਭਾਲਣਾ ਸ਼ੇਰ ਦੀ ਸਵਾਰੀ ਬਾਦਸ਼ਾਹ ਬੜੀ ਡਿਫਿਕਲਟ ਹੁੰਦੀ ਜੀ। ਜਦੋਂ ਸ਼ੇਰ ਤੇ ਚੜ੍ਹ ਜਾਓ, ਹੁਣ ਇਹ ਉਹ ਬੰਦੇ ਚੜ੍ਹੇ ਨੇ ਜਿਹਨਾਂ ਕੋਲ ਤਜਰਬਾ ਨਹੀਂ ਸੀ। ਇਹਨਾਂ ਨੇ ਫਿਰ ਇਹ ਸੋਚਿਆ ਕਿ ਹੁਣ ਸ਼ੇਰ ਤੋਂ ਅਸੀਂ ਥੱਲੇ ਹੀ ਨਹੀਂ ਉਤਰਨਾ, ਅਸੀਂ ਜੇ ਬਣ ਗਏ ਆ। ਇਹਨਾਂ ਨੂੰ ਵੀ ਉਹੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਜਿਹੜੇ ਕਿਸੇ ਟਾਈਮ ਸਰ ਸੁਖਬੀਰ ਸਿੰਘ ਬਾਦਲ ਹੋ ਗਏ, ਜਦੋਂ ਦੂਜੀ ਵਾਰ ਉਹ ਜਿੱਤੇ ਨੇ, ਫਿਰ ਉਹ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਅਸੀਂ ਹੁਣ 25 ਸਾਲ ਨਹੀਂ ਜਾਣਾ ਜੀ। ਤੇ ਤੁਸੀਂ ਵੇਖੋ ਹੁਣ ਕਿੰਨਾ ਚਿਰ ਹੋ ਗਿਆ, ਵਾਪਸ ਆਉਣ ਦਾ ਨਾਂ ਹੀ ਨਹੀਂ ਲੈਂਦੇ। ਸੇਮ ਇਹਨਾਂ ਨੂੰ ਸੇਮ ਬਿਮਾਰੀ ਦਾ ਸ਼ਿਕਾਰ ਇਹ ਗਵਰਨਮੈਂਟ ਹੋ ਰਹੀ ਹੈ। ਮੈਂ ਅੱਜ ਵੀ ਕਹਿਣਾ ਚਾਹਾਂਗਾ, ਅਜੇ ਪੂਰੇ 6 ਮਹੀਨੇ ਹੋਏ, ਅਜੇ ਇਨੀਸ਼ੀਅਲ ਪੀਰੀਅਡ, ਅਜੇ ਵੀ ਸੰਭਲਣ ਦੀ ਲੋੜ ਹੈ। ਭਗਵੰਤ ਮਾਨ ਨੂੰ, ਇਹਨਾਂ ਦੀ ਕੈਬਨਿਟ ਨੂੰ ਮੈਂ ਕਹਾਂਗਾ ਕੰਸਟਰਕਟਿਵ ਆਪੋਜੀਸ਼ਨ ਨੂੰ ਵੀ ਸਾਹ ਲੈਣ ਦਾ ਮੌਕਾ ਦਿੱਤਾ ਜਾਏ ਜੀ ਚੰਗੀ ਤਰ੍ਹਾਂ। ਜੇ ਤੁਸੀਂ ਮਾਹੌਲ ਇਹੋ ਜਿਹਾ ਕ੍ਰੀਏਟ ਕਰੋਗੇ, ਪਹਿਲਾ ਸੈਸ਼ਨ ਹੋਇਆ, ਤੁਸੀਂ ਵੇਖੋ ਸਪੀਕਰ ਸਾਹਿਬ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਪੀਕਰ ਸਾਹਿਬ ਨੂੰ ਨਹੀਂ ਸੀ ਪਤਾ, ਉਹ ਮੈਨੂੰ ਪੁੱਛਦੇ ਰਹੇ ਔਨ ਦੀ ਫਲੋਰ ਆਫ ਦੀ, ਬਾਜਵਾ ਸਾਹਿਬ ਤੁਹਾਡਾ ਤਜਰਬਾ ਬੜਾ, ਦੱਸੋ। ਮੈਂ ਦੱਸਦਾ ਰਿਹਾ ਜੀ, ਸੋਹਣੇ ਢੰਗ ਨਾਲ ਹੀ ਕਰਦੇ ਰਹੇ। ਵੇਖੋ ਮੈਂ ਇਹਨਾਂ ਨੂੰ ਕਲੀਅਰ ਕੀਤੀ ਕਿ ਆਪ ਤੇ ਕਾਂਗਰਸ
ਬੇਸਿਕਲੀ ਇਹ ਇੱਕੋ ਜਿਸ ਤਰ੍ਹਾਂ ਪੱਠੇ ਦੇ ਵਿੱਚੋਂ ਇੱਕ ਸਾਂਚੇ ਦੀ ਇੱਟ ਨਿਕਲਦੀ ਹੈ। ਇਹ ਸੈਕੂਲਰ ਜਮਾਤਾਂ ਨੇ, ਨੈਸ਼ਨਲਿਸਟ ਜਮਾਤਾਂ ਨੇ। ਇਹਦਾ ਮਤਲਬ ਬੀਜੇਪੀ ਠੀਕ ਕਹਿੰਦੀ ਹੈ ਕਿ ਉਹ ਕਹਿੰਦੇ ਆ ਜੀ ਇੱਕੋ ਹੀ ਨੇ ਜੀ, ਇਹ ਇੱਕੋ ਹੀ ਨੇ। ਨਹੀਂ ਤੁਸੀਂ ਯੂ ਮਸਟ ਅੰਡਰਸਟੈਂਡ। ਨਹੀਂ ਮੈਂ ਤਾਂ ਅੰਡਰਸਟੈਂਡ ਕਰ ਗਿਆ, ਮੈਂ ਕਿਹਾ ਕਲੀਅਰ ਨਾ ਹੋਏ, ਕਲੀਅਰ ਕਰ ਲਈ ਆਪਾਂ। ਨਹੀਂ ਯੂ ਮਸਟ ਅੰਡਰਸਟੈਂਡ ਵਾਟ ਆਈ ਐਮ ਟ੍ਰਾਈਂਗ ਟੂ ਸੇ। ਅਕਾਲੀ ਦਲ ਇਜ਼ ਰਿਲੀਜੀਅਸ ਬੇਸਡ, ਬੀਜੇਪੀ ਇਜ਼ ਰਿਲੀਜੀਅਸ ਬੇਸਡ ਜੀ। ਕਾਂਗਰਸ ਤੇ ਆਪ ਜਿਹੜੀ ਹੈ ਇਹਨਾਂ ਦਾ ਸੈਕੂਲਰ ਤੇ ਨੈਸ਼ਨਲ ਇੱਕ ਕਰੈਕਟਰ ਹੈ ਜੀ। ਤੋ ਜੇ ਦੋਨੋਂ ਪਾਰਟੀਆਂ ਥੋੜੀ ਜਿਹੀ ਸਮਝਦਾਰੀ ਨਾਲ ਕੰਮ ਕਰਦੀਆਂ, ਇਹਨਾਂ ਦਾ ਵੀ ਸੌਰਦਾ ਤੇ ਪੰਜਾਬ ਦਾ ਵੀ ਸੌਰਦਾ। ਬਟ ਇਹਨਾਂ ਕਨਫਰੰਟੇਸ਼ਨ ਲੈ ਲਈ। ਇਹਨਾਂ ਦੀ ਕੋਸ਼ਿਸ਼ ਸੀ ਕਿ ਕਾਂਗਰਸ ਨੂੰ ਨਸਤੇ ਨਬੂਦ ਕਰ ਦਿੱਤਾ ਜਾਏ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਕੋਲ ਫਿਰ ਪੁਰਾਣੇ ਬੰਦੇ ਬੈਠੇ ਨੇ। ਜੇ ਇਸ ਕੰਮ ਨੂੰ ਆਓਗੇ ਤਾਂ ਯੂ ਮਸਟ ਅੰਡਰਸਟੈਂਡ ਕਿ ਸਾਰਾਗੜ੍ਹੀ 'ਚ ਕੀ ਹੋਇਆ ਸੀ। ਤੁਹਾਨੂੰ ਬਹੁਤ ਵੱਡਾ ਇਹਦਾ ਹੁਣ ਤੁਸੀਂ ਵੇਖਣਾ ਸ਼ੁਰੂ ਕਰ ਦਿੱਤਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਸ ਸਰਕਾਰ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਉਣਗੀਆਂ। ਤਾਂ ਮੈਂ ਆਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ। ਅਗਲਾ ਤੁਸੀਂ ਸਵਾਲ ਹੁਣ। ਬਿਲਕੁਲ ਠੀਕ ਹੈ ਬਾਜਵਾ ਸਾਹਿਬ, ਮੈਂ ਹੁਣ ਇੱਕ ਚੀਜ਼ ਜ਼ਰੂਰ ਪੁੱਛਣੀ ਹੈ। ਆਮ ਆਦਮੀ ਪਾਰਟੀ ਦੇ ਇੱਕ ਲੀਡਰ ਸਾਹਿਬਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਉਹ ਤਾਂ ਸਮਝੋ ਗਏ ਬੀਜੇਪੀ ਦੇ ਵਿੱਚ। ਆ ਇੱਕ ਅੱਧੇ ਦਿਨ ਦੀ ਸਟੇਟਮੈਂਟ ਆਈ ਹੁਣ ਦੀਪੀ ਉਹਨਾਂ ਨੇ ਕਹਿੰਦੇ ਜੀ ਉਹਨਾਂ ਨੇ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਣਾ। ਮਿਨਿਸਟਰ ਨੇ ਸੁਖਨਾ ਡੇਢ ਕੁ ਦਿਨ ਹੀ ਹੋਇਆ ਜੀ। ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਸਿਆਸਤਦਾਨਾਂ ਨੂੰ ਇਲਹਾਮ ਕਿੱਦਾਂ ਹੋ ਜਾਂਦਾ? ਤੁਸੀਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤ ਦੇ ਵਿੱਚ ਜਾਣਾ ਹੀ ਇਹਨੇ ਜੀ। ਜਾਣਾ ਹੀ ਇਹਨੇ। ਮੈਂ ਤਾਂ ਦੱਸੀ ਜਾਣਾ 100% ਦੀ। ਇਹਨਾਂ ਕੋ ਗੱਲ ਕੋਈ ਨਹੀਂ ਕਹਿਣ ਨੂੰ। ਮੈਂ ਭਾਜਪਾ ਕੋ ਜਾ ਕੇ ਕਰਨਾ ਜੀ। ਮੇਰਾ ਤਾਂ ਜਨਮ ਕਾਂਗਰਸ 'ਚ ਹੋਇਆ, ਮੇਰਾ ਤਾਂ ਅਖੀਰ ਵੀ ਕਾਂਗਰਸ 'ਚ ਹੋਣਾ। ਮੈਂ ਤਾਂ ਇਹ ਇੱਕ ਦਫਾ ਨਹੀਂ ਹਜ਼ਾਰਾਂ ਦਫਾ ਔਨ ਰਿਕਾਰਡ ਕਹਿ ਦਿੱਤਾ। ਭਗਵੰਤ ਮਾਨ ਤੇ 4 ਪਾਰਟੀਆਂ ਬਦਲ ਬੈਠਾ ਜੀ। ਹੀ ਇਜ਼ ਨਾਟ ਕਮਿਟਡ ਟੂ ਵਨ ਪਾਰਟੀ, ਹੀ ਇਜ਼ ਨਾਟ ਕਮਿਟਡ ਟੂ ਵਨ ਆਈਡੀਓਲੋਜੀ। ਇਹਦੀ ਕੋਈ ਸੋਚ ਹੈ ਨਹੀਂ। ਇਹ ਪਹਿਲੇ ਸ਼੍ਰੋਮਣੀ ਅਕਾਲੀ ਦਲ 'ਚ ਰਿਹਾ ਜੀ, ਉਸ ਤੋਂ ਬਾਅਦ ਇਹ ਲੋਕ ਭਲਾਈ ਪਾਰਟੀ ਜਿਹੜੇ ਨੇ ਰਾਮੂ ਵਾਲੇ ਸਭ ਉਹਨਾਂ ਨਾਲ ਰਿਹਾ। ਫਿਰ ਇਹ PPP ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨਾਲ ਰਿਹਾ। ਇਹ ਹੁਣ ਵੀ ਤਿਆਰੀ ਵਿੱਚ ਹੀ ਸੀ ਜੇ ਨਾ ਇਹਨੂੰ ਐਲਾਨ ਕਰਦੇ। ਤਾਂ ਕਹਿਣ ਦਾ ਮੇਰਾ ਮਕਸਦ ਹੈ ਏਕਨਾਥ ਸ਼ਿੰਦੇ ਨੇ ਬਣਨਾ ਜੇ। ਮੇਰੀ ਆ ਗੱਲ ਅੱਜ ਨੋਟ ਕਰਿਓ। ਜਿੱਦਣ ਮਹਾਰਾਸ਼ਟਰ ਦਾ ਜਹਾਜ਼ ਆ ਕੇ ਲੱਗਾ ਚੰਡੀਗੜ੍ਹ, ਅਜੇ ਲੱਗਾ ਨਹੀਂ, ਆਪਰੇਸ਼ਨ ਲੋਟਸ ਜੋ ਮਰਜ਼ੀ ਕਹਿੰਦੇ ਰਹਿਣ, ਹਵਾ ਦੇ ਵਿੱਚ ਜਾਣ ਬੁੱਝ ਕੇ ਲੋਕਾਂ ਵਿੱਚ ਇਹ ਗੱਲ ਕਰ ਰਹੇ ਨੇ। ਜਿੱਦਣ ਉਹਨਾਂ ਨੇ ਮਨ ਬਣਾ ਲਿਆ, ਉਹਨਾਂ ਆਲਰੇਡੀ ਮੈਨੂੰ ਲੱਗਦਾ ਮੋਦੀ ਸਾਹਿਬ ਨੇ ਇਹਨਾਂ ਦੇ ਮੋਢਿਆਂ 'ਤੇ ਹੱਥ ਰੱਖ ਦਿੱਤਾ। ਮੈਂ ਤੁਹਾਨੂੰ ਦੱਸਣਾ ਅੱਜ ਤੋਂ 2-2.5 ਮਹੀਨੇ ਪਹਿਲੇ ਇਹ ਮਿਲੇ ਨੇ। ਜਦੋਂ ਰਾਘਵ ਚੱਢਾ ਭਗਵੰਤ ਸਿੰਘ ਮਾਨ ਨੂੰ ਡਿਮੋਰਲਾਈਜ਼ ਕਰ ਰਿਹਾ ਸੀ, ਜਦੋਂ ਕੇਜਰੀਵਾਲ ਉੱਥੇ ਉਹਨੂੰ ਹੌਲੀ ਸੌਲੀ ਬਣਾ ਲਿਆ ਸੀ, ਜਦੋਂ DGP, ਤੁਹਾਡਾ ਚੀਫ ਸੈਕਟਰੀ, ਤੁਹਾਡਾ ਹੋਮ ਸੈਕਟਰੀ, ਤੁਹਾਡਾ AG, ਤੁਹਾਡੇ ਵੱਡੇ ਇੰਡਸਟਰੀਅਲਿਸਟ, ਤੁਹਾਡੀਆਂ ਮਾਲਦਾਰ ਸਾਮੀਆਂ, ਤੁਹਾਡੇ ਚੇਅਰਮੈਨ ਇੰਪਰੂਵਮੈਂਟ ਟਰਸਟਾਂ ਦੇ, ਤੁਹਾਡੇ ਸਾਰੇ ਮਿਨਿਸਟਰ ਜਾ ਕੇ 50 ਨੰਬਰ ਕੋਠੀ ਵਿੱਚ ਡੰਡੌਤ ਕਰਨ, ਭਗਵੰਤ ਮਾਨ ਨੂੰ ਮਿਲਣ ਕੋਈ ਨਾ ਜਾਏ, ਹਰ ਹੁਕਮ ਦਿੱਲੀ ਤੋਂ ਆਏ, ਉਹੀ ਬਦਲੀਆਂ ਕਰਨ, ਉਹੀ ਪ੍ਰਮੋਸ਼ਨਾਂ ਕਰਨ, ਉਹੀ CLU ਕਰਨ, ਉਹੀ ਪਾਲਿਸੀਆਂ ਲਿਆਉਣ, ਭਾਵੇਂ ਐਕਸਾਈਜ਼ ਦੀਆਂ ਹੋਣ, ਭਾਵੇਂ ਮਾਈਨਿੰਗ ਦੀਆਂ ਹੋਣ। ਉਦੋਂ ਫਿਰ ਭਗਵੰਤ ਮਾਨ ਦੇ ਵਿੱਚ ਵੀ ਜਿਹੜੀ ਇੱਕ ਚੀਫ ਮਿਨਿਸਟਰ ਤੇ ਬਣ ਗਿਆ, ਉਹ ਜਿਹੜੀ ਇੱਕ ਹੈ ਕਿ ਮੈਨੂੰ ਇਹਨਾਂ ਨੇ ਬਹੁਤ ਜ਼ਿਆਦਾ ਥੱਲੇ ਲਾਇਆ। ਮੈਨੂੰ ਲਾਹਣ ਦੇ ਪ੍ਰੋਗਰਾਮ 'ਚ ਨੇ ਆਉਂਦੇ 5-7 ਮਹੀਨਿਆਂ 'ਚ ਉਤਰਨ ਦਾ ਪ੍ਰੋਗਰਾਮ ਮੇਰਾ ਬਣ ਰਿਹਾ। ਮੈਨੂੰ ਲੱਗਦਾ ਉਹਨਾਂ ਨੇ ਇਹਨਾਂ ਦੇ ਮੋਢਿਆਂ 'ਤੇ ਹੱਥ ਰੱਖਦਾ। ਉਹਦਾ ਕਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਜੀ, ਕਿਉਂਕਿ ਮੈਂ ਤੁਹਾਨੂੰ ਸਾਰੀ ਗੱਲ ਐਕਸਪਲੇਨ ਕਰਾਂਗਾ ਸੋ ਦੈਟ ਲੋਕਾਂ ਨੂੰ ਵੀ ਸਮਝ ਆ ਜਾਏ। ਗੱਲ ਇਸ ਤਰ੍ਹਾਂ ਸੀ ਕਿ ਉਸ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਜੀ ਇੱਥੇ ਕੈਂਸਰ ਦਾ ਜਿਹੜਾ ਮੁੱਲਾਂਪੁਰ ਦੇ ਵਿੱਚ ਇੱਕ ਵੱਡਾ ਹਸਪੀਟਲ ਹੈ ਨਿਊਕਲੀਅਰ ਦਾ, ਟਾਟਾਸ ਦਾ ਬਣਿਆ ਹੋਇਆ, ਸਟੇਟ ਆਫ ਦੀ ਆਰਟ, ਉਹਦੀ ਇਨੈਗੋਰੇਸ਼ਨ 'ਤੇ ਆਏ। ਭਗਵੰਤ ਸਿੰਘ ਮਾਨ ਨੇ ਕਸੀਦੇ ਗਾਏ ਉੱਥੇ, ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਸਾਹਿਬ ਦੇ ਕਸੀਦੇ ਗਾਏ। ਇੱਕ ਵੀ ਪੰਜਾਬ ਦੀ ਡਿਮਾਂਡ ਪ੍ਰਾਈਮ ਮਿਨਿਸਟਰ ਸਾਹਮਣੇ ਰੱਖੀ, ਕਿਤੇ ਆਫ ਮੂਡ ਨਾ ਹੋ ਜਾਣ, ਕਿਤੇ ਵਿਗੜ ਨਾ ਜਾਣ। ਮੈਂ ਇਹੋ ਜਿਹੀ ਕੋਈ ਡਿਮਾਂਡ ਰੱਖ ਦੇਵਾਂ, ਕੋਈ SYL ਦਾ ਨਾਂ ਲੈ ਦੇਵਾਂ, ਕੋਈ ਚੰਡੀਗੜ੍ਹ ਦੀ ਕੋਈ ਗੱਲ ਕਰ ਦੇਵਾਂ, ਕੋਈ ਵਿਵਾਦਿਤ ਗੱਲ ਕਰਕੇ ਮੋਦੀ ਸਾਹਿਬ ਕਿਤੇ ਨਾਰਾਜ਼ ਨਾ ਹੋ ਜਾਣ। ਕਸੀਦੇ ਗਾਏ ਉਹਨਾਂ ਦੇ। ਮੇਰੀ ਸੁਣ ਲਓ, ਅਗਲੀ ਤੁਹਾਨੂੰ ਮੈਂ ਦੱਸਣ ਲੱਗਾ। ਮੈਂ ਤੁਹਾਨੂੰ ਸਾਰੀ ਗੱਲ ਸਮਝ ਲੈਣ ਦਿਓ ਲੋਕਾਂ ਨੂੰ, ਤੁਹਾਡੇ ਸੁਣਨ ਵਾਲਿਆਂ ਨੂੰ। ਉਸ ਤੋਂ ਬਾਅਦ ਸੈਂਟਰ ਦੀਆਂ ਏਜੰਸੀਆਂ ਐਕਸਾਈਜ਼ ਦੀ ਪਾਲਿਸੀ ਤੇ ਪੰਜਾਬ ਦੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਦੇ ਘਰ 'ਤੇ ਰੇਡ ਮਾਰਦੀ ਈਡੀ, ਹਰੂਜ਼ਮ ਉਹਦਾ ਨਾਂ ਹੈ। ਫਿਰ ਇੱਕ ਜੁਆਇੰਟ ਇੱਥੇ ਉਹਨਾਂ ਦਾ ਐਕਸਾਈਜ਼ ਦਾ ਕਮਿਸ਼ਨਰ, ਉਹਦਾ ਦੂਬੇ ਨਾਂ ਹੈ, ਉਹਦੇ ਘਰ 'ਤੇ ਰੇਡ ਵੱਜਦਾ। ਭਗਵੰਤ ਮਾਨ ਨੇ ਇੱਕ ਵਾਰ ਵੀ ਹਾਂ ਦਾ ਨਾਅਰਾ ਨਹੀਂ ਮਾਰਿਆ। ਦੂਜੇ ਪਾਸੇ ਮਮਤਾ ਬੈਨਰਜੀ ਦੇ ਸਿਮਿਲਰ ਚੀਜ਼ ਹੋਈ। ਮਮਤਾ ਬੈਨਰਜੀ ਨੇ
बंगाल पुलिस को, कलकत्ते की पुलिस को, CBI ਦੇ ਅਫਸਰਾਂ ਦੇ ਖਿਲਾਫ ਕੇਸ ਰਜਿਸਟਰ ਕਰਵਾਤਾ। ਉਹਨਾਂ ਨੂੰ ਗ੍ਰਿਫਤਾਰ ਕਰ ਸਕੀ ਨਹੀਂ ਕਰ ਸਕੀ ਵੱਖਰੀ ਗੱਲ ਸੀ, ਬਟ ਪੰਜਾਬ ਦਾ ਚੀਫ ਮਿਨਿਸਟਰ ਨੇ ਬਿਲਕੁਲ ਰੀੜ ਦੀ ਹੱਡੀ ਨੇ ਕਹੀ ਗੁੰਮ ਸੁੰਮ ਰਿਹਾ। ਕਾਰਨ ਇਹ ਸੀ, ਇਹ ਐਕਸਾਈਜ਼ ਦੀ ਪਾਲਿਸੀ ਬਣਾਈ ਸੀ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦੀਆ ਨੇ ਦਿੱਲੀ 'ਚ ਵੀ। ਇੱਥੇ ਵੀ ਕੱਟ ਐਂਡ ਪੇਸਟ ਪਾਲਿਸੀ ਸੇਮ ਹੈ। ਜਿਨ੍ਹਾਂ ਨੂੰ ਬੈਨੀਫਿਟ ਉੱਥੇ ਪਹੁੰਚਾਇਆ ਸੀ ਵੱਡੇ ਹੋਲਸੇਲਰਸ ਨੂੰ, ਉਹੀ 2 ਬੰਦਿਆਂ ਨੂੰ ਇੱਥੇ ਪਹੁੰਚਾਇਆ। ਤੁਸੀਂ ਸਮਝ ਹੀ ਗਏ ਹੋ, ਮੈਂ ਤੁਹਾਨੂੰ ਸਮਝਾਉਣਾ ਕੀ ਚਾਹੁੰਦਾ। ਉਹਨਾਂ ਕੋ ਬੈਨੀਫਿਟ ਦਿੱਲੀ ਲਏ, ਉਹਨਾਂ ਕੋਈ ਇੱਥੇ ਲਏ। ਦਿੱਲੀ ਦੇ ਬੈਨੀਫਿਟ 'ਚੋਂ ਪੰਜਾਬ ਦੇ ਵਿੱਚ ਐਸਟੈਬਲਿਸ਼ ਕੀਤਾ, ਪੰਜਾਬ ਦੇ ਲਏ ਬੈਨੀਫਿਟਾਂ ਨਾਲ ਇਹ ਆਪਣੇ ਫੁੱਟਪ੍ਰਿੰਟ ਹਿਮਾਚਲ ਤੇ ਗੁਜਰਾਤ 'ਚ ਵਧਾਉਣਾ ਚਾਹੁੰਦੇ। ਮੇਰੀ ਗੱਲ ਸੁਣ ਲਓ। ਇਹਨਾਂ ਸੋਚਿਆ ਕਿ ਇੱਥੇ ਤੇ ਹਰਪਾਲ ਸਿੰਘ ਚੀਮਾ ਐਕਸਾਈਜ਼ ਮਿਨਿਸਟਰ ਹੈ, ਪਾਲਿਸੀ ਸਿਸੋਦੀਆ ਦੀ ਹੈ, ਮੈਨੂੰ ਤੇ ਇਹਨਾਂ ਨੇ ਵਿੱਚ ਕਿਸੇ ਕੰਮ ਦੇ ਨਹੀਂ ਰੱਖਿਆ, ਮੈਂ ਹਾਂ ਦਾ ਨਾਰਾ ਕਿਉਂ ਮਾਰਾਂ ਜੀ। ਚੁੱਪ ਰਹੇ। ਫਿਰ ਚਲੇ ਗਏ ਇਹ ਜਰਮਨੀ ਦੇ ਵਿਜ਼ਿਟ ਤੇ। ਜਰਮਨੀ ਦੇ ਵਿਜ਼ਿਟ ਤੇ ਜੋ ਇਹਨਾਂ ਚੰਨ ਚੜਾਇਆ ਆਉਂਦੇ ਵਕਤ ਜਹਾਜ਼ ਦੇ ਵਿੱਚ, ਉਹ ਸਾਰਿਆਂ ਨੂੰ ਪਤਾ, ਕਿਸੇ ਨੂੰ ਓਲਾ ਨਹੀਂ। ਮੈਂ ਇੱਕ ਸਿੰਧੀਆ ਸਾਹਿਬ ਨੂੰ, ਸਿਵਲ ਐਵੀਏਸ਼ਨ ਮਿਨਿਸਟਰ ਨੂੰ ਮੇਲ ਕੀਤੀ, ਇਮੀਡੀਏਟਲੀ ਚਿੱਠੀ ਪਾਈ ਕਿ ਇਹ ਸਾਰੀ, ਕਿਉਂਕਿ ਇਹਨਾਂ ਨੇ ਪੰਜਾਬੀ ਜਗਤ ਨੂੰ, ਬਿਕੋਜ਼ ਹੀ ਦੀ ਚੀਫ ਮਿਨਿਸਟਰ ਪੰਜਾਬ ਐਂਡ ਹੀ ਇਜ਼ ਵੇਅਰਿੰਗ ਅ ਟਰਬਨ, ਇਹ ਦਸਤਾਰ ਬੰਨ੍ਹਦੇ ਨੇ। ਜੇ ਨਾਂ ਲੈ ਕੇ ਸ਼ਹੀਦ ਆਜ਼ਮ ਭਗਤ ਸਿੰਘ ਵੀ ਇਸੇ ਰੰਗ ਦੀ ਦਸਤਾਰ, ਪੀਲੇ ਰੰਗ ਦੀ ਬੰਨ੍ਹਦਾ ਸੀ, ਇਹਨਾਂ ਨੇ ਉਹ ਦਸਤਾਰ ਬੰਨ੍ਹੀ ਹੈ, ਪੰਜਾਬ ਨੂੰ ਰਿਪਰੈਜ਼ੈਂਟ ਕਰਨੇ ਨੇ। ਜੇ ਆਫਲੋਡ ਹੋਏ ਨੇ ਜਿਸ ਪੋਜੀਸ਼ਨ 'ਚ ਹੋਏ, ਤੁਸੀਂ ਸਮਝਦੇ ਹੀ ਹੋ, ਔਨ ਕੈਮਰਾ ਮੈਂ ਨਹੀਂ ਕਹਿਣਾ ਚਾਹੁੰਦਾ, ਸਾਰੀਆਂ ਸਵਾਰੀਆਂ ਆਫਲੋਡ ਕੀਤੀਆਂ ਗਈਆਂ, ਸਮਾਨ ਇਹਨਾਂ ਦਾ ਕੱਢਿਆ ਗਿਆ, ਇਹ ਨੈਸ਼ਨਲ ਸ਼ੇਮ ਹੈ। ਇਹ ਪੰਜਾਬ ਦੇ ਵਾਸਤੇ ਬਹੁਤ ਵੱਡੀ ਇੱਕ ਨਮੋਸ਼ੀ ਦੀ ਗੱਲ ਹੈ। ਤੁਸੀਂ ਕਿਰਪਾ ਕਰਕੇ ਲੁਫਥੈਂਜ਼ਾ ਦੇ ਕੋਲੋਂ ਇਹ ਰਿਪੋਰਟ ਲੈ ਕੇ ਜਨਤਕ ਕਰੋ ਕਿ ਇਹਦਾ ਕਸੂਰ ਹੈ ਕਿ ਨਹੀਂ ਕਸੂਰ। ਮੈਂ 3 ਵਾਰ ਉਹਨਾਂ ਦੇ PA ਨੂੰ ਫੋਨ ਕੀਤਾ, ਮੇਰੇ ਪਰਸਨਲ ਦੋਸਤ ਨੇ ਸਿੰਧੀਆ ਸਾਹਿਬ, ਬਟ ਸਿੰਧੀਆ ਸਾਹਿਬ ਔਨਲਾਈਨ ਆਉਣ ਤੋਂ इनकार करके, इनकार ये नहीं कि कराते हैं बात, आपका मैसेज कर दिया सर आपको वापस आएगा। होया कि उस तो बाद ਅਸੀਂ ਕਲੋਜ਼ਲੀ ਫੋਲੋ ਕਰਨੇ ਆ, ਹੁਣ ਇਹਨਾਂ ਨੂੰ ਵੀ ਸਾਨੂੰ ਫੋਲੋ ਕਰਨਾ ਪੈਂਦਾ। ਮੈਂ ਵੇਖਿਆ ਕਿ ਇਹਨਾਂ ਨੂੰ ਫੋਲੋ ਕਰੋ, BJP ਵਾਲੇ ਗੁੰਮਸੁੰਮੀ ਹੋ ਗਏ ਨੇ, ਨਹੀਂ ਤੇ BJP ਤੇ ਹਮਲਾਵਾਰ ਰੁਖ ਅਖਤਿਆਰ ਕਰਦੀ। ਇਹਨਾਂ ਦੇ ਅਕਾਲੀ ਦਲ ਚੋਂ ਇੱਕ ਇਹਨਾਂ ਦੇ ਲੀਡਰ ਨੇ ਸਭ ਮਨਜਿੰਦਰ ਸਿੰਘ ਸਰਸਾ ਸਾਹਿਬ, ਉਹ ਹੁਣ BJP 'ਚ ਗਏ ਨੇ, ਇਹਨਾਂ ਦੇ ਨੇੜੇ ਵੀ ਨੇ ਟੌਪ ਦੀ ਲੀਡਰਸ਼ਿਪ ਦੇ। ਉਹਨਾਂ ਨੇ ਪਹਿਲੇ ਤੇ ਹਮਲਾਵਾਰ ਪੂਰਾ ਰੁਖ ਅਖਤਿਆਰ ਕੀਤਾ। RPN ਸਿੰਘ ਸਪੋਕਸਮੈਨ, ਸਰਸਾ ਸਾਹਿਬ ਬਹੁਤ ਕੇਜਰੀਵਾਲ ਦਾ ਜਵਾਬ ਦੇ, ਉਹ ਮੇਰੇ ਕੋਲ ਟਵੀਟ ਇੱਥੇ ਪਿਆ। ਕੋਈ 2 ਘੰਟਿਆਂ ਬਾਅਦ ਮੈਂ ਕਿਸੇ ਦੋਸਤ ਨੂੰ ਆਪਣੇ ਨੂੰ ਕਿਹਾ ਕਿ ਥੋੜ੍ਹਾ ਜਿਹਾ ਫੋਲੋ ਕਰੀ ਯਾਰ, ਇਹ ਗੁੰਮਸੁੰਮ ਜੇ ਕਿਉਂ ਹੋ ਗਏ ਨੇ। ਜਿਹੜਾ ਸਿੰਧੀਆ ਮੈਨੂੰ ਜਵਾਬ ਨਹੀਂ ਪੂਰਾ ਦੇ ਰਿਹਾ, ਜਿਹੋ ਜਿਹਾ ਸਿੰਧੀਆ ਸਾਹਿਬ ਦਾ ਜਵਾਬ ਪ੍ਰੈਸ ਦੇ ਸਾਹਮਣੇ ਇੱਕ ਗੁੰਮਸੁੰਮ ਦਾ ਆਇਆ ਹੈ, ਤੇ ਇਹ ਕੋਈ ਹੋਰ ਕੰਮ ਤੇ ਨਹੀਂ ਚੱਲਦਾ। ਉਹਨੇ ਮੈਨੂੰ ਕਿਹਾ ਜੀ ਜਿਹੜਾ ਤੁਸੀਂ ਟਵੀਟ ਦੱਸ ਰਹੇ ਹੋ ਉਹ ਤੇ ਇਹਨਾਂ ਡਿਲੀਟ ਕਰਤਾ ਸਾਰੀ BJP। ਹਾਂਜੀ ਤੁਹਾਡੇ ਕੋਲ ਹੈਗਾ? ਮੇਰੇ ਕੋਲ ਅਜੇ ਵੀ ਹੈ, ਮੇਰੇ ਕੋਲ ਫੋਨ ਹੈ। ਇਫ ਯੂ ਵਾਂਟ ਮੈਂ ਔਨ ਕਰਾਂ ਨਹੀਂ ਕੋਈ ਗੱਲ ਨਹੀਂ, ਤੁਹਾਨੂੰ ਪੜਾ ਦੇਣਾ ਸੋ ਦੈਟ ਇਹਦਾ ਉਹਲਾ ਕੋਈ ਨਾ ਰਹਿ ਜੇ। ਆ ਵੇਖੋ 1 ਮਿੰਟ, ਇਹਦਾ ਉਹਲਾ ਕੋਈ ਨਾ ਰਹਿ ਜੇ, ਇਹਦਾ ਜਵਾਬ ਇਹਨਾਂ ਕੋ ਮੰਗਣ ਦੀ ਲੋੜ ਹੈ। ਆ ਵੇਖੋ 1 ਮਿੰਟ, ਇਹਨਾਂ ਦਾ ਇਸ ਦਾ ਮਨਜਿੰਦਰ ਸਿੰਘ ਸਰਸਾ ਦਾ ਜੀ। ਮੈਂ ਪੜ੍ਹ ਦੇਵਾਂ ਜੀ? ਪੜ੍ਹ ਦਿਓ ਜੀ। ਐਜ਼ ਪਰ ਮੀਡੀਆ ਰਿਪੋਰਟਸ, ਸੌਰੀ 1 ਮਿੰਟ, ਇੱਥੇ ਆ ਗਿਆ ਹੁਣ ਡਿਲੀਟ। ਆ ਵੇਖੋ, ਦਿਸ ਟਵੀਟ ਹੈਜ਼ ਬੀਨ ਡਿਲੀਟਡ। ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਾ ਜੀ। ਹਾਂ ਆਏ ਐਜ਼ ਪਰ ਮੀਡੀਆ ਰਿਪੋਰਟਸ ਜੀ, ਤੁਹਾਡੇ at the rate Bhagwant Mann was deplaned from Lufthansa because he was heavily drunk. Is this true? At the rate Arvind Kejriwal ? Kejriwal jawab de. What an unfortunate day for Punjab. In the name of Inqilab and Badlav ? CM Punjab has shamed every Punjabi abroad. Tribune ਦੇ at the rate Tribune ਵਾਲਿਆਂ ਨੇ ਵੀ ਲਿਖਿਆ ਸੀ। ਉਹਨਾਂ ਦਾ ਮਨਜਿੰਦਰ ਸਿੰਘ ਸਰਸਾ ਦਾ ਜੀ, ਜਿਹੜਾ ਡਿਲੀਟ ਕਰਤਾ ਵਾ ਨਾ। ਵੇਖੋ ਨਾ, ਉਹ ਜਦੋਂ ਮੈਂ ਤੁਹਾਨੂੰ ਪਾਣਾ 1 ਮਿੰਟ, ਦਿਸ ਟਵੀਟ ਹੈਜ਼ ਬੀਨ ਡਿਲੀਟਡ। ਠੀਕ ਹੈ ਜੀ, ਪਹਿਲਾਂ ਪਾਤਾ ਬਾਅਦ ਚ ਡਿਲੀਟ ਪਹਿਲੇ ਪਾਤਾ, ਫਿਰ ਦੈਟ ਮੀਨਸ ਦੇ ਵਰ ਆਸਕਡ ਬਾਈ ਸਮਬਡੀ ਇਨ ਦੀ BJP ਟੂ ਡਿਲੀਟ ਇਟ। ਮੈਂ ਕਹਿ ਕੀ ਰਿਹਾ, ਇੰਟਰਨਲ ਫਾਈਟ ਸ਼ੁਰੂ ਹੋ ਗਈ। ਕੇਜਰੀਵਾਲ, ਰਾਘਵ ਚੱਡਾ ਔਨ ਵਨ ਸਾਈਡ ਐਂਡ ਭਗਵੰਤ ਮਾਨ ਔਨ ਦੀ ਅਦਰ ਸਾਈਡ। ਹਰਪਾਲ ਸਿੰਘ ਚੀਮੇ ਨੂੰ ਬਾਅਦ 'ਚ ਨੈਸ਼ਨਲ ਸੰਮੇਲਨ ਦੇ ਵਿੱਚ ਆਪਣੇ ਨਾਲ ਲਿਆ ਕੇ ਸੱਜੇ ਹੱਥ ਬਾਣਾ ਕੇਜਰੀਵਾਲ ਸਾਹਿਬ ਦਾ, ਖੱਬੇ ਹੱਥ ਸਿਸੋਦੀਆ ਬਾਣਾ। ਤੁਸੀਂ ਸਮਝ ਨਹੀਂ ਰਹੇ ਇਹਦਾ ਮਤਲਬ ਕੀ ਹੈ ਜੀ।
ਇਹਦਾ ਬਾਹਰ ਹੋਣਾ, ਉਹਨਾਂ ਦਾ ਬਰਾਬਰ ਤੇ ਬਿਠਾਣਾ। ਸੋ ਮੈਨੂੰ ਇਹ ਲੱਗਦਾ ਕਿ ਆਉਂਦੇ ਟਾਈਮ ਵਾਸਤੇ ਬੀਜੇਪੀ ਨੇ ਜਿਸ ਤਰ੍ਹਾਂ ਏਕਨਾਥ ਸ਼ਿੰਦੇ ਤਿਆਰ ਕੀਤਾ, ਅੰਡਰ ਦੀ ਵਿੰਗਸ, ਠਾਕਰੇ ਦੇ ਵਿੰਗਸ ਦੇ ਥੱਲੋਂ ਲਾ ਲਿਆ, ਇਹਨਾਂ ਨੂੰ ਵੀ ਟਾਈਮ ਦੇਣਗੇ ਕਿ ਤੁਸੀਂ ਆਪਣਾ ਗਰੁੱਪ ਕੋਈ 20 25 30 ਬੰਦਿਆਂ ਦਾ ਤਿਆਰ ਕਰੋ। ਫਿਰ ਮਹਾਰਾਸ਼ਟਰ ਦਾ ਜਹਾਜ਼ ਘੱਲਾਂਗੇ, ਚੰਡੀਗੜ੍ਹ ਦੇ ਏਅਰਪੋਰਟ ਤੇ ਲੱਗੇਗਾ, ਫਿਰ ਤੁਹਾਨੂੰ ਤੇ ਤੁਹਾਡੀਆਂ ਸਵਾਰੀਆਂ ਬਿਠਾਵਾਂਗੇ ਤੇ ਫਿਰ ਬਾਕੀ ਦਾ ਆਪਰੇਸ਼ਨ ਲੋਟਸ ਫੇਰ ਸ਼ੁਰੂ ਹੋਏਗਾ। ਸੋ ਆ ਮੈਂ ਤੁਹਾਨੂੰ ਕਹਿਣਾ। ਬਾਜਵਾ ਸਾਹਿਬ, ਤੁਹਾਡੀ ਗੱਲ ਜਿਹੜੀ ਹੈ ਜਿੱਦਾਂ ਤੁਸੀਂ ਸਮਝਾਉਣੀ ਚਾਹੁੰਦੇ ਹੋ ਉਹ ਸਾਹਮਣੇ ਆ ਗਈ, ਸਮਝ ਆ ਗਈ। ਸਿੰਧੀਆ ਸਾਹਿਬ ਨੇ ਇਨਕੁਆਇਰੀ ਮਾਰਕ ਕਰਤੀ, ਉਹਦੀ ਰਿਪੋਰਟ ਆ ਜੂਗੀ, ਕਲੀਅਰ ਹੋ ਜੂ। ਪਰ ਇੱਕ ਗੱਲ ਬੜੀ ਹੈ ਕਿ ਇੰਨੀਆਂ ਜ਼ਿਆਦਾ ਸਵਾਰੀਆਂ ਹੁੰਦੀਆਂ, ਅੱਜ ਕੱਲ੍ਹ ਤਾਂ ਹਰ ਇੱਕ ਦੀ ਜੇਬ ਦੇ ਵਿੱਚ ਫੋਨ ਹੈ, ਕੋਈ ਨਾ ਕੋਈ ਵੀਡੀਓ ਆ ਜਾਣੀ ਚਾਹੀਦੀ ਸੀ। ਚੀਫ ਮਿਨਿਸਟਰ ਦੇ ਖਿਲਾਫ ਵੀਡੀਓ ਦਵਾ ਕੇ ਕਿਸੇ ਨੇ ਪਾਸੇ ਪੜਾਣੇ ਨੇ ਆਪਣੇ ਜੀ। ਆ ਇੱਕ ਛੋਟੀ ਜੀ ਇੱਕ ਆ ਤੁਹਾਡੇ ਇਹਨੂੰ ਸੁਖਪਾਲ ਖਹਿਰੇ ਨੇ ਤੇ ਅਮਰਿੰਦਰ ਸਿੰਘ ਰਾਜੇ ਵੜਿੰਗ ਨੇ ਕਿਸੇ ਦਾ ਸ਼ੇਅਰ ਕਰ ਲਿਆ, ਟਵਿੱਟਰ ਜਿਹੜਾ ਉਹਨੂੰ ਸ਼ੇਅਰ ਕੀਤਾ ਤੇ ਉਹਨਾਂ ਦੋਨਾਂ ਤੇ ਸਾਈਬਰ ਕ੍ਰਾਈਮ 'ਚੋਂ ਪਰਚਾ ਦਵਾਤਾ। ਸਾਡੇ ਪਾਰਟੀ ਦੇ ਪ੍ਰਧਾਨ ਤੇ ਸੁਖਪਾਲ ਸਿੰਘ ਖਹਿਰੇ ਐਮਐਲਏ ਤੇ ਪਰਚਾ ਦਵਾਤਾ। ਕੋਈ ਗਰੀਬ ਆਦਮੀ ਨੇ ਪਾਸੇ ਪੜਾਣੇ ਨੇ ਪੁਲਿਸ ਕੋਲੋਂ ਜੀ। ਠੀਕ ਹੈ ਜੀ। ਅੱਜ ਭਗਵੰਤ ਸਿੰਘ ਆ ਜਾਏਗਾ, ਇਹ ਵੀ ਤੁਹਾਨੂੰ ਮੈਂ ਦੱਸਾਂ, ਕੋਈ 2 4 5 ਦਿਨਾਂ ਤੋਂ ਵੱਧ ਨਹੀਂ ਲੱਗਣੇ। ਲੋਕਾਂ ਨੇ ਹੌਲੀ ਹੌਲੀ ਦੱਸਣਾ ਸ਼ੁਰੂ ਕਰਤਾ। ਅਸੀਂ ਵੀ ਪਤਾ ਕਰ ਰਹੇ ਹਾਂ, ਸਾਡੇ ਵੀ ਦੋਸਤ ਹੈ ਨੇ, ਲੱਭ ਲਾਂਗੇ। ਇਹ ਕੋਈ ਬਹੁਤੇ ਦਿਨ ਨਹੀਂ ਲੱਗਣੇ, ਇਹ ਤੁਹਾਨੂੰ ਪ੍ਰੂਵ ਕਰ ਦਾਂਗੇ। ਨਾਲੇ ਕੋਈ ਨਵੀਂ ਗੱਲ ਥੋੜਾ, ਭਗਵੰਤ ਸਿੰਘ ਮਾਨ ਵਾਸਤੇ ਕੋਈ ਨਵੀਂ ਗੱਲ। 2019 'ਚ ਇੱਕ ਆਪਣੀ ਸਟੇਟ ਲੈਵਲ ਦੇ ਫੰਕਸ਼ਨ ਤੇ ਕੇਜਰੀਵਾਲ ਸਾਹਿਬ ਦੀ ਹਾਜ਼ਰੀ 'ਚ ਤੇ ਆਪਣੇ ਮਦਰ ਦੀ ਹਾਜ਼ਰੀ 'ਚ ਇਹਨਾਂ ਉੱਤੇ ਸਹੁੰ ਖਾਧੀ ਸੀ ਕਿ ਅੱਜ ਤੋਂ ਬਾਅਦ ਜਿਹੜਾ ਇਹਨਾਂ ਤੇ ਇਲਜ਼ਾਮ ਜਰਮਨੀ 'ਚ ਲੱਗਾ, ਮੈਂ ਉਹ ਕੰਮ ਬੰਦ ਕਰ ਦੂੰਗਾ। ਇਹ ਫਿਰ ਇੱਕ ਵਾਰ ਥੋੜਾ ਹੋਇਆ। ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਕੁਲੀਗ ਹਰਿੰਦਰ ਸਿੰਘ ਖਾਲਸਾ, ਸੁਮਿਤਰਾ ਮਹਾਜਨ ਸਪੀਕਰ ਨੂੰ ਇਹ ਗੱਲ ਕਹੀ ਕਿ ਜਾਂ ਤੇ ਇਹਦੀ ਸੀਟ ਬਦਲ ਦਿਓ ਜਾਂ ਮੇਰੀ ਬਦਲ ਦਿਓ। ਇਹਨਾਂ ਦੀ ਖੁਸ਼ਬੂ ਇੰਨੀ ਅੱਛੀ ਆ ਰਹੀ ਹੈ ਕਿ ਮੈਂ ਬਹਿ ਨਹੀਂ ਸਕਦਾ ਇਹਨਾਂ ਦੀ ਨਾਲ ਦੀ ਸੀਟ। ਬਾਜਵਾ ਸਾਹਿਬ, ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇ, ਕਾਰਨ ਕੀ ਰਿਹਾ? 5 ਸਾਲ ਤੁਹਾਡੀ ਪਾਰਟੀ ਦੀ ਸਰਕਾਰ ਸੀ। ਜੇ ਇੰਨਾ ਹੀ ਕੰਮ ਗਲਤ ਹੋ ਰਿਹਾ ਸੀ ਤਾਂ ਭਗਵੰਤ ਮਾਨ ਸਾਹਿਬ ਦਾ ਚਿਹਰਾ ਅੱਗੇ ਕਰਕੇ 92 ਸੀਟਾਂ ਪੰਜਾਬ ਦੇ ਲੋਕਾਂ ਨੇ ਕਿਵੇਂ ਦਿੱਤੀਆਂ? ਉਹ ਤਾਂ ਤੁਸੀਂ ਗੱਲ ਨਹੀਂ ਸਮਝਦੇ। ਟ੍ਰੈਡੀਸ਼ਨਲ ਪਾਰਟੀਆਂ ਤੋਂ ਲੋਕ ਮੁਨਜ਼ਰ ਹੋ ਗਏ ਜੀ। ਅੱਛਾ, ਇਹ ਮੰਨਦੇ ਹੋ ਕਿ ਜਾਨੀ 100% ਦੇ ਹੈਵ ਫੇਲਡ, ਦੋਜ਼ ਪਾਰਟੀਜ਼ ਫੇਲਡ। ਇਹ ਵੇਖੋ, ਇੱਕ ਭਗਵੰਤ ਮਾਨ ਦੇ ਚਿਹਰੇ ਨੂੰ ਕੋਈ ਵੋਟ ਨਹੀਂ ਪਈ। ਇਹ ਐਕਚੁਅਲ ਵੋਟ ਨਿਰੀ ਝਾੜੂ ਨੂੰ ਪਈ ਹੈ, ਬਦਲਾਵ ਨੂੰ ਪਈ ਹੈ। ਲੋਕ ਕਹਿੰਦੇ ਯਾਰ ਭਾਵੇਂ ਖੂਹ ਸੁੱਟ ਦਿਓ। ਅਸੀਂ ਆਪ ਕਹਿੰਦੇ ਰਹੇ ਕੀ ਕਰਨ ਲੱਗੇ? ਉਹ ਕਹਿੰਦੇ ਜੀ ਭਾਵੇਂ ਐਤਕੀ ਭਾਵੇਂ ਤੁਹਾਡੀ ਪਾਰਟੀ ਨੇ ਵੀ ਸਾਨੂੰ ਫੇਲ ਕੀਤਾ ਤੇ ਪਹਿਲੀਆਂ ਨੇ ਵੀ ਫੇਲ ਕੀਤਾ, ਸਾਡੀ ਐਕਸਪੈਕਟੇਸ਼ਨਸ ਤੇ ਉਤਰੇ ਨਹੀਂ। ਜੋ ਇਹ ਕੈਪਟਨ ਅਮਰਿੰਦਰ ਸਿੰਘ ਨੇ ਚਾਨੇ ਚਾੜੇ ਨੇ, ਉਹ ਤਾਂ ਰੋਜ਼ ਮੈਂ ਉਹਦੇ ਖਿਲਾਫ ਚਿੱਠੀਆਂ ਪਾ ਕੇ ਉਹਦੇ ਜਿਹੜਾ ਕਿਲ੍ਹਾ ਹੈ ਉਹਦੇ ਆਲੇ ਦੁਆਲੇ ਦੀਆਂ ਦੀਵਾਰਾਂ ਭੰਨੀਆਂ ਹੀ ਮੈਂ ਨੇ ਮਾਰ ਕੇ ਬੰਬ ਉਹਨੂੰ ਜੀ। ਤੇ ਉਹ ਮੈਨੂੰ ਕਹਿਣ ਲੱਗੇ ਕਿ ਜੋ ਇਹਨੇ ਚੰਨ ਚਾੜਿਆ, ਅਸੀਂ ਤੇ ਹੁਣ ਭਾਵੇਂ ਖੂਹ 'ਚ ਵੋਟ ਸੁੱਟ ਦਈਏ ਇੱਕ ਵਾਰ, ਚਲੋ ਉਹ ਜਾਇਆ ਕਰੋ 5 ਸਾਲ ਇਹ ਵੀ ਵੇਖ ਲੈਂਦੇ ਇਹਨਾਂ ਦਾ ਸਵਾਦ ਵੀ। ਸੋ ਦੈਟ ਇਜ਼ ਹਾਊ ਦੇ ਵੋਟਡ। ਇਟ ਇਜ਼ ਅ ਨੈਗੇਟਿਵ ਵੋਟ, ਦੇ ਡਿਡ ਨਾਟ ਕਮ ਔਨ ਅ ਪੋਜ਼ਿਟਿਵ ਵੋਟ। ਫਿਰ ਇਹਨਾਂ ਲਾਸਟ ਮੂਮੈਂਟ ਇੱਕ ਜੂਆ ਖੇਡਿਆ ਇਹਨਾਂ ਨੇ। ਅਰਵਿੰਦ ਕੇਜਰੀਵਾਲ, ਮੈਂ ਤੁਹਾਨੂੰ ਦੱਸ ਰਿਹਾ ਕਿ ਹੀ ਇਜ਼ ਵੈਰੀ ਵੈਰੀ ਸ਼ਰੂਡ, ਬਹੁਤ ਹੁਸ਼ਿਆਰ ਤੇਜ਼ ਤਰਾਰ ਆਦਮੀ ਹੈ। ਉਹਨੇ ਜੂਆ ਛੁੱਟੇਗਾ। 50% ਪੋਪੂਲੇਸ਼ਨ ਔਰਤਾਂ ਨੇ। ਔਰਤਾਂ ਨੂੰ ਲਾਸਟ ਮੂਮੈਂਟ ਕਹਿਤਾ 1,000 ਰੁਪਈਆ 18 ਸਾਲ ਤੋਂ ਲੈ ਕੇ, ਭਾਵੇਂ ਬਜ਼ੁਰਗ ਹੋਏ ਮਾਤਾ ਹੋਏ, ਮੈਂ ਦੇਵਾਂਗਾ 1000 ਰੁਪਈਆ ਮਹੀਨੇ ਦਾ। ਉਹ ਨਾ ਹੀ ਕਦੀ ਨਹੀਂ ਲਿਆ ਜੀ। ਉਹਨਾਂ ਔਰਤ ਸਾਰਾ ਟਿਲਟ ਕੀਤਾ, ਸਾਰਾ ਵੋਟ ਜਿਹੜਾ ਔਰਤਾਂ ਦੀ ਵੋਟ ਨੇ। ਤੇ ਨੌਜਵਾਨ ਪੰਜਾਬ ਦੇ ਬੇਰੁਜ਼ਗਾਰੀ, ਹਰ ਪਰਿਵਾਰ ਦਾ ਜੀ ਸਾਨੂੰ ਤੇ ਸਾਡਾ ਮਨ ਐਕਚੁਅਲੀ ਇੰਨਾ ਦੁਖੀ ਹੁੰਦਾ। ਪਿੰਡਾਂ ਜਿੰਨੇ ਸਾਡੇ ਟੌਪ ਦੇ ਚੰਗੇ ਪਰਿਵਾਰ ਸੀ, ਪੜ੍ਹੇ ਲਿਖੇ ਮੁੰਡੇ, ਸਾਰੇ ਦੇ ਸਾਰੇ ਬਾਹਰ ਚਲੇ ਗਏ, ਸਾਰੇ ਦੇ ਸਾਰੇ ਬਾਹਰ ਚਲੇ ਗਏ। ਸਮਝੋ ਪੰਜਾਬ ਦੀ ਜਿਹੜੀ ਅਸਲ ਪਨੀਰੀ ਹੈ, ਜਿਸ ਪਨੀਰੀ ਦੇ ਸਿਰ ਤੇ ਚੰਗੀ ਫਸਲ ਹੁੰਦੀ ਹੈ, ਤੁਸੀਂ ਤੇ ਆਪ ਕਿਸਾਨ ਹੋ ਜੀ, ਕਣਕ ਦਾ ਬੈਸਟ ਬੀਜ ਲਿਆਈਦਾ ਸੋ ਦੈਟ ਝਾੜ ਚੰਗਾ ਹੋਏ। ਝੋਨੇ ਦਾ ਬੈਸਟ ਬੀਜ ਲੱਭ ਕੇ ਲਿਆਈਦਾ ਕਿ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਚੱਲੋ, ਉਹਦੀ ਪਨੀਰੀ ਬੀਜਾਂਗੇ ਤੇ ਉਹ ਪਨੀਰੀ ਨੂੰ ਫਿਰ ਅਸੀਂ ਕਮਾਦ ਦਾ ਬੈਸਟ ਪਨੀਰੀ ਜਿਹੜੀ ਹੈ ਯੂਨੀਵਰਸਿਟੀਆਂ ਤੋਂ ਦਿੱਲੀ ਤੱਕ ਦੀ GB, ਉਹ ਜਿਹੜੇ ਪੰਥ ਯੂਨੀਵਰਸਿਟੀਆਂ ਤੱਕ ਬੈਸਟ ਬੀਜ ਲਿਆਣਾ ਕਪਾਹ ਦਾ, ਨਰਮੇ ਦਾ। ਸੋ ਦੈਟ ਇਜ਼ ਹਾਊ ਇਟ ਇਜ਼। ਸਾਡਾ ਬੈਸਟ ਬੀਜ ਚਲਾ ਗਿਆ ਬਾਹਰ ਜੀ। ਸਾਡੇ ਕੋਲ ਜੋ ਕੁਝ ਰਹਿ ਗਿਆ, ਇਹ ਮੈਨੂੰ ਅਨਫੋਰਚੂਨੇਟਲੀ ਇਹ ਨਜ਼ਰ ਆ ਰਿਹਾ ਬਾੜ ਸਾਹਿਬ ਕਿ ਆਉਂਦੇ ਟਾਈਮ 'ਚ ਪੰਜਾਬੀ ਐਂਡ ਸਿੱਖਸ ਇਨ ਜਸਟ 10 to 15 years would be a minority in ਪੰਜਾਬ। ਲੱਗਦਾ ਨਹੀਂ, ਹੋ ਰਿਹਾ 10 ਤੋਂ 15। ਕੋਈ ਇਹ ਜਿਸ ਤਰ੍ਹਾਂ ਸਾਡਾ ਪਾਣੀ ਮੁੱਕ ਚੱਲਿਆ 15 ਸਾਲਾਂ, ਉਦੋਂ ਤੱਕ ਪੰਜਾਬੀ ਪੰਜਾਬ 'ਚੋਂ ਮੁੱਕ ਜਾਣੇ ਨੇ। ਬਾਜਵਾ ਸਾਹਿਬ, ਤੁਹਾਡਾ ਇਹ ਵਿਸ਼ਾ ਜਿਹੜਾ
ਚਿੰਤਾ ਦਾ ਨਾ ਉਹ ਬੜਾ ਗੰਭੀਰ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮੈਂ ਤਿੰਨ ਚਾਰ ਚੀਜ਼ਾਂ ਜਿਹੜੀਆਂ ਹੁਣ ਤੱਕ ਮਹਿਸੂਸ ਕੀਤੀਆਂ, ਇੱਕ ਤਾਂ ਇਹ ਕਿ ਭਾਈ ਦਿੱਲੀ ਵਾਲੇ ਉਹਨਾਂ ਨੂੰ ਚੱਲਣ ਨਹੀਂ ਦਿੰਦੇ, ਤਾਕਤ ਨਹੀਂ ਦਿੰਦੇ। ਦੂਸਰੀ ਗੱਲ ਇਹ ਕਿ ਮੈਂ ਰਾਜ ਸਭਾ ਦੇ ਮੈਂਬਰ ਆਪ ਜੋੜ ਦਿੰਦਾ ਨਾਲ, ਤੁਸੀਂ ਚੇਅਰਮੈਨਾਂ ਦੀ ਗੱਲ ਜਿਹੜੀ ਉਹ ਕਰ ਲਈ। ਇਹਦੇ ਤੋਂ ਇਲਾਵਾ ਤੁਸੀਂ ਜਰਮਨੀ ਵਾਲੇ ਕਾਂਡ ਦੀ ਗੱਲ ਕਰ ਲਈ ਜਿਹੜੀ ਅਜੇ ਜਾਂਚ ਦੇ ਵਿੱਚ ਹੈ। ਸਾਰੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਉਹ ਮੰਨੀਆਂ। ਦੂਸਰੇ ਪਾਸੇ ਅਸੀਂ ਬਹੁਤ ਲੰਬੇ ਸਮੇਂ ਤੋਂ ਸਾਰੇ ਜਣੇ, ਤੁਸੀਂ ਵੀ, ਉਹ ਵੀ, ਮਾਹਿਰ ਵੀ ਰੌਲਾ ਪਾਉਂਦੇ ਆ ਕਿ ਝੋਨੇ ਤੇ ਕਣਕ ਤੋਂ ਬਿਨਾਂ ਕਿਸੇ ਤੀਸਰੀ ਚੌਥੀ ਫਸਲ ਵੱਲ ਵਧੀਏ। ਮੂੰਗੀ ਪੂਰੇ ਮੁੱਲ ਤੇ ਖਰੀਦੀ ਕਿ ਨਹੀਂ ਖਰੀਦੀ, ਪਰ ਐਂ ਲੱਗਦਾ ਸੀ ਕਿ ਇੱਕ ਇਨੀਸ਼ੀਏਟਿਵ ਲਿਆ। ਖੇਡ ਮੰਤਰੀ ਹੋਰਾਂ ਨੇ ਮਹੀਨੇ ਦਾ ਇੱਕ ਪ੍ਰੋਗਰਾਮ ਦਿੱਤਾ ਕਿ ਭਾਈ ਆਪਾਂ ਵੱਡੀ ਪੱਧਰ ਦੇ ਉੱਤੇ ਖਿਡਾਰੀਆਂ ਨੂੰ ਸ਼ਾਮਲ ਕਰਨਾ, ਉਸ ਤੋਂ ਬਾਅਦ ਟ੍ਰੇਨਡ ਕਰਾਂਗੇ। ਉਹ ਪ੍ਰੋਗਰਾਮ ਇਸ ਵੇਲੇ ਚੱਲ ਰਿਹਾ। ਮੈਨੂੰ ਨਹੀਂ ਪਤਾ ਕਿ ਉਹ ਸਿਰੇ ਲੱਗੇ ਕਿ ਨਾ ਲੱਗੇ। ਮੈਂ ਜਦ 2-3 ਫਿਰ ਇੱਕ ਪੈਨਸ਼ਨ ਦੀ ਗੱਲ ਜੇ ਕਰ ਲਈਏ, ਜਾਣੀ ਕਈ ਮੁੱਦੇ ਨੇ ਇੱਦਾਂ ਦੇ ਆ। ਜ਼ਮੀਨਾਂ ਤੋਂ ਕਬਜ਼ੇ ਛਡਾਉਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ, ਕੀ ਇਹ ਸਾਰੇ ਮੁੱਦਿਆਂ ਦੇ ਵਿੱਚੋਂ ਕਿਸੇ ਇੱਕ ਅੱਧ ਮੁੱਦੇ ਦੇ ਨਾਲ ਤੁਸੀਂ ਸਰਕਾਰ ਦੀ ਨੀਤੀ ਦੇ ਨਾਲ ਸਹਿਮਤ ਹੀ ਹੋ ਕਿ ਇਹ ਸਾਰਾ ਕੁਝ ਵੀ ਸਿਆਸੀ ਤੌਰ ਦੇ ਉੱਤੇ ਕੰਮ ਹੋ ਰਿਹਾ? ਨਹੀਂ, ਵੇਖੋ ਮੈਂ ਜਿੱਥੇ ਚੰਗਾ ਕਦਮ ਉਠਾਇਆ, ਜਿਸ ਤਰ੍ਹਾਂ ਡਾਇਰੈਕਟ ਝੋਨਾ ਲਾਉਣ ਦਾ ਜੀ, ਅੱਛਾ ਕਦਮ। ਮੂੰਗੀ ਡਾਇਰੈਕਟ ਖਰੀਦਣ ਦਾ ਬਹੁਤ ਅੱਛਾ ਕਦਮ ਹੈ। ਜ਼ਮੀਨਾਂ ਪੰਚਾਇਤ ਦੀਆਂ ਜਿਨ੍ਹਾਂ ਲੋਕਾਂ ਦੇ ਕਬਜ਼ੇ ਸੀ ਛਡਾਣੀਆਂ, ਬਹੁਤ ਅੱਛਾ ਇਨੀਸ਼ੀਏਟਿਵ ਹੈ। ਦੇयर इज ਨਥਿੰਗ ਰੋਂਗ ਇਨ ਉਸ ਇਨੀਸ਼ੀਏਟਿਵ ਨੇ। ਬਟ ਮੈਂ ਸਮਝਦਾ ਕਿ ਜੇ ਗਵਰਨਮੈਂਟ ਨੇ ਗਾਰੰਟੀ ਚੁੱਕੀ ਹੈ ਜੀ, ਤੁਸੀਂ ਇਹ ਗੱਲ ਕਹੀ ਕਿ ਅਸੀਂ ਖਰੀਦਾਂਗੇ ਮੂੰਗੀ ਜਿਹੜੀ, ਬਟ ਪਰਚੇਜ਼ ਅਲਟੀਮੇਟਲੀ ਗਵਰਨਮੈਂਟ ਨੇ ਨਹੀਂ 15% ਕੀਤੀ, 85% ਖਰੀਦ ਪ੍ਰਾਈਵੇਟ ਵੀ ਪੂਰਾ ਰੇਟ ਦੇ ਦਿਓ। ਜਿਹੜਾ MSP ਦਾ ਮਿਨੀਮਮ ਸਪੋਰਟ ਪ੍ਰਾਈਸ ਦਾ ਰੇਟ ਉਹ ਮਿਲ ਜਾਏ ਤਾਂ ਕੋਈ ਗਵਰਨਮੈਂਟ ਭਾਵੇਂ ਇੱਕ ਬੋਰੀ ਵੀ ਨਾ ਖਰੀਦੇ। ਮਕਸਦ ਹੋ ਗਿਆ ਕਿ ਕਿਸਾਨ ਦਾ ਇੰਟਰਸਟ ਪ੍ਰੋਟੈਕਟ ਹੋ ਗਿਆ। ਉਹ ਨਹੀਂ ਹੋਇਆ। ਅਜੇ ਉਹਦਾ ਜਿਹੜਾ ਵਿਚਲਾ ਰੇਟ ਹੈ, ਡਿਫਰੈਂਸ ਜਿਹੜਾ ਹੈ, ਜਿੰਨਾ ਉਹ ਸਸਤਾ ਵਿਕਿਆ MSP ਤੇ, ਉਹ ਗਵਰਨਮੈਂਟ ਨਹੀਂ ਦੇ ਸਕੀ। ਫਿਰ ਡਾਇਰੈਕਟ ਜਿੱਥੇ ਝੋਨਾ ਬੀਜਿਆ ਗਿਆ 1500 ਰੁਪਇਆ ਕਿੱਲਾ ਦੇਣਾ ਸੀ, ਉਹ ਲੋਕਾਂ ਨੂੰ ਨਹੀਂ ਪਹੁੰਚ ਸਕਿਆ। ਸੋ ਇਹ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ 99% ਜ਼ਮੀਨਾਂ ਵਾਪਸ ਲੋਕਾਂ ਨੇ ਕਬਜ਼ੇ 'ਚ ਕਰ ਲਈ। ਜਿੰਨੀ ਇਹਨਾਂ ਨੇ ਜ਼ਮੀਨਾਂ ਛਡਾਈਆਂ ਨੇ ਉਹ ਸਾਰਿਆਂ ਨੇ, ਜਿਹਦੇ ਕਿਸੇ ਕੋ ਪੰਚਾਇਤ ਕੋ ਸੀ ਜਾਂ ਪੰਚਾਇਤ ਕਿਸੇ ਬੰਦਿਆਂ ਕੋ ਸੀ, ਦੇ ਹੈਵ ਆਲ ਟੇਕਨ ਬੈਕ। ਕਿਤੇ ਕੋਰਟਸ ਇੰਟਰਵੀਨ ਕਰਕੇ, ਕਿਤੇ ਕੋਈ ਸਮਝੋ ਕੋਈ ਟੈਂਜੀਬਲ ਰਿਜ਼ਲਟ ਨਹੀਂ ਆ ਸਕਿਆ ਐਕਸੈਪਟ ਫॉर ਵਨ। ਬਿਜਲੀ ਦੇ ਮਹਿਕਮੇ ਦੇ ਵਿੱਚ ਜਿੱਥੇ ਅਸੀਂ 200 ਯੂਨਿਟ ਆਮ ਦਲਿਤ ਵੀਰਾਂ ਨੂੰ ਜਾਂ ਪਛੜੀਆਂ ਸ਼੍ਰੇਣੀਆਂ ਨੂੰ ਜਾਂ ਫਰੀडम ਫਾਈਟਰਸ ਨੂੰ ਜਾਂ ਚੰਦ ਹੋਰ ਕੈਟੇਗਰੀਜ਼ ਨੂੰ ਛੱਡਦੇ ਸੀ, ਉਹ 100 ਯੂਨਿਟ ਐਡੀਸ਼ਨ ਆਇਆ। ਇਹ ਇਕੱਲੀ ਇੱਕ ਚੀਜ਼ ਇਹ ਕਰ ਪਾਏ ਨੇ, ਜਿਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਠੀਕ ਦੇ ਹੈਵ ਡਨ ਰੀਜ਼ਨਬਲੀ ਗੁੱਡ ਰੋਲ। ਬਟ ਮੈਂ ਜੋ ਸਮਝਣਾ ਆਪੋਜੀਸ਼ਨ ਨੂੰ ਨਾਲ ਲੈਣਾ, ਮਾਹੌਲ ਪੈਦਾ ਕਰਨਾ, ਸਾਰਿਆਂ ਨਾਲੋਂ ਵੱਡੀ ਗੱਲ ਹੈ ਬਾੜ ਸਾਹਿਬ, ਸਾਰੀਆਂ ਪਾਰਟੀਆਂ ਨੂੰ ਇੱਜ਼ਤ ਮਾਨ ਨਾਲ ਲਓਗੇ ਤੇ ਸਾਰੇ ਇਕੱਠੇ ਹੋ ਕੇ ਤੁਹਾਡੇ ਵਾਸਤੇ ਕੰਮ ਕਰਨਗੇ ਜੀ। ਇੱਕ ਟਰੈਕ ਤੇ ਹੋਣ ਜੀ। ਉਹ ਤਾਂ ਹੋਏਗਾ ਜੇ ਇੱਜ਼ਤ ਮਾਨ ਦਓਗੇ। ਜੇ ਤੁਸੀਂ ਕਿਸੇ ਦੇ ਪਿਤਾ ਨੂੰ ਇੱਜ਼ਤ ਦਓਗੇ ਤਾਂ ਉਹ ਤੁਹਾਡੇ ਪਿਤਾ ਨੂੰ ਦੇਗਾ। ਤੁਸੀਂ ਕਿਸੇ ਦੇ ਗੋਡਿਆਂ ਨੂੰ ਹੱਥ ਲਾਓਗੇ ਬਾਪ ਦੇ ਨੂੰ, ਉਹ ਤੁਹਾਡੇ ਪਿਤਾ ਨੂੰ ਲਾਏਗਾ। ਜੇ ਤੁਸੀਂ ਕਿਸੇ ਦੇ ਬਾਪ ਦੇ ਕੁੜਤੇ ਨੂੰ ਕਾਲਰ ਤੋਂ ਫੜੋਗੇ ਤਾਂ ਤੁਹਾਡੇ ਬਾਪ ਦੇ ਕਾਲਰ ਨੂੰ ਫੜਨ ਦੀ ਕੋਸ਼ਿਸ਼ ਕਰੇਗਾ। ਸੋ ਮੈਂ ਇਹਨਾਂ ਨੂੰ ਇਹੀ, ਹੁਣ ਵੀ 6 ਮਹੀਨੇ ਗੁਜ਼ਰੇ ਨੇ, ਇਹ ਕਹਿਣਾ ਚਾਹਾਂਗਾ ਕਨਫਰੰਟੇਸ਼ਨ ਸੈਂਟਰ ਨਾਲ, ਕਨਫਰੰਟੇਸ਼ਨ ਸੂਬੇ ਦੀਆਂ ਜਮਾਤਾਂ ਨਾਲ ਘੱਟ ਕਰੋ ਜੀ। ਬਾਜਵਾ ਸਾਹਿਬ, ਇੱਕ ਮੈਨੂੰ ਥੋੜ੍ਹੀ ਜਿਹੀ ਗੱਲ ਸਮਝਾਇਓ। ਵਿਰੋਧੀ ਧਿਰ, ਤੁਸੀਂ ਕਿਹਾ ਕਿ ਵਿਰੋਧੀ ਧਿਰ ਨੂੰ ਸਤਿਕਾਰ ਦੇਣ, ਨਾਲ ਤੁਰੂਗੀ ਚੰਗੇ ਕੰਮ ਕਰਨਾ। ਹਾਂਜੀ। ਵਿਰੋਧੀ ਧਿਰ ਅਸੀਂ ਪਿਛਲੇ ਦਿਨ ਲੁਧਿਆਣੇ ਬੈਠੀ ਦੇਖੀ, ਰਾਤ ਨੂੰ ਵੀ ਦਿਨੇ ਵੀ। ਹੁਣ ਜਾਂਚ, ਤੁਸੀਂ ਵੀ ਜਾਂਚ ਮੰਗੀ ਸਿੰਧੀਆ ਸਾਹਿਬ ਤੋਂ ਕਿ ਭਾਈ ਕੋਈ ਕਾਂਡ ਹੋਇਆ ਉਹਦੀ ਜਾਂਚ ਕਰ ਲਓ। ਇੱਧਰਲੇ ਪਾਸੇ ਵੀ ਤਾਂ ਉਹਨਾਂ ਨੇ ਜਾਂਚ ਹੀ ਕਰਨੀ ਸੀ। ਤੁਹਾਡੀ ਪਾਰਟੀ ਦੇ ਇੱਕ ਲੀਡਰ ਸਾਹਿਬ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਸੀ। ਪੰਜਾਬ ਦੇ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ ਮੁੱਦਿਆਂ ਦੇ ਉੱਤੇ ਪਾਰਟੀ ਦਿਨ ਰਾਤ ਕੰਮ ਕਰ ਸਕਦੀ ਸੀ, ਚਾਹੇ ਬੱਚਿਆਂ ਦੇ ਵਜ਼ੀਫੇ ਦਾ ਮੁੱਦਾ ਹੈ, ਚਾਹੇ ਖੇਡਾਂ ਦਾ ਮੁੱਦਾ ਹੈ, ਚਾਹੇ ਕੈਂਸਰ ਦਾ ਮੁੱਦਾ ਹੈ, ਗੈਂਗਸਟਰਾਂ ਦਾ ਮੁੱਦਾ। ਪਰ ਉਹਦੀ ਜਗ੍ਹਾ ਦੇ ਉੱਤੇ ਇੱਕ ਬੰਦੇ ਦੇ ਪਿੱਛੇ ਹੀ ਜਾਣੀ ਕੁਰਸੀਆਂ ਲਾ ਕੇ ਬਹਿ ਗਏ। ਕਿਤੇ ਨਾ ਕਿਤੇ ਲੱਗਿਆ ਕਿ ਭਾਈ ਅਜੀਬ ਹੈ। ਨਹੀਂ, ਚਲੋ ਉਹ ਮੈਂ ਗੱਲ ਸਮਝਣਾ ਕਿ ਚਲੋ ਪਾਰਟੀਆਂ ਕਿਸੇ ਬੰਦੇ ਦੇ ਪਿੱਛੇ ਗਈਆਂ, ਪਾਰਟੀਆਂ ਨੂੰ ਆਪਣੇ ਬੰਦਿਆਂ ਦੇ ਪਿੱਛੇ ਜਾਣਾ ਵੀ ਪੈਂਦਾ। ਠੀਕ ਹੈ, ਤੁਸੀਂ ਸਮਝਦੇ ਹੋ ਨਾ, ਇਹ ਕੋਈ ਪਹਿਲੀ ਗੱਲ ਨਹੀਂ ਹੋਈ। ਮੈਂ ਇਹਨਾਂ ਨੂੰ ਪੁੱਛਣਾ, ਇਹ ਸਤਿੰਦਰ ਜੈਨ ਪਿੱਛੇ ਗਏ ਨੇ ਕਿ ਨਹੀਂ ਜੀ? ਰੋਜ਼ ਕੇਜਰੀਵਾਲ ਸਾਹਿਬ ਕਸੀਦੇ ਪੜ੍ਹਦੇ ਨੇ ਉਹਨਾਂ ਦੇ ਹੱਕ 'ਚ। ਇਹ ਸਸੋਦੀਆ ਸਾਹਿਬ ਜਿੱਦਣ ਅੰਦਰ ਦੇਣਗੇ ਉਹਨਾਂ ਪਿੱਛੇ ਜਾਣਗੇ ਕਿ ਨਹੀਂ ਜੀ? ਤੁਸੀਂ ਮੈਨੂੰ ਦੱਸੋ ਕਿ ਇੱਥੇ ਅਸੀਂ ਕਹਿੰਦੇ ਹਾਂ ਕਿ ਫੇਅਰ ਕਰੋ। ਅਸੀਂ ਵੇਖੋ ਇੱਕ ਗੱਲ ਨੇ, ਕਿਸੇ ਬੰਦੇ ਨੇ ਵੀ ਗਲਤ ਕੰਮ ਕੀਤੀ ਔਨ ਕੈਮਰਾ ਮੈਂ ਕਹਿਣ ਨੂੰ ਤੇ ਉਹ ਕਾਂਗਰਸੀ ਹੋਏ ਜਾਂ ਫਿਰ ਉਹ ਆਪ ਦਾ ਹੋਏ ਜਾਂ ਅਕਾਲੀ ਦਲ ਦਾ ਹੋਏ, ਭਾਵੇਂ ਭਾਜਪਾ ਦਾ ਹੋਏ। ਇੱਕ ਭਗਵੰਤ ਸਿੰਘ ਮਾਨ ਨੇ ਇਲੈਕਸ਼ਨਾਂ ਦੌਰਾਨ ਜਿਹੜੀਆਂ ਬਾਈ ਇਲੈਕਸ਼ਨ ਸੀ ਸੰਗਰੂਰ ਦੀ, ਜਿਹੜੀ ਇਹਨਾਂ ਸੀਟ ਕਰ,
ਇਹਨਾਂ ਨੇ ਆਪਣੇ ਲੈਕਚਰ 'ਚ ਕਿਹਾ ਕਿ ਇੱਕ ਕਾਂਗਰਸ ਦਾ ਐਕਸ ਮਿਨਿਸਟਰ ਹੀ 3 ਵਜੇ ਉਹਨਾਂ ਕਿਹਾ ਜੀ ਉਹਨੂੰ 3 ਵਜੇ ਚੁੱਕਣ ਦੀ ਕੀ ਲੋੜ ਸੀ, 7 ਵਜੇ ਤੁਰ ਜਾਣਾ। ਕਹਿੰਦੇ ਨਹੀਂ, ਇਹ 4 ਵਜੇ ਤੱਕ ਭਾਜਪਾ ਚਲਾ ਜਾਣਾ ਸੀ। ਮੈਂ ਇਹਨਾਂ ਨੂੰ ਫਿਰ ਅਸੈਂਬਲੀ 'ਚ ਪੁੱਛਿਆ, ਮਾਨ ਸਾਹਿਬ ਇਹ ਤੁਹਾਡੀ ਸਟੇਟਮੈਂਟ ਇਹ ਦੱਸਦੀ ਹੈ ਕਿ ਉਹਦਾ ਮਤਲਬ ਇਹ ਮੈਕਸੀਕੋ ਦਾ ਬਾਰਡਰ ਹੈ ਜੀ, ਜੇ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਚਲੇ ਗਏ ਤੇ ਫਿਰ ਤੁਹਾਡੀ ਉਹਦੇ ਤੋਂ ਬਾਹਰ ਹੋ ਗਿਆ ਜੀ, ਗ੍ਰਿਫਤ ਤੋਂ ਬਾਹਰ। ਉਹਦਾ ਮਤਲਬ ਜੇ ਭਾਜਪਾ 'ਚ ਰਲ ਜਾਏ, ਤੁਸੀਂ ਇਹਨਾਂ ਲੋਕਾਂ ਨੂੰ ਇਹ ਵਿਖਾ ਰਹੇ ਹੋ ਕਿ ਜੇ ਭਾਜਪਾ 'ਚ ਚਲੇ ਜਾਓ ਤਾਂ ਸੇਫਗਾਰਡ ਹੋ ਜਾਓਗੇ। ਦਿਸ ਇਜ਼ ਅ ਸਟੇਟਮੈਂਟ ਔਨ ਰਿਕਾਰਡ। ਇਹਦਾ ਮਤਲਬ ਕੀ ਹੈ ਮੈਨੂੰ ਦੱਸੋ? ਕੋਈ ਇੱਕ ਬੰਦਾ ਭਾਜਪਾ ਨਾਲ ਕਨੈਕਟਡ ਜਿਹੜਾ, ਉਹਨੂੰ ਕਿਸੇ ਨੂੰ ਹੱਥ ਪਾਇਆ ਇਹਨਾਂ ਨੇ? ਕੋਈ ਕਾਂਗਰਸ 'ਚੋਂ ਜਿਹੜੇ ਛੱਡ ਕੇ ਉੱਧਰ ਗਏ ਨੇ ਕਿਸੇ ਨੂੰ ਹੱਥ ਪਿਆ? ਕੋਈ ਵੀ ਨਹੀਂ। ਕਿਸੇ ਆਪਣੇ ਬੰਦੇ ਨੂੰ ਅੱਜ ਵੇਖੋ, ਇਹਨਾਂ ਨੇ ਸਿੰਗਲਾ ਸਾਹਿਬ ਤੇ ਕਿਹਾ ਕਿ ਅਸੀਂ ਆਡੀਓ 1% ਪੈਸੇ ਮੰਗਦੇ ਸੀ ਹੈਲਥ ਦੇ ਮਹਿਕਮੇ 'ਚ ਜੀ, ਕਹਿੰਦੇ ਮੇਰੇ ਕੋਲ ਆਡੀਓ ਹੈ। ਅਸੀਂ ਕਿਹਾ ਆਡੀਓ ਸ਼ੇਅਰ ਕਰੋ, ਕਿੱਥੇ ਆਡੀਓ? ਹੁਣ ਉਹੀ ਸਿੰਗਲਾ ਸਾਹਿਬ 3-4 ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਹੁਣ ਇਹਨਾਂ ਦੀਆਂ ਪਾਰਟੀਆਂ ਦੀਆਂ ਮੀਟਿੰਗ ਸਾਰੇ ਕੁਝ ਉਸ ਤਰ੍ਹਾਂ ਜਿਸ ਐਵਰੀਥਿੰਗ ਇਜ਼ ਨੋਰਮਲ ਉਹੀ ਹੋਇਆ। ਇਸ ਤਰ੍ਹਾਂ ਹੀ ਇਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਸਾਹਿਬ ਇੱਕ ਵਾਰ ਸ਼ਹੀਦ ਕੀਤੇ ਸੀ, ਆਡੀਓ ਦਾ ਨਾਂ ਲੈ ਕੇ ਫਿਰ ਵਿਖਾਇਆ ਹੀ ਨਹੀਂ ਸੀ ਜੀ। ਹੁਣ ਆ ਤੁਹਾਡੇ ਫੌਜਾ ਸਿੰਘ ਸਰਾਰੀ ਸਾਹਿਬ ਨੇ ਕੈਬਨਿਟ ਦੇ ਮੰਤਰੀ ਔਨ ਕੈਮਰਾ ਫੜੇ ਗਏ ਨੇ, ਤਕਰੀਬਨ 2.5 ਕਰੋੜ ਦਾ ਸੌਦਾ ਹੁੰਦਾ ਫਿਰਦਾ ਸੀ। ਹੀ ਹੈਜ਼ ਐਕਸੈਪਟਡ ਇਟ ਇਜ਼ ਮਾਈ ਵੌਇਸ, ਦੇ ਆਰ ਸਾਇਲੈਂਟ ਨਾਓ। ਕੱਲ੍ਹ ਰਾਤ ਇੱਕ ਬਹੁਤ ਵੱਡੇ ਦਫ਼ਤਰ 'ਚ, ਨੋਨ ਦਫ਼ਤਰ ਦੇ ਵਿੱਚ ਜਲੰਧਰ ਦੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਘੋਲ ਚੱਲਿਆ ਪੂਰਾ ਜੀ। ਜਾਂ ਦੰਗਲ ਚੱਲਦੇ ਹੁੰਦੇ ਸੀ ਨਾ ਕਿਲ੍ਹਾ ਰਾਏਪੁਰ ਦੇ ਵਿੱਚ ਭਲਵਾਨਾਂ ਦੇ, 2 MLA ਨੇ ਆਪ ਦਿਆਂ ਨੇ, ਇੱਕ DCP ਲੈਵਲ ਦਾ ਬੰਦਾ ਸਾਰੀ ਰਾਤ ਉੱਥੇ ਕੁੱਟਿਆ ਜੀ, ਕੁੱਟਿਆ ਜੀ ਔਨ ਕੈਮਰਾ। ਆ ਮੇਰੇ ਕੋਲ ਹੋਣੇ, ਤੁਹਾਨੂੰ ਵਿਖਾ ਦਿੰਦੇ ਆ। ਤੇ ਉਲਟਾ ਉਸ ਅਫਸਰ ਦੇ DCP ਰੈਂਕ ਦੇ, ਇੱਕ SSP ਰੈਂਕ ਦੇ ਅਫਸਰ ਨੂੰ ਕੁੱਟਿਆ ਗਿਆ, ਮਾਰਿਆ ਗਿਆ। 200 ਇਹਨਾਂ ਦਾ ਗੁੰਡਾ ਨਾਲ ਸੀ, ਆਪ ਵਾਲਿਆਂ ਦਾ, ਕਿਸੇ ਵੱਡੇ ਦਫ਼ਤਰ ਵਿੱਚ ਸਨ। ਤੇ ਸਵੇਰੇ ਉਸ ਅਫਸਰ ਤੇ 307 ਦਾ ਕੇਸ ਰਜਿਸਟਰ ਕਰ ਦਿੱਤਾ ਗਿਆ। ਤੁਸੀਂ ਮੈਨੂੰ ਦੱਸੋ, ਇੱਕ ਅਸੀਂ ਇਹੋ ਜਿਹੀ ਸਟੇਟ 'ਚ ਬੈਠੇ ਹਾਂ ਜਿਹਦਾ ਬਾਰਡਰ ਪਾਕਿਸਤਾਨ ਹੈ, ਜਿੱਥੇ ISI 24 ਘੰਟੇ ਡਰੋਨਸ ਦੇ ਜ਼ਰੀਏ ਵੈਪਨ ਘੱਲ ਰਹੀ ਹੈ, ਜਿਹੜੀ ਡਰੋਨਸ ਦੇ ਜ਼ਰੀਏ ਨਸ਼ਾ ਘੱਲ ਰਹੀ ਹੈ। ਉਹ ਸਟੇਟ ਦੇ ਵਿੱਚ ਜਿੱਥੇ ਗੈਂਗਸਟਰਸ ਇੰਨੇ ਜ਼ਿਆਦਾ ਹਾਵੀ ਨੇ, ਦੇ ਆਰ ਕਾਲਿੰਗ ਦੀ ਸ਼ਾਟਸ। ਉੱਥੇ ਜਿਹੜੀ ਤੁਹਾਡੀ ਮੇਨ ਪੁਲਿਸ ਫੋਰਸ ਹੈ, ਜਿਨ੍ਹਾਂ ਨੇ ਸਾਡੀ ਜ਼ਿੰਦਗੀ ਤੇ ਸਾਡਾ ਮਾਲ ਮਹਿਫੂਜ਼ ਕਰਨਾ, ਸਾਡੇ ਬੱਚਿਆਂ ਨੂੰ ਮਹਿਫੂਜ਼ ਰੱਖਣਾ, ਜੇ ਉਹਨਾਂ ਦੇ ਅਫਸਰਾਂ ਨਾਲ ਇਹ ਵਤੀਰਾ ਹੋਏਗਾ ਤੇ ਅਲਟੀਮੇਟਲੀ ਉਸ ਅਫਸਰ ਨੂੰ ਵਰਦੀ ਵਿੱਚ ਕੁੱਟਿਆ ਗਿਆ, ਮਾਰਿਆ ਗਿਆ, ਤੇ ਤੁਸੀਂ ਆਪਣੇ MLA ਨੂੰ ਬਚਾਉਣ ਦੀ ਖਾਤਰ ਉਹਦੇ ਤੇ ਕੇਸ ਰਜਿਸਟਰ ਕਰੋਗੇ। ਦਿਸ ਇਜ਼ ਨਾਟ ਅ ਗੁੱਡ ਓਮਨ। ਮੈਂ ਸਮਝਦਾ ਕਿ ਇਹ ਬਹੁਤ ਪੋਟੈਂਸ਼ੀਅਲੀ ਪੰਜਾਬ ਦੇ ਵਿੱਚ ਬਗਾਵਤ ਹੋਣ ਦੇ ਚਾਂਸਸ ਹੋ ਜਾਣੇ ਨੇ ਫੋਰਸਿਸ ਦੇ ਵਿੱਚ। ਜੋ ਇਹ ਇਹਨਾਂ ਨੇ ਵੇਖੋ ਐਕਸਾਈਜ਼ ਤੇ ਰੇਡ ਹੋਏ, ਕਿਸੇ ਅਫਸਰ ਨੂੰ ਪੁੱਛ, ਵੇਖੋ ਪਾਲਿਸੀ ਤੁਹਾਡੀ ਹੈ, ਉਹ ਤਾਂ ਇੰਪਲੀਮੈਂਟਰਸ ਨੇ ਜੀ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਸਿਆਣਪ ਨਾ ਚੱਲਣ, ਤੇਜ਼ੀ ਬਹੁਤੀ ਨਾ ਖਾਣ। ਇਹਨਾਂ ਨੂੰ ਗਵਰਨੈਂਸ, ਲੋਕਾਂ ਨੇ ਗਵਰਨੈਂਸ ਦਿੱਤੀ ਹੈ, ਤੁਹਾਨੂੰ ਕਿਹਨੇ ਰੋਕਿਆ? ਜਿਹਨੂੰ ਮਰਜ਼ੀ ਫੜਨ ਦਾ, ਬੁਲਾਉਣ ਦਾ। ਜਿਹੜੇ ਫਾਰਮਰ MLA ਨੇ, ਫਾਰਮਰ ਮਿਨਿਸਟਰਸ ਨੇ, ਢੰਗ ਹੁੰਦਾ, ਸੱਦ ਲਓ, ਨਾ ਕੁਝ ਇੰਨੇ ਵਜੇ ਪੇਸ਼ ਹੋਵੋ ਜੀ, ਕਿਸੇ ਢੰਗ 3 ਵਜੇ ਤੁਸੀਂ ਕਿਹਨੂੰ ਚੁੱਕਣ ਜਾਂਦੇ ਹੋ। ਮੇਰਾ ਪਤਾ ਗੱਲ ਇਹ ਹੈ ਕਿ ਇਹ ਸਮਝਦੇ ਨੇ ਕਿ ਇਸ ਰੈਟਰਿਕ ਦੇ ਨਾਲ ਹੀ ਲੋਕ ਅਸੀਂ ਖੁਸ਼ ਕਰ ਲੈਣੇ ਨੇ, ਕੰਮ ਅਸੀਂ ਕੁਝ ਕਰੀਏ ਨਾ ਕਰੀਏ, ਐਂਡ ਰਿਜ਼ਲਟ ਕੁਝ ਨਹੀਂ ਆ ਰਿਹਾ ਜੀ। ਸਕੂਲਾਂ ਦਾ ਬੁਰਾ ਹਾਲ ਹੈ, ਡਿਸਪੈਂਸਰੀਆਂ ਦਾ ਬੁਰਾ ਹਾਲ ਹੈ, ਇਨਫਰਾਸਟ੍ਰਕਚਰ ਦਾ ਬੁਰਾ ਹਾਲ ਹੈ, ਸੜਕਾਂ ਦਾ ਬੁਰਾ ਹਾਲ ਹੈ। ਦੇਰ ਇਜ਼ ਨਥਿੰਗ ਕੰਕਰੀਟ ਜਿਹਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਨੂੰ ਕੁਝ ਲੱਭ ਰਿਹਾ। ਰੈਟਰਿਕ ਡਰਾਮਾ। ਆ ਜਿਸ ਤਰ੍ਹਾਂ ਹੁਣ ਸੈਸ਼ਨ ਹੀ ਸੱਦੇ, ਮੈਨੂੰ ਦੱਸੋ, ਜੋ ਤੁਹਾਡੇ ਕੋਲ ਮੈਜੋਰਟੀ ਹੈ, ਤੁਹਾਨੂੰ ਚੈਲੰਜ ਹੀ ਕਿਸੇ ਨੇ ਨਹੀਂ ਕੀਤਾ, ਤੁਸੀਂ ਕਰੋੜ ਰੁਪਈਆ ਪੰਜਾਬ ਦਾ ਆਪਣੀ ਪਿੱਠ ਥਪਥਪਾਉਣ ਵਾਸਤੇ ਰੱਖਿਆ ਸੀ। ਜੋ ਗਵਰਨਰ ਸਾਹਿਬ ਨੇ ਕੀਤਾ, ਮੇਰਾ ਖਿਆਲ ਬਾੜ ਸਾਹਿਬ, ਹੀ ਇਜ਼ ਡਨ ਅ ਵੈਰੀ ਵੈਰੀ ਗੁੱਡ ਥਿੰਗ। ਮੈਗਨੈਨਿਮਿਟੀ ਵਿਖਾਈ ਹੈ। ਪਹਿਲੇ ਹੱਥੋਂ ਗਵਰਨਰ ਸਾਹਿਬ ਕੋ ਜਦੋਂ ਇਹਨਾਂ ਸਾਈਨ ਕਰਾਏ ਨੇ, ਹੀ ਡਿਡ ਨਾਟ ਗੋ ਇਨਟੂ ਡਿਟੇਲ। ਫਿਰ ਮੈਂ ਚਿੱਠੀ ਲਿਖੀ ਉਹਨਾਂ ਨੂੰ ਐਜ਼ ਲੀਡਰ ਆਫ ਦੀ ਆਪੋਜੀਸ਼ਨ। ਮੈਂ ਕਿਹਾ ਜੀ ਆਹ ਮੇਰੇ ਕੋਲ ਕਿਤਾਬ ਪਈ ਹੈ, ਜਿਹਦਾ ਡਾਕਟਰ BR ਅੰਬੇਦਕਰ ਸਾਹਿਬ ਦਾ ਨਾਮ ਲੈਂਦੇ, ਜਿਹਨਾਂ ਕੌਂਸਟੀਟਿਊਸ਼ਨ ਲਿਖੀ, ਉਸ ਕੌਂਸਟੀਟਿਊਸ਼ਨ ਦੇ ਮੁਤਾਬਕ ਉਹ ਪਾਰਲੀਮੈਂਟ ਤੇ ਅਸੈਂਬਲੀਆਂ ਰੂਲਸ ਮੁਤਾਬਕ ਚੱਲਦੀਆਂ। ਆਹ ਵੇਖੋ, ਰੂਲਸ ਐਂਡ ਪ੍ਰੋਸੀਜਰਸ ਆਫ ਕੰਡਕਟ ਆਫ ਬਿਜ਼ਨਸ। ਇਹਦੇ 'ਚ ਇੱਕ ਵੀ ਵਿਖਾ ਦਿਓ ਕਿ ਗਵਰਨਮੈਂਟ, ਰੂਲਿੰਗ ਗਵਰਨਮੈਂਟ ਆਪਣੇ ਆਪ ਕੌਨਫੀਡੈਂਸ ਵੋਟ ਲੈ। ਨੋ ਕੌਨਫੀਡੈਂਸ ਤਾਂ ਇਹਦੇ 'ਚ ਹੈ। ਕੌਨਫੀਡੈਂਸ ਲੈਣ ਦਾ ਦੇਰ ਇਜ਼ ਨੋ ਪ੍ਰੋਵੀਜ਼ਨ। ਵਿਦਆਊਟ ਪਰਮਿਸ਼ਨ ਤੁਹਾਨੂੰ ਕੌਣ ਅਲਾਓ ਕਰੇਗਾ ਜੇ ਪ੍ਰੋਵੀਜ਼ਨ ਤੋਂ? ਬਾਜਵਾ ਸਾਹਿਬ, ਜਿਹੜੀ ਤੁਹਾਡੀ ਚਿੱਠੀ ਦੇ ਕਰਕੇ ਹੁਣ ਰਾਜਪਾਲ ਸਾਹਿਬ ਨੇ ਸੁਨੇਹਾ ਲਾਤਾ ਕਿ ਭਾਈ ਨਹੀਂ ਹੋਊਗਾ, ਹਾਂਜੀ, ਕੀ ਉਹ ਚਿੱਠੀ ਇਦਾਂ ਵੀ ਹੋ ਸਕਦੀ ਸੀ? ਕਿਉਂਕਿ ਤੁਸੀਂ ਪਹਿਲਾਂ ਕਹਿੰਦੇ ਸੀ ਕਿ ਸਮਾਂ ਘੱਟ ਮਿਲਦਾ ਆਪੋਜੀਸ਼ਨ ਨੂੰ ਬੋਲਣ ਦਾ, ਇੱਕ ਦਿਨ ਮਿਲਿਆ ਸੀ ਤੇ ਉਹਨਾਂ ਨੂੰ ਕਹਿੰਦੇ ਯਾਰ 2-4 ਹੋਰ ਚੀਜ਼ਾਂ ਵਿੱਚ ਸ਼ਾਮਲ ਕਰਾ ਦਿਓ,
ਇਹ ਪੁੱਛਦੇ ਕਿਹਦੀ ਨੇ, ਇਹ ਪੁੱਛਦੇ ਕਿਹਦੀ ਨੇ, ਸੁਣਦੇ ਕਿਹਦੀ ਨੇ। ਮੈਂ ਤੁਹਾਨੂੰ ਇੱਕ ਹੋਰ ਦੱਸਾਂ ਬਾਠ ਸਾਹਿਬ, ਇਹ ਫਰਸੀ ਆਨਰੇਬਲ ਸਪੀਕਰ ਦਾ ਪਹਿਲੇ ਲੀਡਰ ਆਫ ਦੀ ਆਪੋਜੀਸ਼ਨ ਸੱਦਿਆ ਜਾ, ਸਾਰੀਆਂ ਪਾਰਟੀਆਂ ਦੀ ਇੱਕ ਬਿਜ਼ਨਸ ਐਡਵਾਈਜ਼ਰੀ ਕਮੇਟੀ ਬਣੀ ਹੈ, BAC ਉਹਨੂੰ ਕਹਿੰਦੇ। ਉਹਦੇ ਰੂਲਿੰਗ ਪਾਰਟੀ ਦੇ ਬੰਦੇ ਹੁੰਦੇ ਨੇ, ਉਹਦੇ ਸਾਰੀਆਂ ਆਪੋਜੀਸ਼ਨ ਪਾਰਟੀਆਂ, ਸਾਰਾ ਏਜੰਡਾ ਤੈਅ ਹੁੰਦਾ। ਸਾਰਾ ਕੀ ਅਸੀਂ ਏਜੰਡਾ ਇਹਨਾਂ ਦਾ ਏਜੰਡਾ ਹੀ ਇੱਕੋ ਸੀ ਕਿ ਅਸੀਂ ਕੌਨਫੀਡੈਂਸ ਵੋਟ ਲੈਣਾ। ਕੌਨਫੀਡੈਂਸ ਵੋਟ ਦੀ ਇਸ ਤੇ ਪ੍ਰੋਵੀਜ਼ਨ ਹੀ ਹੈ ਨਹੀਂ। ਆਪੋਜੀਸ਼ਨ ਜਾ ਸਕਦੀ ਤੁਹਾਡੇ ਖਿਲਾਫ ਕਿ ਯੂ ਹੈਵ ਲੋਸਟ ਕੌਨਫੀਡੈਂਸ, ਤੁਹਾਡੇ ਬੰਦੇ ਛੱਡ ਗਏ ਨੇ, ਤੁਹਾਡੇ ਬੰਦੇ ਕ੍ਰਾਸ ਵੋਟ ਕਰ ਗਏ ਨੇ ਜਾਂ ਪਾਰਟੀ ਛੱਡ ਕੇ ਚਲੇ ਗਏ ਨੇ, ਤੁਸੀਂ ਆਪਣੀ ਮੈਜੋਰਟੀ ਪ੍ਰੂਵ ਕਰੋ। ਹੁਣ ਧੱਕੇ ਤੇ ਹਾਂਜੀ, ਹੁਣ ਮੰਗਲਵਾਰ ਚ ਜਾਓਗੇ ਜਾ? ਨਹੀਂ, ਮੰਗਲਵਾਰ ਤੇ ਕਿਉਂ ਨਹੀਂ ਜਾਵਾਂਗੇ ਜੀ, ਇਹਨਾਂ ਨੂੰ ਲੰਮੇ ਪਾਵਾਂਗੇ ਉੱਥੇ ਜਾ ਕੇ। ਪੰਜਾਬ ਦੇ ਇੰਨੇ ਮੁੱਦੇ ਨੇ, ਛੱਡ ਥੋੜਾ ਦੇਣੇ ਨੇ। ਪੰਜਾਬ ਦੇ ਮੁੱਦੇ SYL ਦੇ ਮੁੱਦਿਆਂ ਦੀ, ਬਰਗਾੜੀ ਬਹਿਬਲ ਕਲਾਂ ਦੀ, ਜਿੱਥੇ ਪ੍ਰੋਮਿਸ ਕੀਤਾ ਸੀ ਕੇਜਰੀਵਾਲ ਨੇ ਕਿ ਮੈਨੂੰ ਇਹ 24 ਘੰਟੇ ਦਾ ਟਾਈਮ ਚਾਹੀਦਾ, ਜਿੱਦਣ ਇਮਾਨਦਾਰ ਇੱਥੇ ਸਰਕਾਰ ਆਏਗੀ, ਕੱਟੜ ਇਮਾਨਦਾਰ, ਅਸੀਂ ਉਹਦੀ ਕੁੰਵਰ ਵਿਜੇ ਦੇ ਪ੍ਰਤਾਪ ਦੀ ਰਿਪੋਰਟ ਖੋਲਾਂਗੇ। ਜਿਹੜੀ ਸਿੱਟ ਦੇ ਇੰਚਾਰਜ ਸੀ ਜਾਂ ਸਿੱਟ ਦੇ ਮੈਂਬਰ ਸੀ, ਤੇ ਅਸੀਂ ਉਹ ਜਿਹੜੇ ਬੰਦੇ ਪੋਲੀਟੀਸ਼ੀਅਨਸ ਤੇ ਪੁਲਿਸ ਵਾਲੇ ਇਨਵੋਲਵ ਨੇ ਬਰਗਾੜੀ ਬਹਿਬਲ ਕਲਾਂ ਤੇ, ਜਿਨ੍ਹਾਂ ਨੇ ਸ਼ਹੀਦ ਕੀਤੇ ਸਾਡੇ ਨੌਜਵਾਨ ਬੱਚੇ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਅਸੀਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੇਵਾਂਗੇ। 6 ਮਹੀਨੇ ਗੁਜ਼ਰ ਗਏ, ਨਾ ਹੀ ਨਹੀਂ ਲੈਂਦੇ। ਬਾਜਵਾ ਸਾਹਿਬ, ਮੈਂ ਤੁਸੀਂ ਇੱਕ ਸ਼ਬਦ ਪਿੱਛੇ ਵਰਤਿਆ ਸੀ ਕਿ ਸਕੂਲਾਂ ਦੇ ਹਾਲਾਤ ਮਾੜੇ ਨੇ। ਹਾਂਜੀ ਹਾਂਜੀ, ਇਹਨਾਂ ਨੇ ਮਾੜੇ ਕਰ ਦਿੱਤੇ ਕਿ ਇਹਨਾਂ ਨੂੰ ਮਾੜੇ ਮਿਲੇ? ਨਹੀਂ, ਬਸ ਕਹਿਣ ਦਾ ਮਤਲਬ ਦੇਖੋ, ਮਾੜਿਆਂ ਦਾ ਮੈਂ ਕਹਿਣ ਦਾ ਮਕਸਦ ਇਹ ਸੀ ਮੇਰਾ, ਦੇ ਹੈਵ ਡਨ ਨਥਿੰਗ ਮੋਰ, ਪ੍ਰੋਗਰੈਸ ਨਹੀਂ ਕੀਤੀ ਹੋਊਗੀ। ਮੈਂ ਹਾਂ, ਦੇ ਹੈਵ ਨਾਟ ਨਥਿੰਗ ਹੈਜ਼ ਪ੍ਰੋਗਰੈਸਡ। ਮੈਂ ਆਈ ਐਮ ਸੌਰੀ ਟੂ ਸੇ, ਹਿੰਦੁਸਤਾਨ 'ਚ ਜੇ ਮੋਦੀ ਦੀ ਸਰਕਾਰ ਨੇ ਰੇਟਿੰਗ ਕਰਾਈ ਸੀ, ਜੇ ਕਿਸੇ ਵੀ ਸਕੂਲ ਐਜੂਕੇਸ਼ਨ ਬੈਟਰ ਆਈ ਸਾਰੇ ਹਿੰਦੁਸਤਾਨ 'ਚੋਂ, ਤੇ ਪੰਜਾਬ ਦੀ ਆਈ ਸਕੂਲ ਐਜੂਕੇਸ਼ਨ, ਦੇ ਹੈਡ ਇੰਪਰੂਵਡ। ਇੱਕ ਜਿਹੜੀ ਪਿਛਲੀ ਕਾਂਗਰਸ ਦੀ ਗਵਰਨਮੈਂਟ ਦੀ ਉਪਲਬਧੀ ਸੀ ਉਹ ਇਹ ਜ਼ਰੂਰ ਸੀ, ਆਈ ਐਮ ਸੌਰੀ ਮੈਂ ਉਹਦੇ ਵਿੱਚ ਇੱਕ ਸਵੀਪਿੰਗ ਸਟੇਟਮੈਂਟ 'ਚ ਇਹ ਵੀ ਗੱਲ ਕਹਿ ਗਿਆ, ਉਹਦੇ ਵਿੱਚ ਸਕੂਲ ਰੀਜ਼ਨੇਬਲੀ ਠੀਕ ਨੇ, ਸਕੂਲਸ ਆ ਰੀਜ਼ਨੇਬਲੀ ਓਕੇ, ਹਸਪੀਟਲਸ ਦਾ ਹਾਲ ਮਾੜਾ। ਆ ਜਿਹੜੇ ਮਹੱਲਾ ਕਲੀਨਿਕ ਤੇ ਡਰਮ ਹੈ, ਤੇ ਇਟ ਇਜ਼ ਜਸਟ ਅ ਵਿਲੇਜ ਡਿਸਪੈਂਸਰੀ, ਜਾਂ ਪੁਰਾਣੇ ਵਕਤ ਪਿੰਡਾਂ ਦੀਆਂ ਡਿਸਪੈਂਸਰੀ, ਸਾਰੇ ਪਿੰਡਾਂ 'ਚ ਡਿਸਪੈਂਸਰੀ ਆਏ ਨੇ, ਸਾਰੇ ਬਲੋਕਾਂ ਵਿੱਚ ਹਸਪੀਟਲਸ ਆਏ ਨੇ। ਉਹਨਾਂ ਨੂੰ ਸਟਾਫ ਦੀ ਲੋੜ ਹੈ, ਡਾਕਟਰ ਹੈ ਨਹੀਂ, ਸਟਾਫ ਨਰਸਿਸ ਹੈ ਨਹੀਂ, ਸਾਡੇ ਕੋਲ ਮਸ਼ੀਨਰੀ ਹੈ ਨਹੀਂ, ਜਿਸ ਤਰ੍ਹਾਂ ਤੁਹਾਨੂੰ ਚਾਹੀਦੇ ਨੇ ਮਸ਼ੀਨਸ ਚਾਹੀਦੀਆਂ ਨੇ ਉਹਦੇ ਵਿੱਚ, ਉੱਥੇ ਦਵਾਈ ਹੈ ਨਹੀਂ। ਕੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਪਿਛਲੇ 5 ਸਾਲ ਆਪਣੀ ਸਰਕਾਰ ਹੁੰਦਿਆਂ ਵੀ ਇਹ ਮੁੱਦੇ ਕਦੇ ਚੱਕੇ? ਚਿੱਠੀ ਚਾਹੇ ਤੁਹਾਡੀ ਕਿਸੇ ਨੇ ਖੋਲੀ ਨਹੀਂ ਖੋਲੀ, ਚੁੱਕੀ ਤੇ ਹੋਰ ਕਿਸ ਤਰ੍ਹਾਂ ਨੇ ਜੀ। ਵੇਖੋ ਬਾਠ ਸਾਹਿਬ, ਮੁੱਦਿਆਂ ਚਿੱਠੀ ਦੇ ਵਿੱਚ ਮੈਂ ਅੰਗੂਠਾ ਲਾ ਕੇ ਥੋੜਾ ਕਰਦਾ ਸੀ ਜੀ, ਉਹ ਸਾਰੇ ਗੱਲ ਮੈਂ ਚੁੱਕਦਾ ਸੀ ਜੀ, 100% ਚੁੱਕੇ। ਜਿੰਨਾ ਵੀ ਕੋਈ ਗਲਤ ਕੰਮ ਹੁੰਦਾ ਸੀ ਉਹ ਚੁੱਕਦਾ ਸੀ, ਹੈਲਥ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਕਿਸਾਨਾਂ ਦੇ ਗੰਨੇ ਵਾਸਤੇ, ਕਿਸਾਨਾਂ ਦੇ ਬਾਕੀ ਕੰਮਾਂ, ਇੱਕ ਮੁੱਦਾ ਮੈਂ ਚੁੱਕਦਾ ਰਿਹਾ। ਮੇਰੇ ਕੋਲ ਰਿਕਾਰਡ ਹੈ, ਕਿਤਾਬ ਲਿਖੀ ਜਾ ਸਕਦੀ ਉਹਦੇ ਤੇ। ਠੀਕ ਹੈ ਜੀ। ਹੁਣ ਫੇਰ ਇਹਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਨੇ। ਹੁਣ ਜੇ ਸਾਡੀ ਚਿੱਠੀ ਭਗਵੰਤ ਮਾਨ ਨਹੀਂ ਸੁਣਦਾ, ਗਵਰਨਰ ਸਾਹਿਬ ਨੂੰ ਲਿਖਣੀ ਸ਼ੁਰੂ ਕਰ ਦਿੱਤੀ ਹੈ। ਨਹੀਂ ਠੀਕ ਹੈ। ਇੱਕ ਬਾਜਵਾ ਸਾਹਿਬ ਮੈਂ ਜ਼ਰੂਰ ਹੋਰ ਪੁੱਛਣਾ, ਕਿਉਂਕਿ ਰੇਤਾ ਦਾ ਰੌਲਾ ਬੜਾ ਪੈਂਦਾ। ਤੁਹਾਡੇ ਸਾਥੀ ਚਾਹੇ ਤੁਹਾਡੀਆਂ ਚਿੱਠੀਆਂ ਨਹੀਂ ਸੀ ਪੜ੍ਹਦੇ, ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹ ਕਈ ਵਾਰੀ ਕਹਿੰਦੇ ਹੁੰਦੇ ਆ ਜੀ, ਸਾਡੀ ਵਜ਼ਾਰਤ ਵਾਲੇ ਬੰਦੇ ਰੇਤਾ ਦਾ 2 ਨੰਬਰ ਦਾ ਕੰਮ ਕਰਦੇ ਸੀ, ਮੈਂ ਬੀਬੀ ਸੋਨੀਆ ਗਾਂਧੀ ਨੂੰ ਫਾਈਲ ਦਿੱਤੀ ਹੈ। ਕੀ ਕਦੇ ਪਾਰਟੀ ਦੇ ਅੰਦਰ ਇਦਾਂ ਦੀ ਗੱਲ ਨਹੀਂ ਚੱਲਦੀ ਕਿ ਆਪਾਂ ਬੀਬੀ ਜੀ ਨੂੰ ਹੀ ਪੁੱਛ ਲਈਏ ਕਿ ਜੇ ਕੋਈ ਫਾਈਲ ਹੈਗੀ ਦੇ ਦਿਓ, ਅਸੀਂ ਕਾਰਵਾਈ ਕਰਾ ਦਈਏ? ਵੇਖੋ, ਪੰਜਾਬ ਦਾ ਜਿੰਨਾ ਵੱਡਾ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਕਰ ਗਿਆ ਹਿਸਟਰੀ ਦੇ ਵਿੱਚ, ਹੋ ਸਕਦਾ ਕਿਸੇ ਹੋਰ ਨੇ ਨਾ ਕੀਤਾ। ਬਹੁਤ ਵੱਡਾ ਇਹਨੇ ਨੁਕਸਾਨ ਕੀਤਾ ਕਿਉਂਕਿ ਬੇਈਮਾਨ ਸੀ। ਇਹ ਕਾਂਗਰਸ ਦਾ ਮੁੱਖ ਮੰਤਰੀ ਹੋਇਆ, ਹੀ ਵਾਜ਼ ਇਨ ਅ ਟੈਸਿਡ ਅੰਡਰਸਟੈਂਡਿੰਗ ਵਿਦ ਦ BJP ਗਵਰਨਮੈਂਟ, ਜੋ ਹੁਣ ਮੈਨੂੰ ਫੇਰ ਖਤਰਾ ਬਣਦਾ ਫਿਰਦਾ। ਮੈਂ ਉਹੀ ਕਹੀ ਨਾ ਵੀ ਪਿਛਲੇ ਨੂੰ ਵੀ ਕਹਿਤਾ, ਮੌਜੂਦਾ ਨੂੰ ਵੀ ਕਹਿਤਾ। ਤਾਂ ਉਹ ਗੱਲ ਸੁਣੋ, ਜੇ ਮੈਂ ਪਹਿਲੇ ਕਿਹਾ ਬਾੜ ਸਾਹਿਬ, ਉਹ ਸੱਚ ਹੋਈ ਕਿ ਨਹੀਂ ਜੀ? ਨਹੀਂ, ਐਸਾ ਹੈਜ਼ ਹੀ ਨਾਟ ਗੋਨ ਇਨਟੂ ਦ BJP? ਕੀ ਇਸ ਨੇ ਸਾਰੇ 5 ਸਾਲ ਚੀਫ ਮਿਨਿਸਟਰ ਤੂੰ ਰਹੇ ਤੇ ਤੂੰ ਕਹੇ ਕਿ ਜੀ ਮੇਰੇ ਮੰਤਰੀ ਜਾਂ ਮੇਰੇ MLA ਆਹ ਕੰਮ ਕਰਦੇ ਸੀ? ਰਿਸਪੌਂਸਿਬਿਲਿਟੀ ਕਿਹਦੀ ਹੈ? ਰਿਸਪੌਂਸਿਬਿਲਿਟੀ ਡਾਇਰੈਕਟਲੀ ਚੀਫ ਮਿਨਿਸਟਰ ਹੈਜ਼ ਆਲ ਪਾਵਰਸ ਟੂ ਇਮੀਡੀਏਟਲੀ ਡ੍ਰੌਪ ਹਿਜ਼ ਮਿਨਿਸਟਰ। ਜਿਹੜਾ ਬੰਦਾ ਕੋਈ 2 ਨੰਬਰ ਦਾ ਕੰਮ ਕਰਦਾ ਤੂੰ ਡ੍ਰੌਪ ਕਰ, ਜਿਹੜਾ MLA 19 ਕੀ ਕਰਦਾ ਉਹਦੇ ਅਗੇਂਸਟ ਕਾਰਵਾਈ ਕਰ। ਅੱਗੇ ਹੁੰਦੀ ਰਹੀਆਂ ਨੇ। ਤੋ ਇਹ ਚੀਜ਼ ਕਰਨੀ, ਉਹ ਕਹਿੰਦੇ ਰਨਿੰਗ ਵਿਦ ਦੀ ਹੇਅਰ ਐਂਡ ਹੰਟਿੰਗ ਵਿਦ ਦੀ ਹਾਊਂਡਸ, ਦੋਨੋਂ ਕੰਮ ਕਰੀ ਜਾਣੇ। ਮਿਨਿਸਟਰਾਂ ਨੂੰ MLA ਨੂੰ ਰੋਜ਼ ਰਾਤ ਰੋਟੀ ਦੇ ਵੀ ਸੱਦ ਲੈਣਾ, ਸੇਵਾ ਵੀ ਕਰ ਲੈਣੀ, ਪਿੱਛੋਂ ਰਿਪੋਰਟਾਂ ਉਹਨਾਂ ਦੇ ਖਿਲਾਫ ਵੀ ਕਰਦੇ ਰਹਿਣਾ, ਉੱਤੇ ਵੀ ਸੱਚੇ ਹੋ ਜਾਣਾ, ਥੱਲੇ ਉਹਨਾਂ ਨਾਲ ਵੀ ਰਲੇ ਰਹਿਣਾ। ਇਹ ਕੰਮ ਥੋੜ੍ਹਾ ਚੱਲਦਾ ਜੀ। ਦੈਟਸ ਵਾਈ ਇਜ਼ ਬੀਨ ਐਕਸਪੋਜ਼ਡ। ਹੁਣ ਜਦੋਂ ਗਿਆ, ਇਹਦੀ ਵਾਈਫ ਵੀ ਇਹਦੇ ਨਾਲ ਨਹੀਂ ਗਈ। ਮੈਨੂੰ ਚੰਦ ਦਿਨ ਪਹਿਲੇ ਕਿਸੇ ਨੇ ਪੁੱਛਿਆ ਕਿ ਜੀ 8-10 ਲੀਡਰਾਂ ਦੀਆਂ ਫੋਟੋਆਂ ਆ ਰਹੀਆਂ, ਨਾ ਆ ਰਹੇ ਨੇ, ਇਹ ਜਾਣਗੇ ਇਹਦੇ ਨਾਲ? ਮੈਂ ਕਿਹਾ ਜਿਹਦੇ ਨਾਲ ਉਹਦੀ ਘਰ ਦੀ ਨਹੀਂ ਜਾਏਗੀ, ਉਹਦੇ ਨਾਲ ਹੋਰ ਕੌਣ ਜਾਏਗਾ? ਕੋਈ ਗਿਆ ਉੱਥੇ ਜੀ?
ਇਹ ਦੀਵਾਲੀ ਦੇ ਪਟਾਕੇ ਵਰਗਾ, ਗਿੱਲੇ ਪਟਾਕੇ ਵਰਗਾ ਖੜਾਕ ਵੀ ਨਹੀਂ ਹੋਇਆ ਅਮਰਿੰਦਰ ਸਿੰਘ ਦੇ ਜਾਣ ਦਾ। ਨਹੀਂ ਤਾਂ ਕੋਈ ਚੰਗਾ ਪੁਰਾਣੇ ਦੀਵਾਲੀ ਦਾ ਪਟਾਕਾ ਬਾਹਰ ਚਲਾਓ ਤਾਂ ਜਗਮਗਾਹਟ ਕਰਦਾ, ਕੋਈ ਖੜਾਕ ਆਉਂਦਾ, ਕੋਈ ਬੰਬ ਚੱਲ, ਉਹ ਪੁੱਛਦੇ ਆ ਚੱਲਿਆ ਕੀ ਸੀ ਜੀ। ਇਹਦੇ ਤੇ ਚੱਲਣ ਦੀ ਆਵਾਜ਼ ਵੀ ਕਿਸੇ ਨੂੰ ਨਹੀਂ ਆਈ, ਨਾ ਲਾਈਟ ਆਈ ਨਾ ਚੱਲਣ ਦੀ ਆਵਾਜ਼ ਆਈ। ਸੋ ਇਟ ਇਜ਼ ਹੀ ਹੂ ਇਜ਼ ਰਿਸਪੋਂਸਿਬਲ ਜੀ, ਐਂਡ ਹੀ ਹੈਜ਼ ਮੈਟ ਦੈਟ ਫੇਟ। ਜਿਸ ਸਟੇਟ ਨੂੰ ਇਸ ਆਦਮੀ ਨੇ ਧੋਖਾ ਦਿੱਤਾ, ਆਪਣਾ ਗੁਟਕਾ ਸਾਹਿਬ ਆਤੇ ਰੱਖ ਕੇ ਝੂਠ ਬੋਲਿਆ ਨੇ, ਸਾਨੂੰ ਜਵਾਬ ਸਾਡੇ ਕੋਲ ਲੋਕ ਜਵਾਬ ਮੰਗਦੇ। ਹੁਣ ਬਹੁਤ ਅੱਛਾ, ਹੁਣ ਭਾਜਪਾ ਕੋ ਜਵਾਬ ਮੰਗਣਗੇ। ਇਹ ਉੱਥੇ ਚਲਾ ਗਿਆ, ਉਹਨਾਂ ਸ਼ਾਮਲ ਹੋ ਗਿਆ, ਇਹਦੇ ਪਾਪਾਂ ਦਾ ਸਾਰਾ ਜਿਹੜਾ ਹੈ ਉਹਦਾ ਜਵਾਬ ਜਿਹੜਾ ਹੈ ਹੁਣ ਭਾਜਪਾ ਨੂੰ ਦੇਣਾ ਪਏਗਾ ਇੰਸਟੈਡ ਆਫ ਦੀ ਕਾਂਗਰਸ। ਬਾਜਵਾ ਸਾਹਿਬ, ਤੁਸੀਂ ਕਿਹਾ ਸੀ ਕਿ ਮਹਾਰਾਸ਼ਟਰ ਤੋਂ ਜਹਾਜ਼ ਆਉਣਾ ਤੇ ਆਮ ਆਦਮੀ ਪਾਰਟੀ ਦੇ ਬੰਦੇ ਉਧਰ ਨੂੰ ਤੁਰਨੇ ਆ। ਤੁਹਾਡੇ ਗੋਆ ਵਾਲੇ ਨਹੀਂ ਬੱਚੇ, ਕਰਨਾਟਕ ਦੇ ਵਿੱਚ ਸਮੱਸਿਆ ਆਈ, ਹੋਰ ਕਈ ਸੂਬਿਆਂ 'ਚ ਆਈ, ਛੱਤੀਸਗੜ੍ਹ ਵਾਲੇ ਪਾਸੇ ਵੀ ਰੌਲਾ ਪੈਂਦਾ, ਬਿਸ਼ਨੋਈ ਸਾਹਿਬ ਹੌਲੀ ਦੇਣੀ ਹਰਿਆਣੇ ਦੇ ਵਿੱਚੋਂ ਪੱਲਾ ਜਿਹਾ ਝਾੜ ਗਏ। ਉਹ ਕਹੀ ਜਾਂਦੇ ਆ ਕਿ ਭਾਈ ਆਪਦੇ ਬਚਾ ਲਓ, ਸਾਨੂੰ ਸਲਾਹਾਂ ਨਾ ਦਿਓ। ਕੌਣ ਜੀ? ਆਮ ਆਦਮੀ ਪਾਰਟੀ। ਮੈਂ ਤੁਹਾਨੂੰ ਦੱਸਣਾ, ਮੇਰੇ ਤੋਂ ਪਹਿਲੇ ਤੁਸੀਂ ਕਿਹਦੀ ਇੰਟਰਵਿਊ ਕੀਤੀ ਹੈ? ਅਜੇ ਉਹ ਕੀਤੀ ਨਹੀਂ, ਕਰਨੀ ਸੀ ਜੀ। ਨਹੀਂ ਕੀਤੀ ਤੁਸੀਂ ਇੱਕ ਪ੍ਰਤਾਪ ਸਿੰਘ ਆਪਣੇ ਬਾਜਵਾ ਸਾਹਿਬ ਕੀਤੀ, ਸੁਖਪਾਲ ਸਿੰਘ ਖਹਿਰਾ ਸਾਹਿਬ। ਖਹਿਰਾ ਸਾਹਿਬ ਕਿਹੜੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਸੀ? ਆਮ ਆਦਮੀ ਪਾਰਟੀ ਦੇ। ਉਹ ਕਿਹਦੇ ਚ ਨੇ ਅੱਜ ਤੁਹਾਡੇ ਨਾਲ ਨੇ। ਫੇਰ ਇਹਦਾ ਜਵਾਬ ਤੁਸੀਂ ਇੱਥੇ ਹੀ ਲੈ ਲਓ, ਬਾਕੀ ਤੇ ਗੱਲ ਛੱਡ ਲਓ। ਉਹਨਾਂ ਨਾਲ ਕਿੰਨੇ ਐਮਐਲਏ ਛੱਡ ਕੇ ਆਏ ਪਿਛਲੀ ਵਾਰ ਜੀ? ਸੁਖਪਾਲ ਸਿੰਘ ਖਹਿਰਾ ਇਕੱਲੇ ਨਹੀਂ ਆਏ, ਕਿੰਨੇ ਆਏ? 3 ਸਨ। 10 ਟੋਟਲ 10 ਉਹ ਆਪ ਚੋਂ ਨਹੀਂ ਆਏ ਕਾਂਗਰਸ ਵਿੱਚ। ਇਹਨਾਂ ਨੇ ਕੋਈ ਸੀਮਟ ਦੀਆਂ ਕੰਧਾਂ ਲਾਈਆਂ ਇਹਨਾਂ ਦੀਆਂ ਲੱਤਾਂ ਦੇ ਆਲੇ ਦੁਆਲੇ ਕਿ ਇਹਨਾਂ ਦਾ ਬੰਦਾ ਨਹੀਂ ਖਿਸਕ ਸਕਦਾ। ਮੈਂ ਇਹ ਪੁੱਛਣਾ ਚਾਹਾਂ, ਹਰਿੰਦਰ ਸਿੰਘ ਖਾਲਸਾ ਇਹਨਾਂ ਦੇ ਐਮਪੀ ਸੀ ਫਤਿਹਗੜ੍ਹ ਸਾਹਿਬ ਦੇ, ਜਿਹਨੇ ਕਿਹਾ ਸੀ ਸੁਮਿਤਰਾ ਮਹਾਜਨ ਨੂੰ ਕਿ ਇਹਦੇ ਕੋਲ ਨਹੀਂ ਮੈਂ ਭਗਵੰਤ ਮਾਨ ਦੇ ਬਹਿ ਸਕਦਾ, ਜਾਂ ਇਹਦੀ ਸੀਟ ਬਦਲੋ ਜਾਂ ਮੇਰੀ। ਉਹ ਹੁਣ ਕਿਹੜੀ ਪਾਰਟੀ 'ਚ ਨੇ ਜੀ? ਕਿਹੜੀ 'ਚ ਨੇ ਜੀ? ਉਧਰ ਹੀ ਪਤਾ ਨਾ, ਭਾਜਪਾ 'ਚ ਨੇ, ਟਾਈਮ ਨਾਲ ਚੱਲ ਗਿਆ ਸੀ। ਤੁਹਾਡੇ ਫੂਲਕਾ ਸਾਹਿਬ ਉਹ ਹੁਣ ਸੁਰ ਕਿਹਦੇ ਨਾਲ ਮਿਲਾ ਰਹੇ ਨੇ? ਭਾਜਪਾ ਦੇ ਨਾਲ। ਫੂਲਕਾ ਸਾਹਿਬ? ਹਾਂ ਬਿਲਕੁਲ। ਇੰਟਰਨਲੀ ਇਫ ਯੂ ਕਲੋਜ਼ਲੀ ਵਾਚ ਫੂਲਕਾ ਸਾਹਿਬ, ਉਹਦਾਂ ਦੀ ਇੱਕ ਢੰਗ ਦੇ ਨਾਲ ਇੱਕ ਟੈਸਿਡ ਅੰਡਰਸਟੈਂਡਿੰਗ ਹੈ। ਪਰ ਬਾਜਵਾ ਸਾਹਿਬ ਇਹ ਬੜੀ ਵੱਡੀ ਸਟੇਟਮੈਂਟ ਤੁਸੀਂ ਦੇ ਰਹੇ ਹੋ। ਹਾਂਜੀ, ਵੀ ਫੂਲਕਾ ਸਾਹਿਬ ਦੇ ਸੁਰ ਉਧਰ ਰਲ ਰਹੇ। ਟੈਸਿਡ ਅੰਡਰਸਟੈਂਡਿੰਗ ਮੈਨੂੰ ਜੋ ਨਜ਼ਰ ਆ ਰਹੀ ਹੈ, ਆਈ ਕੁਡ ਬੀ ਰੋਂਗ ਆਲਸੋ, ਬਟ ਜੋ ਬਹੁਤ ਸਾਰੀਆਂ ਸਟੇਟਾਂ 'ਚ, ਗੋਆ ਦਾ ਜਿਹੜਾ ਇਹਨਾਂ ਦਾ, ਹਿਮਾਚਲ ਦਾ ਜਿਹੜਾ ਚੀਫ ਹੈ, ਹਿਮਾਚਲ ਦਾ ਚੀਫ ਮਿਨਿਸਟਰ ਫੇਸ ਆਫ ਆਪ ਹੈਜ਼ ਜੁਆਇਨਡ ਦੀ ਬੀਜੇਪੀ। ਗੋਆ ਦਾ ਜਿਹੜਾ ਚੀਫ ਉਹ ਸਾਨੂੰ ਰਲ ਗਿਆ ਸਾਡੇ 'ਚ। ਤੋ ਇਹ ਤੁਸੀਂ ਐਵੇਂ ਗੱਲ ਕਹਿਣੀ, ਇਹਨਾਂ ਦਾ ਵਜੂਦ ਕੀ ਹੈ? ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਇਹਨਾਂ ਦਾ ਵਜੂਦ ਦੱਸਿਓ ਮੈਨੂੰ ਕੀ ਹੈ। ਪੰਜਾਬ ਪਹਿਲੀ ਵਾਰ ਦਿੱਲੀ ਤੋਂ ਬਾਅਦ ਆਏ ਨੇ। ਮੈਂ ਤੁਹਾਨੂੰ ਬਾੜ ਸਾਹਿਬ ਪੁੱਛਣਾ, ਗਲਤਫਹਿਮੀ ਦਾ ਆਪਾਂ ਸ਼ਿਕਾਰ ਹੋਈ ਜਾਂਦੇ। ਇਹ ਜਿਹਨੂੰ ਚੀਫ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੁੰਦੇ ਅਰਵਿੰਦ ਕੇਜਰੀਵਾਲ, 542 ਲੋਕ ਸਭਾ ਦੀਆਂ ਸੀਟਾਂ ਹਿੰਦੁਸਤਾਨ 'ਚ, ਇਹਨਾਂ ਦੇ ਕਿੰਨੇ ਐਮਪੀ ਨੇ ਜੀ? ਦੱਸਿਓ। ਅਜੇ ਤਾਂ ਕੋਈ ਨਹੀਂ ਉਧਰ। ਜੇ ਇੱਕ ਵੀ ਹੈ ਨਹੀਂ, ਇਹ ਪ੍ਰਧਾਨ ਮੰਤਰੀ ਦੇ ਸੁਪਨੇ ਕਿੱਥੋਂ ਵੇਖੀ ਜਾਂਦਾ ਜੀ? ਇਹ ਮੇਰੀ ਸੁਣ ਲਓ ਜੀ, ਇਹ ਬੇਸਿਕਲੀ ਇਜ਼ ਅ ਬੀ ਟੀਮ ਆਫ ਦੀ ਆਰਐਸਐਸ ਐਂਡ ਬੀਜੇਪੀ, ਅਰਵਿੰਦ ਕੇਜਰੀਵਾਲ। ਮੈਂ ਤੁਹਾਨੂੰ ਦੱਸਣਾ ਅਗਲੀ ਗੱਲ, ਤੁਸੀਂ ਅੰਨਾ ਹਜ਼ਾਰੇ ਦੀ ਮੂਵਮੈਂਟ 'ਚ ਵੇਖੋ। ਤੁਸੀਂ ਅੰਨਾ ਹਜ਼ਾਰੇ ਮਹਾਰਾਸ਼ਟਰ 'ਚ ਕੌਣ ਲੈ ਕੇ ਆਇਆ? ਆਰਐਸਐਸ। ਇਹ ਗਾਂਧੀਅਨ ਸੀ, ਉਹਨੂੰ ਵਰਗਲਾ ਕੇ ਲਿਆਏ, ਰਾਮਲੀਲਾ ਗਰਾਊਂਡ 'ਚ ਬਿਠਾ ਲਿਆ, 50,000 ਦਾ ਇਕੱਠ ਕੀਤਾ 10-15 ਦਿਨ, ਸਾਰਾ ਆਰਐਸਐਸ ਦਾ ਕਾਡਰ ਸੀ। ਉਹਦੇ ਸੱਜੇ ਹੱਥ ਕੌਣ ਸੀ ਜੀ? ਨਵੀਂ ਮੂਵਮੈਂਟ 'ਚੋਂ ਇੰਡੀਆ ਅਗੇਂਸਟ ਕਰਪਸ਼ਨ 'ਚ ਕੌਣ? ਅਰਵਿੰਦ ਕੇਜਰੀਵਾਲ। ਨੋਬਡੀ ਨਿਊ ਕਿ ਬੰਦਾ ਕੌਣ ਹੈ, ਕਦੀ ਕਿਸੇ ਨੇ ਵੇਖਿਆ ਵੀ ਨਹੀਂ ਸੀ। ਨਾਲ ਉਹਦੇ ਕੁਮਾਰ ਵਿਸ਼ਵਾਸ ਡਾਕਟਰ, ਨਾਲ ਉਹਦੇ ਯੋਗਿੰਦਰ ਯਾਦਵ, ਚੌਥੇ ਨੰਬਰ ਤੇ ਪ੍ਰਸ਼ਾਂਤ ਭੂਸ਼ਣ ਸੁਪਰੀਮ ਕੋਰਟ ਦੇ ਲਾਇਰ। ਖੱਬੇ ਹੱਥ ਕੌਣ ਸੀ ਜੀ? ਕਿਰਨ ਬੇਦੀ, ਜਨਰਲ ਵੀਕੇ ਸਿੰਘ, ਯੋਗਾ ਵਾਲੇ ਬਾਬਾ ਰਾਮਦੇਵ। ਸੱਜੇ ਵਾਲੇ ਆਪ ਬਣਾ ਲਈ, ਖੱਬੇ ਵਾਲੇ ਭਾਜਪਾ ਚਲੇ ਗਏ। ਇਹ ਤੇ ਬੇਸਿਕਲੀ ਯੂ ਮਸਟ ਅੰਡਰਸਟੈਂਡ, ਲੋਕਾਂ ਨੂੰ ਅੰਡਰਸਟੈਂਡਿੰਗ ਹੈ ਨਹੀਂ। ਜਿਹੜਾ ਮੋਦੀ ਸਾਹਿਬ ਕਹਿੰਦੇ ਨੇ ਕਾਂਗਰਸ ਮੁਕਤ ਭਾਰਤ, ਉਹ ਜਿਹੜਾ ਟਾਸਕ ਹੈ ਉਹ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਗਿਆ ਐਂਡ ਇਹਨੂੰ ਕਿਹਾ ਗਿਆ ਸੀ ਕਿ ਇਹਨੇ ਤੁਸੀਂ ਕਲੋਜ਼ਲੀ ਵਾਚ ਕਰੋ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ। ਇਹਨਾਂ ਨੇ ਉੱਤਰਾਖੰਡ 'ਚ ਆਪਣੇ ਬੰਦੇ ਲੜਾਏ, 3 ਤੋਂ 4% ਵੋਟ ਪਈ। ਇਹਨਾਂ ਗੁਜਰਾਤ 'ਚ, ਗੋਆ 'ਚ ਲੜਾਏ। ਸਾਰੀ ਜਗ੍ਹਾ ਕਾਂਗਰਸ ਦੀ ਵੋਟ ਕੱਟ ਕੇ ਕਾਂਗਰਸ ਦੀ ਆਂਦੀ ਗਵਰਨਮੈਂਟ ਇਹਨਾਂ ਰੋਕੀਆਂ। ਸੇਮ ਇਹ ਹਿਮਾਚਲ 'ਚ ਤੇ ਸੇਮ ਇਹ ਗੁਜਰਾਤ 'ਚ ਕਰਨਾ ਚਾਹੁੰਦੇ। ਦੇ ਆਰ ਪਲੇਇੰਗ ਇਨਟੂ ਦੀ ਹੈਂਡ। ਹੁਣ ਇਹਦੇ ਨਾਲ ਥੋੜਾ ਵਿਗਾੜ ਕਿਹੜੀ ਗੱਲੋਂ ਪਿਆ? ਇਹਨਾਂ ਦੀ ਟੈਸਿਡ ਅੰਡਰਸਟੈਂਡਿੰਗ ਸੀ ਕਿ ਇਹਨੂੰ ਅਸੀਂ ਦਿੱਲੀ ਤੱਕ ਮਜ਼ਬੂਤ ਰੱਖਾਂਗੇ। ਤੁਸੀਂ ਵੇਖੋ ਜਦੋਂ ਪਾਰਲੀਮੈਂਟ ਹੁੰਦੀ ਹੈ ਸਾਰੀਆਂ ਦੀਆਂ ਸਾਰੀਆਂ ਸੀਟਾਂ ਭਾਜਪਾ ਜਿੱਤਦੀ ਹੈ, ਤੇ ਥੱਲੇ ਜਦੋਂ ਹੁੰਦੀ ਫਿਰ ਇਹ ਜਿੱਤਦਾ। ਉਹਦਾ ਤੁਸੀਂ ਮੇਰੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰ। ਜਦੋਂ ਇਹ ਥੋੜਾ ਜਿਹਾ ਹੁਣ ਪਰ ਮਾਰਨੇ ਸ਼ੁਰੂ ਕੀਤੇ, ਜਿੰਨਾ ਚਿਰ ਤੇ ਉਹਨਾਂ ਦਾ ਕੇਜਡ ਪੈਰਟ ਹੈ ਸੀ ਉਹਨਾਂ ਚਿਰ ਤੇ ਉਹ ਇਹਨੂੰ ਚੱਲਦੇ ਰਹੇ ਨੇ। ਹੁਣ ਥੋੜਾ ਜਿਹਾ ਇਹ ਫੰਗ ਮਾਰ ਕੇ
ਕੇਜ ਦੇ ਵਿੱਚੋਂ ਉਹਦੇ ਚੋਂ ਨਿਕਲਣਾ ਚਾਹੁੰਦਾ ਬਾਹਰ। ਉੱਥੋਂ ਉਹਨਾਂ ਨੇ ਇਹਦੇ ਵਿੰਗਸ ਕਲਿੱਪ ਕਰਨੇ ਸ਼ੁਰੂ ਕੀਤੇ। ਪੰਜਾਬ 'ਚ ਆਉਣ ਤੋਂ ਬਾਅਦ ਇਹਨਾਂ ਨੇ ਇਹਦੇ ਵਿਗ ਕਲਿੱਪ ਕਰਨੇ ਸ਼ੁਰੂ ਕੀਤੇ। ਕਲੋਜ਼ਲੀ ਵਾਚ ਕਰੋ, ਇਹ ਬਕਾਇਦਾ ਤੌਰ ਮੈਂ ਤੁਹਾਨੂੰ ਦੱਸ ਰਿਹਾ, ਇਹ ਜਿੰਨੀ ਵੋਟ ਕੱਢਦਾ ਕਾਂਗਰਸ ਦੀ ਕੱਢਦਾ। ਇਹਦਾ ਵਜੂਦ ਕਿਤੇ, ਕਾਂਗਰਸ ਇਜ਼ ਆਲ ਇੰਡੀਆ ਪਾਰਟੀ। ਸਾਡਾ ਲੀਡਰ ਵੇਖੋ 3750 ਕਿਲੋਮੀਟਰ 5 ਮਹੀਨਿਆਂ ਦੀ ਸਾਰੀ ਈਡੀ, ਸਾਰੀਆਂ ਏਜੰਸੀ ਜਿਹੜੀਆਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੇ ਕਾਂਗਰਸ ਦੀ ਲੀਡਰਸ਼ਿਪ ਪਿੱਛੇ ਲੱਗੀਆਂ ਨੇ। ਸਾਡੀਆਂ ਸਰਕਾਰਾਂ ਮੱਧ ਪ੍ਰਦੇਸ਼ 'ਚ, ਸਾਡੀਆਂ ਸਰਕਾਰਾਂ ਕਿ ਮਹਾਰਾਸ਼ਟਰ, ਸਾਡੀਆਂ ਸਰਕਾਰਾਂ ਉੱਤਰਾਖੰਡ 'ਚ, ਗੋਆ 'ਚ, ਇਹਨਾਂ ਤੋੜੀਆਂ ਨੇ। ਸਾਡਾ ਇਹਨਾਂ ਨਾਲ ਕੀ ਹੋ ਸੋ ਦੇ ਪ੍ਰਾਇਮਰੀਲੀ ਨੋ ਕਿ ਇਹ ਕਿਸੇ ਟਾਈਮ ਜਿਸ ਤਰ੍ਹਾਂ ਬਹੁਜਨ ਸਮਾਜ ਨੂੰ ਕਾਂਗਰਸ ਨੂੰ ਕੱਟਣ ਨੂੰ ਇਹਨਾਂ ਨੇ ਇਸਤੇਮਾਲ ਕੀਤਾ ਤੇ ਕਾਂਗਰਸ ਦਾ ਬਹੁਤ ਹੱਦ ਤੱਕ ਵਜੂਦ ਯੂਪੀ 'ਚ ਖ਼ਤਮ ਕੀਤਾ, ਕਿਉਂਕਿ ਸ਼ਡਿਊਲ ਕਾਸਟ ਜਿਹੜੀ ਦਲਿਤ ਲੌਬੀ ਸਾਡੇ ਨਾਲ ਸੀ, ਉਹਨੂੰ ਜਦੋਂ ਬੀਬੀ ਜੀ ਵੀ ਵਿੱਚ ਆ ਗਏ, ਵੋਟ ਵੰਡਣੀ ਸ਼ੁਰੂ ਹੋ ਗਈ, ਇਹਨਾਂ ਨੂੰ ਲਾਂਟੇ ਸ਼ੁਰੂ ਹੋ ਗਿਆ। ਸੋ ਸਿਮਿਲਰ ਐਕਸਰਸਾਈਜ਼ ਇਹ ਆਪ ਕੋ ਕਰਵਾ ਰਹੇ ਨੇ। ਬਾਜਵਾ ਸਾਹਿਬ, ਮੈਂ ਫਿਰ ਇੱਕ ਵਾਰੀ ਕਲੈਰਿਟੀ ਚਾਹੁੰਦਾ, ਜਦੋਂ ਆਪਣਾ ਇਹ ਗੱਲਬਾਤ ਸ਼ੁਰੂ ਹੋਈ ਸੀ ਉਦੋਂ ਕਿਹਾ ਸੀ ਕਿ ਸੈਕੂਲਰ ਬੇਸਡ ਪਾਰਟੀਆਂ ਨੇ ਕਾਂਗਰਸ ਤੇ ਆਪ, ਹੁਣ ਤੁਸੀਂ ਭਾਜਪਾ ਦੀ ਬੀ ਟੀਮ ਬਣਾਤੀ। ਨਹੀਂ ਸੈਕੂਲਰ ਬੇਸਿਕਲੀ ਤੁਸੀਂ ਗੱਲ ਨਹੀਂ ਸਮਝਦੇ। ਇਸੇ ਬੇਸ ਕਾਰਨ ਤੇ ਸਾਨੂੰ ਕੱਟ ਰਹੇ ਨੇ। ਠੀਕ ਹੈ, ਇਸੇ ਬੇਸ ਕਾਰਨ ਤੇ ਕੱਟ ਰਹੇ ਨੇ। ਬੀ ਟੀਮ ਤਾਂ ਹੀ ਹੈ ਨਾ ਜੀ। ਜੇ ਤੇ ਸ਼ਿਵ ਸੈਨਾ ਹੁੰਦੀ, ਜੇ ਬਜਰੰਗ ਹਿੰਦੂ ਵਿਸ਼ਵ ਬਜਰੰਗ ਦਲ ਉਹਨਾਂ ਦਾ ਹੁੰਦਾ ਤਾਂ ਫਿਰ ਤੇ ਉਹਨਾਂ ਦਾ ਬੇਸ ਬੀਜੇਪੀ ਵਾਲਾ ਹੋਣਾ ਸੀ, ਉਹਦਾ ਐਡਵਾਂਟੇਜ ਸਾਨੂੰ ਆਉਣਾ ਸੀ। ਮੇਰੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਜਿੱਥੇ ਵੀ ਸ਼ਿਵ ਸੈਨਾ ਦਾ ਬੰਦਾ ਖਲੋਏਗਾ ਤੇ ਭਾਜਪਾ ਦਾ ਖਲੋਏਗਾ, ਉਹਦਾ ਐਡਵਾਂਟੇਜ ਸਾਨੂੰ ਆ ਜਾਏਗਾ। ਠੀਕ ਹੈ ਜੀ ਬਾਜਵਾ ਸਾਹਿਬ, ਯੂ ਮਸਟ ਅੰਡਰਸਟੈਂਡ ਵਾਟ ਆਈ ਐਮ ਟ੍ਰਾਈਂਗ ਟੂ ਸੇ ਇਜ਼ ਇਹਨਾਂ ਦਾ ਬੀ ਟੀਮ ਹੋਰ ਕਿਹਨੂੰ ਬਣਾਈਦਾ ਜੀ? ਬੀ ਟੀਮ ਤੋਂ ਹੀ ਬਣਾਈਦਾ ਕਿ ਜਿਹੜਾ ਮੇਰੀ ਵੋਟ ਨਹੀਂ, ਸਾਡੇ ਵਿਰੋਧੀਆਂ ਦੀ ਵੋਟ ਕੌਣ ਕੱਟ ਰਿਹਾ, ਉਹਦੇ ਨਾਲ ਹੀ ਮੇਰੀ ਅੰਡਰਸਟੈਂਡਿੰਗ ਹੋਏਗੀ। ਮੇਰੀ ਵੋਟ ਕੱਟਣ ਵਾਲੇ ਨਾਲ ਮੇਰੀ ਅੰਡਰਸਟੈਂਡਿੰਗ ਥੋੜਾ ਹੋਏਗੀ ਜੀ। ਸੋ ਦਿਸ ਇਜ਼ ਵਾਟ ਆਈ ਸੈਡ। ਬਾਜਵਾ ਸਾਹਿਬ, ਜੇ ਕਾਂਗਰਸ ਪਾਰਟੀ ਦਾ ਕੋਈ ਬੰਦਾ ਭਲਕ ਨੂੰ ਪਿਛਲੇ ਕਾਰਜਕਾਲ ਦਾ ਭ੍ਰਿਸ਼ਟਾਚਾਰ 'ਚ ਲਿਪਤ ਪਾਇਆ ਜਾਂਦਾ, ਵਿਰੋਧ ਕਰੋਗੇ? ਸਰਕਾਰ ਦੇ ਹੱਕ 'ਚ ਖਲੋਵੋਗੇ, ਭਾਈ ਕਾਰਵਾਈ ਕਰੋ? ਨਹੀਂ, ਮੈਂ 100% ਹੱਕ 'ਚ ਖਲੋਵਾਂਗਾ ਜੀ, ਬਟ ਇਹਨਾਂ ਨੂੰ ਫਿਰ ਜਿਹੜੇ ਇਹਨਾਂ ਦੇ ਕਰਪਟ ਮੰਤਰੀ ਨੇ ਜੀ, ਇਹਨਾਂ ਦੇ ਕਰਪਟ ਐਮਐਲਏ ਜਿਹੜੇ ਨੇ, ਜਿਨ੍ਹਾਂ ਦੀਆਂ ਲਿਸਟਾਂ ਸਾਡੇ ਕੋਲ ਨੇ, ਉਹਨਾਂ ਤੇ ਐਕਸ਼ਨ ਕਰੋ। 100% ਨਾਲ ਖਲੋਵਾਂਗਾ। ਮੈਂ ਤੁਹਾਨੂੰ ਤੁਹਾਡੇ ਟੀਵੀ ਤੇ ਵਚਨ ਦੇਣਾ, ਵੀ ਵਿਲ ਸਟੈਂਡ ਬਾਈ ਹਿਮ, ਬਟ ਪਿਕ ਐਂਡ ਚੂਜ਼ ਨਹੀਂ ਕਰ ਸਕਦੇ। ਯੂ ਕੈਨੋਟ ਪਿਕ ਐਂਡ ਚੂਜ਼ ਕਿ ਮੈਂ ਇਹਦਾ ਕਰ ਸਕਦਾ। ਭਾਜਪਾ ਤਾਂ ਕਿਉਂ ਨਹੀਂ ਬੰਦਾ ਕੋਈ ਛੇੜਿਆ? ਆਪ ਦਾ ਕਿਉਂ ਫੌਜਾ ਸਿੰਘ ਅਜੇ ਤੱਕ ਨਹੀਂ ਛੇੜਿਆ ਜੀ? ਕਿਉਂ ਡਰੋਪ ਨਹੀਂ ਕੀਤਾ? ਕਿਉਂ ਆ ਜਿਹੜੇ ਮਾਜਰੇ ਨੇ ਜਿਹਨੇ 76 ਕਰੋੜ ਰੁਪਈਆ ਦੇਣਾ ਹੈ, ਗਜਨ ਮਾਜਰੇ ਨੇ, ਉਹਨੂੰ ਅਜੇ ਤੱਕ ਕਿਉਂ ਪਾਰਟੀ 'ਚ ਰੱਖਿਆ? ਇਸ ਤੋਂ ਵੱਡਾ ਹੋਰ ਕੀ ਗੁਨਾਹ ਹੋ ਸਕਦਾ ਜਿਹੜਾ ਉਹ ਪਠਾਨ ਮਾਜਰੇ ਨੇ ਕਰ ਲਿਆ ਜੀ? ਤੁਸੀਂ ਵੇਖ ਹੀ ਲਿਆ ਸਾਰਾ ਕੁਝ ਜੀ। ਇਸ ਤੋਂ ਕੋਈ ਮਰਿਆਦਾ, ਕੋਈ ਮੋਰੈਲਿਟੀ ਵੀ ਇਹਦੇ 'ਚ ਹੈ? ਇਸ ਪਾਰਟੀ 'ਚ ਮੋਰੈਲਿਟੀ ਹੈ? ਜੋ ਕੁਝ ਉਹਨੇ ਕਰਤਾ, ਉਹ ਕਹਿੰਦਾ ਮੈਂ ਮਰਦ ਸੀ ਮੈਂ ਤਾਂ ਕੀਤਾ ਜੀ। ਇਹ ਮਰਦਾਨਾਪਨ ਦੱਸੋ। ਇਹ ਇਹੋ ਜਿਹੀਆਂ ਪਾਰਟੀਆਂ ਜਿਹੜਾ ਬਦਲਾਵ, ਇੱਕ ਨਵੀਂ ਸੋਚ ਨਾਲ ਬੱਝੀਆਂ ਪਾਰਟੀਆਂ, ਇਹ ਬਦਲਾਵ ਲਿਆਂਦਾ ਤਰੀਕਾ ਜੀ। ਉਹਦੀ ਸੈਕੰਡ ਵਾਈਫ, ਉਹ ਕਹਿ ਰਿਹਾ ਸੈਕੰਡ ਵਾਈਫ ਜਿਹੜੀ ਹੈ ਉਹ ਹਾਈ ਕੋਰਟ 'ਚ ਗਈ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ, ਉਹਦੇ ਅਗੇਂਸਟ ਕੇਸ ਰਜਿਸਟਰ ਇਹ ਗਵਰਨਮੈਂਟ ਕਰ ਰਹੀ ਹੈ ਜੀ। ਸੋ ਕਹਿਣ ਦਾ ਮਤਲਬ ਸੀ ਬਰਾਬਰ ਕਰੇ, ਵੀ ਹੈਵ ਨੋ ਪ੍ਰੋਬਲਮ। ਜੇ ਕਿਸੇ ਦੂਜੀ ਗੱਲ ਹੈ, ਹਰ ਬੰਦੇ ਨੂੰ ਓਪਰਚੁਨਿਟੀ ਦਿੱਤੀ ਜਾਏ। ਜਿਹਦੇ ਖਿਲਾਫ ਕੋਈ ਤੁਹਾਡੇ ਕੋਲ ਸਬੂਤ ਹੈ ਨੇ, ਉਹਨੂੰ ਹਾਊਂਡ ਨਾ ਕਰੋ। ਹਾਊਂਡਿੰਗ ਦਾ ਤੇ ਮੌਕਾ ਦਿੰਦਾ ਉਹਨੂੰ ਕਹੋ ਜੀ ਵਿਜੀਲੈਂਸ ਦਫ਼ਤਰ ਪਹੁੰਚੋ, ਸਾਰੀ ਇਹ ਗੱਲ ਦੀ ਤਸੱਲੀ ਕਰੋ, ਤਸੱਲੀ ਹੋ ਜਾਏਗੀ ਠੀਕ ਚਲੇ ਜਾਓ, ਨਹੀਂ ਤਸੱਲੀ ਹੋਏਗੀ ਤੇ ਚੁੱਪ ਹੋ ਕੇ ਬਹਿ ਜਾਓ। ਜੀ ਆਰ ਵਿਲਿੰਗ ਟੂ ਡੂ ਦੈਟ, ਬਟ ਇਹ ਨਹੀਂ ਹਾਊਂਡਿੰਗ ਕਰੋ। ਤੁਸੀਂ ਸੋਚੋ ਕਿ ਜਦੋਂ ਹੁਣ ਸਾਡੇ ਤੇ ਰੌਲਾ ਪੈਣਾ ਸ਼ੁਰੂ ਹੋਇਆ ਕਿਸੇ ਗੱਲ ਦਾ, ਉਸ ਨੂੰ ਇੱਕੋ ਦਮ ਦੂਜਾ ਇਸ਼ੂ ਛੇੜ ਲਓ, ਕੋਈ ਬੰਦਾ ਗ੍ਰਿਫਤਾਰ ਕਰ ਲਓ, ਸਾਰਾ ਧਿਆਨ ਹੀ ਉੱਧਰ ਹੋ ਜਾਏਗਾ, ਇੱਧਰੋਂ ਲੋਕਾਂ ਦਾ ਧਿਆਨ ਇਹ ਨਹੀਂ। ਠੀਕ, ਇਹਨੂੰ ਕਰਨਗੇ ਤਾਂ ਅਸੀਂ ਅਪੋਜ਼ ਕਰਾਂਗੇ ਡਟ ਕੇ। ਠੀਕ ਹੈ, ਹਾਂਜੀ, ਬਸ ਇਹ ਕਹਿਣਾ ਸੀ। ਬਾਜਵਾ ਸਾਹਿਬ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਫਿਰ ਕਿਸੇ ਦਿਨ 2-4 ਮਹੀਨੇ ਬਾਅਦ ਤੁਹਾਨੂੰ ਫਿਰ ਸੱਦਾ ਦੇਣਾ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਕੋਈ ਟਿੱਪਣੀਆਂ ਸਵਾਲ ਆ ਗਿਆ ਮੈਂ ਨੋਟ ਕਰ ਲੈਣੇ ਜੀ। 110% ਮੈਂ ਹਰ ਗੱਲ ਦਾ ਜਵਾਬ ਦਊਂਗਾ। ਹਰ ਤੁਹਾਡੀ ਇੱਥੇ ਗੱਲ ਕੀਤੀ ਦਾ ਮੈਂ ਬਕਾਇਦਾ ਤੌਰ ਵਚਨਬੱਧ ਹਾਂ ਜੀ। ਪਹਿਲੀਆਂ ਦਾ ਵੀ ਆ, ਪਾਸ ਸਾਰਾ ਕੁਝ ਕਢਾ ਲਿਓ। ਠੀਕ ਹੈ, ਉਹਦੇ ਵਿੱਚ ਲੜਾਈ ਬਾਦਲਾਂ ਨਾਲ ਲੜਦੇ ਆਏ ਆ ਬੇਖੌਫ ਹੋ ਕੇ, ਲੜਾਈ ਕੈਪਟਨ ਨਾਲ ਲੜਦੇ ਆਏ ਆ ਬੇਖੌਫ ਹੋ ਕੇ, ਪੰਜਾਬ ਦੇ ਹੱਕਾਂ ਵਾਸਤੇ ਇਹਨਾਂ ਦੀ ਮਦਦ ਕਰਨ ਨੂੰ ਵੀ ਤਿਆਰ ਆ ਜਿੱਥੇ ਠੀਕ ਨੇ, ਜਿੱਥੇ ਗਲਤ ਨੇ, ਇਹਨਾਂ ਦੀ ਗੱਡੀ ਕਿਤੇ ਕੁਰਾਏ ਪੈਣ ਲੱਗੀ ਹੈ, ਉਹਨੂੰ ਐਜ਼ ਏ ਕੰਸਟਰਕਟਿਵ ਆਪੋਜੀਸ਼ਨ ਰਾਏ ਪਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਇਹਨਾਂ ਨੂੰ ਇੱਕ ਕੰਸਟਰਕਟਿਵ ਆਪੋਜੀਸ਼ਨ ਵਰਗਾ ਵਿਰੋਧ, ਤਾਂ ਕੋਈ ਜ਼ਾਤੀ ਦੁਸ਼ਮਣੀ ਨਹੀਂ ਸਾਡੀ ਕਿਸੇ ਦੀ, ਬਟ ਉੱਥੇ ਅਸੀਂ
ਟਿਕਾ ਕੇ ਜਿਸ ਤਰ੍ਹਾਂ ਪੰਜਾਬੀ ਮੁਖਾਲਫਤ ਕਰਦੇ ਹੁੰਦੇ ਸਾਹਮਣੇ ਖਲੋਤੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੇ ਰਸਤੇ 'ਚ ਹਮੇਸ਼ਾ ਖਲੋਤਾ ਇਹਨਾਂ ਨੂੰ ਨਜ਼ਰ ਆਏਗਾ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ। ਥੈਂਕ ਯੂ। ਸੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ। ਵਿਧਾਨ ਸਭਾ ਦਾ ਸੈਸ਼ਨ ਕੀ ਕਹਿੰਦਾ ਹੈ, ਸਰਕਾਰ ਦੀ ਕਾਰਗੁਜ਼ਾਰੀ ਕੀ ਕਹਿੰਦੀ ਹੈ, ਕਾਂਗਰਸ ਪਾਰਟੀ ਦਾ ਅੰਦਰੂਨੀ ਤੰਤਰ ਕੀ ਕਹਿੰਦਾ, ਬਹੁਤ ਸਾਰੀਆਂ ਉਹਨਾਂ ਨੇ ਪਿਛਲੇ ਮੁੱਖ ਮੰਤਰੀ ਕੈਪਟਨ ਸਾਹਿਬ ਬਾਰੇ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਾਰੇ ਇੱਦਾਂ ਦੀਆਂ ਸਟੀਕ ਜੀਆਂ ਟਿੱਪਣੀਆਂ ਕਰ ਦਿੱਤੀਆਂ ਕਿ ਭਾਈ ਉਹ ਤਾਂ ਚੱਲੇ ਜੇ। ਹੁਣ ਇਹਦੇ ਬਾਬਤ ਆਮ ਆਦਮੀ ਪਾਰਟੀ ਦਾ ਕੀ ਪ੍ਰਤੀਕਰਮ ਆਉਂਦਾ, ਕੀ ਪ੍ਰਤੀਕਿਰਿਆ ਆਉਂਦੀ ਹੈ, ਉਹਦੇ ਉੱਤੇ ਸਾਡਾ ਜਿਹੜਾ ਉਹ ਧਿਆਨ ਕੇਂਦਰਿਤ ਰਹੂਗਾ। ਤੁਹਾਡਾ ਕੋਈ ਸਵਾਲ ਹੋਵੇ, ਤੁਹਾਡੀ ਕੋਈ ਟਿੱਪਣੀ ਹੋਵੇ, ਬੇਝਿਜਕ ਵਧੀਆ ਭਾਸ਼ਾ ਦੇ ਵਿੱਚ ਤੁਸੀਂ ਪ੍ਰੋਗਰਾਮ ਦੇ ਹੇਠਾਂ ਜਿਹੜੇ ਟਿੱਪਣੀਆਂ ਦੇ ਰੂਪ ਦੇ ਵਿੱਚ ਲਿਖ ਦੇਣੀ ਹੈ। ਆਪਾਂ ਅਗਲੀ ਵਾਰੀ ਬਾਜਵਾ ਸਾਹਿਬ ਨੂੰ ਸਵਾਲ ਪੁੱਛ ਲਾਂਗੇ। ਪ੍ਰੋਗਰਾਮ ਤੁਹਾਨੂੰ ਜੇ ਚੰਗਾ ਲੱਗਾ ਤੁਹਾਨੂੰ ਲਾਈਕ ਸ਼ੇਅਰ ਕਰ ਦੇਣਾ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।